आई होप कि रिकर्जन तुसीं पहलों पढ़ी होएगी जिहदे विच सी लैंग्वेज दे विच भी आंदी है और सी प्लस प्लस दे विच भी और एवरी लैंग्वेज आलमोस्ट एवरी मॉडर्न लैंग्वेज सपोर्ट्स रिकर्जन। So recursion is when some method calls itself, ਜਦੋਂ ਆਪਣੇ ਆਪ ਨੂੰ ਜਦੋਂ ਕੋਈ ਕਾਲ ਕਰਦਾ ਹੈ ਉਸ ਚੀਜ਼ ਨੂੰ ਆਪਾਂ ਰਿਕਰਜਨ ਕਹਿੰਦੇ ਆ। ਠੀਕ। ਸੋ ਇਸ ਟੌਪਿਕ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਥੋੜੀ ਡਿਟੇਲ ਦੇ ਵਿੱਚ ਕਿ ਰਿਕਰਸਿਵ ਜਿਹੜੇ ਫੰਕਸ਼ਨਸ ਹੁੰਦੇ ਨੇ ਉਹਨਾਂ ਦੀ ਜੋ ਕੀ ਨਾਮ ਹੈ ਕਿਸ ਤਰ੍ਹਾਂ ਉਹ ਕੰਮ ਕਰਦੇ ਆ ਔਰ ਕਿਸ ਤਰ੍ਹਾਂ ਉਹਨਾਂ ਦੀ ਬਿਗ ਓ ਨੋਟੇਸ਼ਨ ਜਾਂ ਕੰਪਲੈਕਸਿਟੀ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਤੇ ਕਿਹੜੇ ਟਾਈਮ ਤੇ ਆਪਾਂ ਨੂੰ ਰਿਕਰਸਿਵ ਫੰਕਸ਼ਨ ਯੂਜ਼ ਕਰਨੇ ਚਾਹੀਦੇ ਔਰ ਕਿਹੜੇ ਟਾਈਮ ਤੇ ਆਈਟਰੇਟਿਵ ਫੰਕਸ਼ਨ ਯੂਜ਼ ਕਰਨੇ ਚਾਹੀਦੇ ਆ। ਤੋ ਜਿਹੜਾ ਕੰਮ ਆਪਾਂ ਰਿਕਰਜਨ ਦੇ ਨਾਲ ਕਰਦੇ ਹਾਂ ਜਨਰਲੀ ਉਹੀ ਕੰਮ ਆਪਾਂ ਸੇਮ ਕੰਮ ਆਈਟਰੇਸ਼ਨ ਦੇ ਨਾਲ ਵੀ ਕਰ ਸਕਦੇ ਹਾਂ। ਆਈਟਰੇਸ਼ਨ ਮੀਨਸ ਯੂਜ਼ਿੰਗ ਫॉर ਲੂਪ ਔਰ ਵਾਈਲ ਲੂਪ। तो लूप ਦੇ ਨਾਲ ਵੀ ਸੇਮ ਲੌਜਿਕ ਇੰਪਲੀਮੈਂਟ ਹੋ ਸਕਦਾ ਹੈ। ਉਸੇ ਲੌਜਿਕ ਨੂੰ ਆਪਾਂ ਰਿਕਰਜਨ ਦੇ ਤਰੀਕੇ ਨਾਲ ਵੀ ਇੰਪਲੀਮੈਂਟ ਕਰ ਸਕਦੇ ਹਾਂ। तो ਆਪਾਂ ਇਹਨਾਂ ਚੀਜ਼ਾਂ ਬਾਰੇ ਪੜਾਂਗੇ ਅੱਜ ਦੇ ਲੈਕਚਰ ਦੇ ਵਿੱਚ। ਰਿਕਰਜਨ is the case when a function invokes itself or invoke a sequence of other functions one of which eventually invoke the first function। ठीक है। सो दो तरह की इन्वर्जन हो सकती है रिकर्जन हो सकती है। एक तो की है कि रिकर्जन दे विच अपने आप नू कॉल करता है कोई भी मैथड या ये हो सकता है कि मैथड ए मैथड बी नू कॉल करे, मैथड बी मैथड सी नू कॉल करे, डी सी डी नू कॉल करे, डी वापस ए नू कॉल करे। तो इस चेन दे विच किसी भी लैवल ते जे वो अपने आप नू फंक्शन कॉल करता है कोई भी तां भी वो रिकर्जन ही है। तो रिकर्जन ये है कि ए अपने आप को कॉल कर रहा है और ए बी कॉल कर रहा है, बी सी कर रहा है, सी डी कर रहा है, डी किसी लैवल से तो जी कॉल है कॉल चेन दे विच किसी भी पॉइंट ते जाके जे कोई मैथड अपने आप को कॉल करता है तां भी वो रिकर्जन दी एग्जांपल ही है। सो रिकर्जन इज द केस व्हेन अ फंक्शन इन्वोक्स इटसेल्फ जेड़ा कि आ वाला केस है और इन्वोक्स अ सीक्वेंस ऑफ अदर फंक्शंस one of which eventually invokes the first function again। So this is the definition of recursion. It is a feature of some programming language such as C++ and Java, and there are programming language that does not have the feature of recursion. For example, no recursion is available in COBOL and Fortran languages that are the अर्लीयर लैंग्वेजेस पहला बहुत चलदियां होंदियां सी। अजकल थोड़ा जिहा इन्हां दा ट्रेंड घट हो गया बट the point to think upon here is that there are some programming languages exist in the world that does not support the feature of recursion। so recursion जड़ा feature है एक special feature नवीं languages ਤਾਂ ਸਾਰੀਆਂ ਹੀ support ਕਰਦੀਆਂ ਨੇ ਔਰ ਉਹਨਾਂ ਸਾਰਿਆਂ ਦੇ ਵਿੱਚ ਹੈ। ਜਦੋਂ ਵੀ ਆਪਾਂ ਕੋਈ ਪ੍ਰੋਗਰਾਮ ਬਣਾਉਂਦੇ ਆ ਜਿਹਦੇ ਵਿੱਚ ਇੱਕ ਮੈਥਡ ਦੂਸਰੇ ਮੈਥਡ ਨੂੰ ਕਾਲ ਕਰ ਰਿਹਾ ਹੈ ਤਾਂ ਆਪਾਂ ਇਸ ਕਾਲ ਦਾ ਇੱਕ ਟਰੀ ਕ੍ਰੀਏਟ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਜਦੋਂ ਆਪਾਂ ਇੱਕ ਐਮ ਮੈਥਡ ਤੋਂ ਸਟਾਰਟ ਕਰਦੇ ਹਾਂ ਤਾਂ ਐਮ ਮੈਥਡ ਏ ਨੂੰ ਕਾਲ ਕਰਦਾ ਹੈ ਔਰ ਮੈਥਡ ਡੀ ਨੂੰ ਕਾਲ ਕਰ ਰਿਹਾ ਹੈ। ਜਦੋਂ ਇਹਦੀ ਐਗਜ਼ੀਕਿਊਸ਼ਨ ਹੋਣੀ ਹੈ ਇਸ ਪ੍ਰੋਗਰਾਮ ਦੀ ਤਾਂ ਸਭ ਤੋਂ ਪਹਿਲਾਂ ਮੈਥਡ ਏ ਨੂੰ ਕਾਲ ਕੀਤਾ ਜਦੋਂ ਤਾਂ ਐਮ ਦੀ ਸਟੇਟ that is called state of method। state of method means ਕਿ ਜਦੋਂ ਉਹਨੇ ਦੂਸਰੇ ਮੈਥਡ ਨੂੰ ਕਾਲ ਕੀਤੀ ਸੀ ਤਾਂ ਉਸ ਟਾਈਮ ਦੇ ਉੱਤੇ ਇਸ ਮੈਥਡ ਦੇ ਆਪਣੇ ਕਿਹੜੇ ਕਿਹੜੇ ਵੇਰੀਏਬਲ ਡਿਕਲੇਅਰ ਹੋਏ ਸੀ, ਕਿਹੜੀ ਲਾਈਨ ਐਗਜ਼ੀਕਿਊਟ ਹੋ ਰਹੀ ਸੀ, ਨੈਕਸਟ ਕਿਹੜੀ ਲਾਈਨ ਐਗਜ਼ੀਕਿਊਟ ਹੋਣੀ ਹੈ ਔਰ ਉਹਨਾਂ ਵੇਰੀਏਬਲ ਦੀਆਂ ਕੀ ਵੈਲਿਊ ਸੀਗੀਆਂ, ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ that is called state of the method ਤੇ ਉਹ ਆਪਾਂ ਕਿਸੇ ਮੈਮਰੀ ਲੋਕੇਸ਼ਨ ਦੇ ਉੱਤੇ ਸੇਵ ਕਰ ਲੈਂਦੇ ਆ। ਠੀਕ। ਸੋ ਕੰਟਰੋਲ ਟ੍ਰਾਂਸਫਰ ਹੋ ਜਾਂਦਾ ਏ ਦੇ ਵਿੱਚ, ਏ ਅੱਗੇ ਫਿਰ ਕਾਲ ਕਰ ਰਿਹਾ ਬੀ ਔਰ ਸੀ ਨੂੰ, ਜਦੋਂ ਏ ਨੇ ਬੀ ਨੂੰ ਕਾਲ ਕੀਤਾ ਕੰਟਰੋਲ ਟ੍ਰਾਂਸਫਰ ਹੋ ਗਿਆ ਬੀ ਦੇ ਵਿੱਚ, ਫਿਰ ਇੱਥੋਂ ਰਿਟਰਨ ਹੋਏਗਾ, ਫਿਰ ਆਪਣੀ ਨੈਕਸਟ ਸਟੇਟਮੈਂਟ ਐਗਜ਼ੀਕਿਊਟ ਹੋਏਗੀ, ਕੰਟਰੋਲ ਫਿਰ ਟ੍ਰਾਂਸਫਰ ਹੋਏਗਾ ਸੀ ਵੇਰੀਏਬਲ ਦੇ ਵਿੱਚ, ਸੀ ਫੰਕਸ਼ਨ ਦੇ ਵਿੱਚ, ਉੱਥੋਂ ਕਾਲ ਹੋ ਗਿਆ ਡੀ ਫੰਕਸ਼ਨ। ਸੋ ਇਸ ਤਰ੍ਹਾਂ ਕਰਕੇ ਆਪਣੇ ਕੋਲ ਬਹੁਤ ਸਾਰੇ ਮੈਥਡ ਬਣੇ ਹੋਏ ਨੇ ਜਿਹੜੇ ਕਿ ਇੱਕ ਦੂਸਰੇ ਨੂੰ ਕਾਲ ਕਰ ਰਹੇ ਆ। ਇਹਨਾਂ ਸਾਰੇ ਮੈਥਡਸ ਵਾਸਤੇ ਆਪਾਂ ਇੱਕ ਟਰੀ ਦਾ ਸਟਰਕਚਰ ਕ੍ਰੀਏਟ ਕਰ ਸਕਦੇ ਹਾਂ। ठीक है। ट्री स्ट्रक्चर ਦੇ ਵਿੱਚ ਕੀ ਹੋਏਗਾ ਕਿ ਆਪਾਂ ਇਸ ਤਰ੍ਹਾਂ ਦੀ ਇੱਕ ਡਾਇਗਰਾਮ ਬਣਾ ਲਾਂਗੇ ਜਿਹਦੇ ਵਿੱਚ ਆਪਾਂ ਸਟਾਰਟ ਕਰਾਂਗੇ m ਤੋਂ ਸਟਾਰਟ ਕਰਨ ਦਾ ਪਰਪਸ ਕੀ ਹੋ ਗਿਆ, ਮਤਲਬ ਕੀ ਹੈ ਕਿ ਆਪਣਾ ਜਿਹੜਾ ਵੈਰੀ ਫਸਟ ਸਭ ਤੋਂ ਪਹਿਲਾ ਜਿਹੜਾ ਮੈਥਡ ਸੀਗਾ that is m। ओके। तो उस m मैथड ਨੂੰ ਆਪਾਂ ਕਾਲ ਕਰ ਲਿਆ। m ਮੈਥਡ ਦੇ ਨਾਲ m ਮੈਥਡ ਨੇ ਅੱਗੇ ਦੋ ਮੈਥਡ ਨੂੰ ਕਾਲ ਕੀਤਾ ਸੀ a ਔਰ d, ਤਾਂ ਆਪਾਂ ਇਹਦੀਆਂ ਦੋ ਬ੍ਰਾਂਚेस ਕ੍ਰੀਏਟ ਕਰਤੀਆਂ, ਇੱਕ ਬ੍ਰਾਂਚ ਚਲੇਗੀ a ਵਾਲੇ ਪਾਸੇ, ਇੱਕ ਬ੍ਰਾਂਚ ਚਲੇਗੀ d ਵਾਲੇ ਪਾਸੇ। ਫਿਰ a ਤੋਂ ਅੱਗੇ
ए ने फिर दो मैथड ਨੂੰ ਕਾਲ ਕੀਤਾ B ਔਰ C ਤਾਂ ਆਪਾਂ ਅਗੇਨ ਦੋ ਬ੍ਰਾਂਚेस ਹੋਰ ਕ੍ਰੀਏਟ ਕਰਾਂਗੇ ਇੱਕ ਬ੍ਰਾਂਚ ਚਲੇਗੀ B ਵੱਲ ਨੂੰ ਇੱਕ ਬ੍ਰਾਂਚ ਚਲੇ ਜਾਏਗੀ C ਮੈਥਡ ਵੱਲ ਨੂੰ C ਮੈਥਡ ਨੇ ਅੱਗੇ ਫਿਰ D ਨੂੰ ਕਾਲ ਕੀਤਾ ਅਗੇਨ ਉੱਥੋਂ ਇੱਕ ਬ੍ਰਾਂਚ ਨਿਕਲੇਗੀ D ਮੈਥਡ ਵੱਲ ਨੂੰ ਤਾਂ D ਮੈਥਡ ਦੇ ਵਿੱਚ ਅਗੇਨ ਜਿੰਨੀ ਵਾਰੀ ਇੱਥੇ ਜੇ n ਦੀ ਵੈਲਿਊ ਮੋਰ ਦੈਨ 0 है जे इत्थे n दी वैल्यू मोर दैन 0 आंदी है तां आपां इत्थे नवीं नोड क्रिएट करांगे ठीक तो जे n दी वैल्यू मोर दैन 0 नहीं है तां अपनी ये मैथड ਜਿਹੜਾ ਹੈ ਕੰਡੀਸ਼ਨ ਦੇ ਵਿੱਚ ਜੇ ਆਪਾਂ ਕਿਸੇ ਮੈਥਡ ਨੂੰ ਕਾਲ ਕਰਦੇ ਹਾਂ ਤਾਂ ਜਿਹੜਾ ਆ ਚੀਜ਼ ਹੈ dn-1 ਇਹ ਦਿਸ ਇਜ਼ ਬੇਸਡ ਅਪਨ ਦਾ ਕੰਡੀਸ਼ਨ ਕਿ ਇਹ ਮੈਥਡ ਆਪਣੇ ਆਪ ਨੂੰ ਕਾਲ ਕਰ ਰਿਹਾ ਹੈ ਬਟ ਵਿਦ ਕੰਡੀਸ਼ਨ ਕਿ ਜੇ n ਦੀ ਵੈਲਿਊ 0 ਹੈ 0 ਤੋਂ ਵੱਧ ਹੈ if the value of n is positive only then we will call the method again only d method ਆਪਣੇ ਆਪ ਨੂੰ ਤਦ ਕਾਲ ਕਰੇਗਾ ਠੀਕ ਹੈ ਸੋ ਜੇ ਉਹ ਕੰਡੀਸ਼ਨ ਸੈਟੀਸਫਾਈ ਹੁੰਦੀ ਹੈ ਤਾਂ ਆਪਾਂ ਇੱਥੇ ਨਵੀਂ ਨੋਡ ਲਗਾ ਦੇਵਾਂਗੇ ਜੇ ਨਹੀਂ ਸੈਟੀਸਫਾਈ ਹੁੰਦੀ ਤਾਂ ਆਪਾਂ ਇਹ ਨੋਡ ਨਹੀਂ ਲਗਾਵਾਂਗੇ ਦੈਟ ਮੀਨਸ ਜਿੱਥੇ ਫੰਕਸ਼ਨ ਨੂੰ ਕਾਲ ਹੋਏਗੀ ਤਦੇ ਆਪਾਂ ਨੋਡ ਕ੍ਰੀਏਟ ਕਰਨੀ ਹੈ ਜੇ ਫੰਕਸ਼ਨ ਨੂੰ ਕਾਲ ਨਹੀਂ ਹੁੰਦੀ ਤਾਂ ਆਪਾਂ ਨੋਡ ਨੂੰ ਕ੍ਰੀਏਟ ਨਹੀਂ ਕਰਨਾ ਸੋ ਇਹ ਇਸ ਤਰ੍ਹਾਂ ਕਰਕੇ d ਮੈਥਡ ਤੋਂ ਆਪਣਾ ਰਿਟਰਨ ਹੋਏਗਾ ਵਾਪਸ C ਮੈਥਡ ਬਿਕੋਜ਼ D ਨੂੰ ਕਾਲ ਕੀਤਾ ਸੀਗਾ C ਨੇ ਤਾਂ ਇੱਥੋਂ ਕੰਟਰੋਲ ਰਿਟਰਨ ਹੋਣਾ C ਮੈਥਡ ਦੇ ਵਿੱਚ C ਨੂੰ ਕਾਲ ਕੀਤਾ ਸੀ A ਨੇ ਤਾਂ ਕੰਟਰੋਲ ਰਿਟਰਨ ਹੋਏਗਾ A ਮੈਥਡ ਦੇ ਵਿੱਚ A ਤੋਂ A ਨੂੰ ਕਾਲ ਕੀਤਾ ਸੀ M ਨੇ ਤਾਂ ਕੰਟਰੋਲ ਰਿਟਰਨ ਹੋਏਗਾ M ਮੈਥਡ ਦੇ ਵਿੱਚ ਉਸ ਤੋਂ ਬਾਅਦ ਨੈਕਸਟ ਮੈਥਡ ਜਿਹੜਾ ਆਪਾਂ ਕਾਲ ਕੀਤਾ M ਦੇ ਵਿੱਚ D ਮੈਥਡ ਕਾਲ ਕੀਤਾ ਸੀ D ਨੇ ਫਿਰ ਆਪਣੇ ਆਪ ਨੂੰ ਕਾਲ ਕਰਨਾ ਬਿਕੋਜ਼ D ਦੀ ਵੈਲਿਊ 2 ਹੈ ਇੱਥੇ ਤਾਂ 2 is more than 0 ਇੱਥੇ ਕੰਡੀਸ਼ਨ ਜਿਹੜੀ ਹੈ ਟਰੂ ਹੈ ਕੰਡੀਸ਼ਨ ਟਰੂ ਹੈ ਤਾਂ D ਆਪਣੇ ਆਪ ਨੂੰ ਕਾਲ ਕਰੇਗਾ 2 - 1 that is 1 ਵੈਲਿਊ ਦੇ ਨਾਲ ਠੀਕ ਸਾ that means D ਦੀ ਐਂਟਰੀ ਫੇਰ ਆਏਗੀ D ਦੀ ਐਂਟਰੀ ਇੱਕ ਵਾਰੀ ਫੇਰ ਆਏਗੀ ਜਦੋਂ ਉਹ 1 ਦੀ ਬਜਾਏ ਆਪਣੇ ਆਪ ਨੂੰ 0 ਦੇ ਨਾਲ ਕਾਲ ਕਰੇਗਾ ਸੋ D ਮੈਥਡ ਨੂੰ ਬਾਰ-ਬਾਰ ਕਾਲ ਹੋ ਰਹੀ ਹੈ ਇੱਥੇ ਰਿਕਰਜਨ ਬਣ ਰਹੀ ਹੈ ਸੋ ਫਾਈਨਲੀ D ਜਦੋਂ ਰਿਟਰਨ ਕਰੇਗਾ ਤਾਂ ਉਹ M ਦੇ ਵਿੱਚ ਪਹੁੰਚੇਗਾ M ਦੇ ਵਿੱਚ ਫਰਦਰ ਅੱਗੇ ਕੋਈ ਵੀ ਕਾਲ ਨਹੀਂ ਹੈ ਫਿਰ ਆਪਣਾ ਪ੍ਰੋਗਰਾਮ ਜਿਹੜਾ ਹੈ ਫਿਨਿਸ਼ ਹੋਏਗਾ ਸੋ ਇਸ ਤੋਂ ਤੁਸੀਂ ਲੈਫਟ ਹੈਂਡ ਸਾਈਡ ਤੋਂ ਸਟਾਰਟ ਕਰਨਾ ਹੈ ਇੱਕ ਲਾਈਨ ਡਰਾ ਕਰੋਗੇ ਜਿੱਥੋਂ ਆਪਾਂ ਨੂੰ ਫਲੋ ਆਫ ਐਗਜ਼ੀਕਿਊਸ਼ਨ ਪਤਾ ਲੱਗੇਗਾ ਕਿ ਕਿਹੜਾ ਮੈਥਡ ਕਦੋਂ ਕਾਲ ਹੋਇਆ ਸੀ ਤੇ ਕਦੋਂ ਉਹ ਰਿਟਰਨ ਹੋ ਕੇ ਕਿਹੜੇ ਮੈਥਡ ਕੋਲ ਪਹੁੰਚੇਗਾ ਸੋ ਇਸ ਤਰ੍ਹਾਂ ਦੇ ਟਰੀ ਨੂੰ ਕ੍ਰੀਏਟ ਕਰਨਾ ਦਿਸ ਇਜ਼ ਕਾਲਡ tree of sub program calls so all these are the sub program a d b c what are these are the sub program of a main program so by creating this kind of diagram we can create whatever we get that is called tree of sub program calls so ਇੱਥੇ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ m ਨੇ a ਨੂੰ ਕਾਲ ਕੀਤਾ a ਨੇ b ਨੂੰ ਕਾਲ ਕੀਤਾ b ਨੇ a ਨੂੰ ਰਿਟਰਨ ਕੀਤਾ ਫਿਰ a ਨੇ c ਨੂੰ ਕਾਲ ਕੀਤਾ c ਨੇ d ਨੂੰ ਕਾਲ ਕੀਤਾ d ਨੇ c ਨੂੰ ਰਿਟਰਨ ਕੀਤਾ c ਨੇ a ਨੂੰ ਰਿਟਰਨ ਕੀਤਾ a ਨੇ ਫਾਈਨਲੀ m ਨੂੰ ਰਿਟਰਨ ਕੀਤਾ ਤਾਂ ਜਦੋਂ m ਕੋਲ ਪਹੁੰਚ ਗਿਆ m ਨੇ ਅੱਗੇ ਫਿਰ d ਨੂੰ ਕਾਲ ਕਰਨਾ ਹੈ ਫਿਰ d ਨੇ ਫਿਰ ਆਪਣੇ ਆਪ ਨੂੰ ਕਾਲ ਕਰਨਾ ਹੈ ਫਿਰ ਉਹਨੇ ਆਪਣੇ ਆਪ ਨੂੰ ਕਾਲ ਕਰਨਾ ਹੈ ਜਿਹੜੀ ਲਾਸਟ ਕਾਲ ਹੈ ਉਹਨੇ ਫਿਰ ਜਦੋਂ ਰਿਟਰਨ ਕਰਨਾ ਤਾਂ ਵਾਪਸ ਉਸ ਤੋਂ ਪਿਛਲੇ D ਮੈਥਡ ਨੂੰ ਹੀ ਰਿਟਰਨ ਕਰਨਾ ਹੈ ਫਿਰ ਉਸ ਤੋਂ ਪਿਛਲੇ D ਮੈਥਡ ਨੂੰ ਦੈਨ ਫਾਈਨਲੀ M ਮੈਥਡ ਕੋਲ ਆਏਗਾ ਕਿਉਂਕਿ M ਦੇ ਕੋਲ ਅੱਗੇ ਕੋਈ ਵੀ ਸਟੇਟਮੈਂਟ ਨਹੀਂ ਹੈ ਦੈਨ ਉਹ ਫਾਈਨਲੀ ਫਿਨਿਸ਼ ਹੋ ਜਾਏਗਾ ਸੋ ਤੁਹਾਡਾ ਪ੍ਰੋਗਰਾਮ ਜਿਹੜਾ ਹੈ ਇਸ ਤਰ੍ਹਾਂ ਕਰਕੇ ਚੱਲੇਗਾ ਸੋ ਦਿਸ ਇਜ਼ ਕਾਲਡ ਟਰੀ ਆਫ ਸਬ ਪ੍ਰੋਗਰਾਮ ਸੋ ਕਿਸੇ ਵੀ ਰਿਕਰਸਿਵ ਪ੍ਰੋਗਰਾਮ ਨੂੰ ਸਮਝਣ ਵਾਸਤੇ ਆਪਾਂ ਨੂੰ ਉਹਦਾ ਸਬ ਪ੍ਰੋਗਰਾਮ ਦਾ ਟਰੀ ਕ੍ਰੀਏਟ ਕਰਨਾ ਪਏਗਾ ਤਾਂ ਆਪਾਂ ਉਹਦੀ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹਾਂ ਕਿ ਉਸ ਰਿਕਰਸਿਵ ਪ੍ਰੋਗਰਾਮ ਦੀ ਆਊਟਪੁੱਟ ਕਿਵੇਂ ਆ ਰਹੀ ਹੈ तो उस तो बाद अपने को जो है नेक्स्ट के रिकर्जन ट्री दियां कुछ ਆਪਾਂ ਵਿਸ਼ੇਸ਼ਤਾਵਾਂ ਦੇਖ ਲਈ ਜਿਹੜਾ ਇਹ ਹੁਣੇ ਆਪਾਂ ਬਣਾਇਆ ਹੈ तो रिकर्जन ट्री is a tree of sub program calls that show recursive function calls ਇਸ ਟਰੀ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਰਿਕਰਸਿਵ ਫੰਕਸ਼ਨਸ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਬਣਨਗੀਆਂ ਜਿਹੜਾ ਪਿਛਲਾ ਟਰੀ ਸਟਰਕਚਰ ਸੀਗਾ ਉਹ ਜ਼ਰੂਰੀ ਨਹੀਂ ਕਿ ਰਿਕਰਜਨ ਦਾ ਹੀ ਬਣਾਉਣਾ ਹੈ ਆਪਾਂ ਕਿਸੇ ਵੀ ਮੈਥਡ ਦਾ ਜਿਹੜਾ ਕਿ ਸਬ ਪ੍ਰੋਗਰਾਮ ਦੇ ਵਿੱਚ ਡਿਵਾਈਡਡ ਹੋਇਆ ਹੈ ਮੈਥਡ ਦੇ ਵਿੱਚ ਫੰਕਸ਼ਨ ਦੇ ਵਿੱਚ ਡਿਵਾਈਡ ਹੋਇਆ ਹੋਇਆ ਫਰਦਰ ਤਾਂ ਕਿਸੇ ਵੀ ਪ੍ਰੋਗਰਾਮ ਦਾ ਆਪਾਂ ਉਹ ਜਿਹਾ ਟਰੀ ਫੰਕਸ਼ਨ ਕਾਲ ਦਾ ਟਰੀ ਬਣਾ ਸਕਦੇ ਹਾਂ ਤਾਂ ਫੰਕਸ਼ਨ ਕਾਲ ਦਾ ਟਰੀ ਉਸੇ ਤਰ੍ਹਾਂ ਉਸ ਟਰੀ ਦੀ ਇੱਕ ਸਪੈਸੀਫਿਕ ਫਾਰਮ ਹੈ ਦੈਟ ਇਜ਼ ਰਿਕਰਜਨ ਟਰੀ ਕੀ ਹੈ ਇਟ ਇਜ਼ ਟਰੀ ਆਫ ਸਬ ਪ੍ਰੋਗਰਾਮ ਕਾਲ ਜਿਹੜਾ ਕਿ ਰਿਕਰਸਿਵ ਫੰਕਸ਼ਨ ਨੂੰ ਸ਼ੋ ਕਰੇਗਾ ਜਿਹੜਾ ਕਿ ਰਿਕਰਸਿਵ ਫੰਕਸ਼ਨ ਨੂੰ ਡਿਸਪਲੇ ਕਰੇਗਾ ਕਿ ਉਹਨਾਂ ਦੀ ਕਾਲ ਕਿਸ ਤਰ੍ਹਾਂ ਹੋ ਰਹੀ ਹੈ ਸੋ ਆਪਾਂ ਨੂੰ ਇੱਥੇ ਜਿਹੜੀ ਧਿਆਨ ਦੇਣ ਵਾਲੀ ਗੱਲ ਹੈ
ਕਿ ਟਰੀ ਦੇ ਵਿੱਚ ਕਿ ਟਰੀ ਸ਼ੋਜ਼ ਦੀ ਕਾਜ਼ ਆਫ ਫੰਕਸ਼ਨ। ਇਸ ਟਰੀ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਫੰਕਸ਼ਨ ਦੀਆਂ ਕਾਲਸ ਕਿੱਦਾਂ ਕਿੱਦਾਂ ਹੋਈਆਂ, ਕਿਹੜੇ ਫੰਕਸ਼ਨ ਨੇ ਕਿਹਨੂੰ ਕਾਲ ਕੀਤਾ ਔਰ ਕਿੱਥੇ ਉਹ ਰਿਟਰਨ ਹੋਇਆ। ਦ ਫੰਕਸ਼ਨ ਕਾਲਡ ਫਰੋਮ ਓਨਲੀ ਵਨ ਪਲੇਸ, ਇੱਥੋਂ ਇਹ ਵੀ ਪਤਾ ਲੱਗਦਾ ਹੈ ਕਿ ਫੰਕਸ਼ਨ ਹਮੇਸ਼ਾ ਇੱਕ ਥਾਂ ਤੋਂ ਕਾਲ ਹੋਏਗਾ, ਬਟ ਵਿਦਿਨ ए ਲੂਪ, ਜੇ ਉਹ ਫੰਕਸ਼ਨ ਲੂਪ ਦੇ ਅੰਦਰ ਹੈ। ਫੋਰ ਐਗਜ਼ਾਮਪਲ ਜੇ ਮੈਂ ਇੱਥੇ ਲਿਖਦਾ ਕਿ ਫॉर i इज इक्वल टू 0, i ਲੈਸ ਦੈਨ 5, i ਪਲੱਸ ਪਲੱਸ, ਤੇ ਮੈਂ ਡੀ ਫੰਕਸ਼ਨ ਨੂੰ ਕਾਲ ਕਰ ਲਵਾਂ, ਠੀਕ ਹੈ। ਸੋ ਇਹਦਾ ਮਤਲਬ ਕੀ ਹੈ ਕਿ ਡੀ ਫੰਕਸ਼ਨ ਮੇਰਾ ਬਾਰ-ਬਾਰ ਕਾਲ ਹੋਏਗਾ। ਜੇ i ਦੀ ਵੈਲਿਊ 5 ਹੈ ਤਾਂ ਡੀ ਫੰਕਸ਼ਨ 5 ਵਾਰ ਕਾਲ ਹੋਏਗਾ। ਦੈਟ ਮੀਨਸ ਡੀ ਫੰਕਸ਼ਨ ਵਾਸਤੇ ਮੇਰੇ ਕੋਲ ਟਰੀ ਦੇ ਅੰਦਰ 5 ਡਿਫਰੈਂਟ ਨੋਡਸ ਕ੍ਰੀਏਟ ਹੋਣਗੀਆਂ, ਠੀਕ। ਸੋ ਐਵਰੀ ਕਾਲ ਜਿਹੜੀ ਕਿ ਲੂਪ ਦੇ ਅੰਦਰ ਹੈ ਉਹਨਾਂ ਵਾਸਤੇ ਆਪਾਂ separate node create ਕਰਾਂਗੇ। if a function is called from a conditional statement that is not executed, ਜੇ conditional statement ਦੀ condition ਇਸ ਤਰ੍ਹਾਂ ਦੀ ਹੈ ਕਿ ਉਹਦੇ ਅੰਦਰ condition false ਹੋ ਜਾਂਦੀ ਹੈ ਤਾਂ ਆਪਾਂ ਉਹਦੇ ਅੰਦਰ ਜੋ ਕੋਈ ਵੀ ਕਾਲ ਹੈਗੀ ਹੈ ਉਹ will not appear in the tree, ਤਾਂ ਉਹ ਟਰੀ ਦੇ ਅੰਦਰ ਕਿਸੇ ਵੀ ਨੋਡ ਦੀ ਫਾਰਮ ਦੇ ਵਿੱਚ ਅਪੀਅਰ ਨਹੀਂ ਹੋਏਗੀ, ਠੀਕ। ਸੋ ਆਪਾਂ ਨੂੰ ਇਹ ਦੋ ਚੀਜ਼ਾਂ ਧਿਆਨ 'ਚ ਰੱਖਣੀਆਂ ਹੈ ਕਿ ਜੇ ਕਾਲ ਕੰਡੀਸ਼ਨ ਦੇ ਅੰਦਰ ਹੈ ਤੇ ਕੰਡੀਸ਼ਨ ਟਰੂ ਹੈ, only then we will add the node for that particular call। ਜੇ ਉਹ ਟਰੀ ਦੇ ਆਪਣਾ ਕੰਡੀਸ਼ਨ ਦੇ ਅੰਦਰ ਹੈ ਔਰ ਕੰਡੀਸ਼ਨ ਫਾਲਸ ਹੋ ਜਾਂਦੀ ਹੈ ਫਿਰ ਆਪਾਂ ਉਹਦੇ ਕੋਰਸਪੋਂਡਿੰਗ ਕੋਈ ਵੀ ਨੋਡ ਕ੍ਰੀਏਟ ਨਹੀਂ ਕਰਾਂਗੇ। ਔਰ ਲੂਪ ਦੇ ਅੰਦਰ ਜੇ ਕਿਸੇ ਫੰਕਸ਼ਨ ਨੂੰ ਕਾਲ ਕਰ ਰਹੇ ਹਾਂ ਤਾਂ ਜਿੰਨੀ ਵਾਰੀ ਉਹ ਫੰਕਸ਼ਨ ਕਾਲ ਹੋਏਗਾ ਉਨੀ ਵਾਰੀ ਉਹਦੀਆਂ ਨੋਡਸ ਨਵੀਆਂ ਐਡ ਹੋਣਗੀਆਂ। ਤੇ ਟੋਟਲ ਨੰਬਰ ਆਫ ਫੰਕਸ਼ਨ ਕਾਲਸ ਕਿੰਨੀਆਂ ਹੋ ਗਈਆਂ, ਇਟ ਇਜ਼ ਪ੍ਰੋਪੋਰਸ਼ਨਲ ਟੂ ਦਾ ਟੋਟਲ ਨੰਬਰ ਆਫ ਨੋਡਸ ਆਫ ਦਾ ਰਿਕਰਜਨ ਟਰੀ। ਕਿੰਨੀਆਂ ਕਾਲਸ ਹੋਣਗੀਆਂ ਉਹ ਆਪਾਂ ਨੂੰ ਟੋਟਲ ਨੋਡ ਗਿਣ ਕੇ ਪਤਾ ਲੱਗ ਜਾਏਗਾ। ਫੋਰ ਐਗਜ਼ਾਮਪਲ ਜੇ ਆਪਾਂ ਇਹਦੀ ਗੱਲ ਕਰੀਏ ਇਸ ਟਰੀ ਦੀ ਤਾਂ ਇਸ ਟਰੀ ਦੇ ਟੋਟਲ ਨੰਬਰ ਆਫ ਕਾਲਸ ਕਿੰਨੀਆਂ ਪਈਆਂ ਉਹ ਡਿਪੈਂਡ ਕਰੇਗਾ ਕਿੰਨੀਆਂ ਨੋਡ ਹੈ, 1 2 3 4 5 6 7 8, ਤਾਂ 8 ਨੋਡ ਬਣੀਆਂ। ਤਾਂ ਇਸ ਟੋਟਲ ਪ੍ਰੋਗਰਾਮ ਦੇ ਟੋਟਲ 8 ਫੰਕਸ਼ਨ ਕਾਲਸ ਆਪਣੇ ਕੋਲ ਹੈਗੀਆਂ ਸੀ, ਠੀਕ। ਸੋ ਇਸੇ ਤਰ੍ਹਾਂ ਆਪਾਂ ਕਿਸੇ ਵੀ ਰਿਕਰਸਿਵ ਟਰੀ ਦਾ ਫਾਈਂਡ ਆਊਟ ਕਰ ਸਕਦੇ ਹਾਂ ਕਿ ਉਹਨੂੰ ਕਿੰਨੀਆਂ ਕਾਲਸ ਪੈਣਗੀਆਂ। that depends upon, that is proportional to the total number of nodes of the recursion tree। ਜਿੰਨੀਆਂ ਨੋਡ ਵਧੀ ਜਾਣਗੀਆਂ that means ਉਨੀ ਵਾਰੀ ਕਿਸੇ ਮੈਥਡ ਨੂੰ ਕਾਲ ਪਈ ਹੋਈ ਹੈ। so the total processing time is also related to the total number of nodes। ਜਿੰਨੀਆਂ ਨੋਡਸ ਵੱਧ ਹੋਣਗੀਆਂ ਉਹਨਾਂ ਪ੍ਰੋਸੈਸਿੰਗ ਟਾਈਮ ਵੀ ਵਧੇਗਾ। that means ਉਹ ਕਿਸੇ ਰਿਕਰਸਿਵ ਫੰਕਸ਼ਨ ਨੂੰ ਐਗਜ਼ੀਕਿਊਟ ਹੋਣ ਲਈ ਉਹਨਾਂ ਟਾਈਮ ਵੀ ਆਪਣਾ ਵੱਧ ਲੱਗੇਗਾ। storage space ਵੀ that is also related to the height of the tree। what is height of the tree ਕਿ tree ਦੇ ਵਿੱਚ ਕਿੰਨੇ ਲੈਵਲ ਬਣੇ ਹੋਏ ਨੇ। ਫੋਰ ਐਗਜ਼ਾਮਪਲ ਜੇ ਮੈਂ ਇਸ ਤਰ੍ਹਾਂ ਦਾ tree ਬਣਾਵਾਂ ਤਾਂ ਪਹਿਲਾ ਲੈਵਲ, ਦੂਸਰਾ ਲੈਵਲ, ਤੀਸਰਾ ਲੈਵਲ, ਚੌਥਾ ਲੈਵਲ। ਸੋ height of tree is 4 in this case। ਸੋ ਆਪਾਂ ਜਿਹੜੀ ਸਟੋਰੇਜ ਸਪੇਸ ਹੈ ਉਹ ਡਿਪੈਂਡ ਕਰਦੀ ਹੈ ਕਿ ਹਾਈਟ ਕਿੰਨੀ ਬਣੇਗੀ। ਜਿੰਨੀ ਹਾਈਟ ਵਧੇਗੀ ਉਨੀ ਆਪਾਂ ਨੂੰ ਸਟੋਰੇਜ ਸਪੇਸ ਜਿਹੜੀ ਆ ਉਹ ਜ਼ਿਆਦਾ ਚਾਹੀਦੀ ਹੋਏਗੀ। ਸਟੋਰੇਜ ਸਪੇਸ ਕਾਹਦੇ ਵਾਸਤੇ ਚਾਹੀਦੀ ਹੈ ਆਪਾਂ ਨੂੰ ਕਿ ਜਦੋਂ ਆਪਾਂ ਰਿਕਰਜਨ ਕਰਨੀ ਹੈ ਤਾਂ ਫੰਕਸ਼ਨ ਨੇ ਆਪਣੇ ਆਪ ਨੂੰ ਕਾਲ ਕਰਨਾ ਹੈ। ਜਦੋਂ ਆਪਣੇ ਆਪ ਨੂੰ ਕਾਲ ਕਰਨਾ ਹੈ ਤਾਂ ਆਪਣੇ ਕੋਲ ਦੋ ਫੰਕਸ਼ਨ ਹੁੰਦੇ, ਇੱਕ ਕਾਲਿੰਗ ਫੰਕਸ਼ਨ ਹੈ, ਇੱਕ ਕਾਲਡ ਫੰਕਸ਼ਨ ਹੈ, ਠੀਕ। ਸੋ ਕਾਲਿੰਗ ਫੰਕਸ਼ਨ ਦੀ ਜੋ ਸਟੇਟ ਹੈ that state need to be saved somewhere। ਤਾਂ ਉਹ ਜਿਹੜੀ ਸੇਵਿੰਗ ਹੈ ਉਹਦੇ ਵਾਸਤੇ ਆਪਾਂ ਨੂੰ ਮੈਮਰੀ ਚਾਹੀਦੀ ਹੈ। ਉਹ ਜਿਹੜੀ ਮੈਮਰੀ ਰਿਕੁਆਇਰਮੈਂਟ ਹੈ that also depends upon the height of the tree। ਸੋ ਇਸ ਤਰ੍ਹਾਂ ਕਰਕੇ ਕੁਝ ਪੁਆਇੰਟਸ ਜਿਹੜੇ ਨੇ ਆਪਣੇ ਕੋਲ ਰਿਕਰਜਨ ਟਰੀ ਦੇ ਬਾਰੇ ਨਿਕਲ ਕੇ ਆਉਂਦੇ ਆ। ਸੋ ਜਦੋਂ ਰਿਕਰਜਨ ਯੂਜ਼ ਕਾਦੇ ਲਈ ਕਰਨੀ ਹੈ, why we use recursion। so recursion ਦੇ ਲਈ ਇੱਕ ਜਿਹੜਾ ਫੇਮਸ ਜਿਹੜੀ ਗੱਲ ਹੈਗੀ ਹੈ that is divide and conquer, ਠੀਕ ਹੈ। ਡਿਵਾਈਡ ਐਂਡ ਕੰਕਰ ਇੱਕ ਇਹੋ ਜਿਹੀ ਟੈਕਨੀਕ ਹੈ ਜਿਹੜੀ ਕਿ ਐਲਗੋਰਿਦਮ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਵਾਸਤੇ ਯੂਜ਼ ਹੁੰਦੀ ਹੈ। ਸੋ ਡਿਵਾਈਡ ਐਂਡ ਕੰਕਰ ਮੀਨਸ ਕਿ ਜਿਵੇਂ ਆਪਣੇ ਬ੍ਰਿਟਿਸ਼ ਲੋਕਾਂ ਨੇ ਆਪਣੇ ਤੇ ਰਾਜ ਕੀਤਾ ਸੀ, ਅਗੇਨ ਉਹੀ ਟੈਕਨੀਕ ਕਿ ਪਾੜੋ ਤੇ ਰਾਜ ਕਰੋ, ਤੇ ਆਪਸ ਦੇ ਵਿੱਚ ਫੁੱਟ ਪਾਓ ਤੇ ਰਾਜ ਕਰੋ, ਠੀਕ ਹੈ। ਦੈਟ ਮੀਨਸ ਇਸੇ ਤਰ੍ਹਾਂ ਹੀ ਜਦੋਂ ਇੱਕ ਵੱਡੀ ਪ੍ਰੋਬਲਮ ਆ ਜਾਂਦੀ ਹੈ ਤਾਂ ਉਹਦੇ 'ਚ ਫੁੱਟ ਪਾਉਣ ਦਾ ਮਤਲਬ ਕੀ ਹੈ ਕਿ ਆਪਾਂ ਉਹਨੂੰ ਛੋਟੀਆਂ ਪ੍ਰੋਬਲਮ ਦੇ ਵਿੱਚ, ਸਬ ਪ੍ਰੋਬਲਮ ਦੇ ਵਿੱਚ ਡਿਵਾਈਡ ਕਰਾਂਗੇ। ਤਾਂ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਲਈ ਜਿਹੜੀ ਕਿ ਬਹੁਤ ਵੱਡੀ ਲੱਗਦੀ ਹੈ ਉਹਨੂੰ ਸੋਲਵ ਕਰਨ ਲਈ ਆਪਾਂ ਡਿਵਾਈਡ ਐਂਡ ਕੰਕਰ ਦਾ ਐਲਗੋਰਿਦਮ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਆਪਾਂ ਪ੍ਰੋਬਲਮ ਨੂੰ ਸਬ ਪ੍ਰੋਬਲਮ ਦੇ ਵਿੱਚ ਬ੍ਰੇਕ ਡਾਊਨ ਕਰਕੇ ਛੋਟੀਆਂ ਪ੍ਰੋਬਲਮ ਬਣਾ ਲੈਂਦੇ ਆ to obtain the answer to a large problem। the large problem is often reduced to one or more sub problems of a similar nature but a smaller size। ਆਪਾਂ ਉਹਨਾਂ ਦਾ ਸਾਈਜ਼ ਰਿਡਿਊਸ ਕਰਤਾ, ਜਦੋਂ ਸਾਈਜ਼ ਰਿਡਿਊਸ ਕਰਤਾ ਫਿਰ ਆਪਾਂ ਉਹਨਾਂ ਨੂੰ ਸੋਲਵ ਵੀ ਕਰ ਸਕਦੇ ਹਾਂ। so sub problems are further divided
ਉਹ ਜਿਹੜੀਆਂ ਆਪਣੇ ਸਬ ਪ੍ਰੋਬਲਮ ਬਣੀਆਂ ਉਹਨਾਂ ਨੂੰ ਫਿਰ ਡਿਵਾਈਡ ਕਰਤਾ, ਜੋ ਅੱਗੇ ਪ੍ਰੋਬਲਮ ਬਣੀਆਂ ਉਹਨਾਂ ਨੂੰ ਫਿਰ ਡਿਵਾਈਡ ਕਰਤਾ, ਕਰਦੇ ਕਰਦੇ ਅਲਟੀਮੇਟਲੀ ਸਾਈਜ਼ ਆਫ ਦਾ ਸਬ ਪ੍ਰੋਬਲਮ ਇਜ਼ ਰਿਡਿਊਸ ਟੂ ਦਾ ਸਮ ਸਮਾਲੈਸਟ ਬੇਸ ਕੇਸ। तो ये इंपॉर्टेंट है, इस चीज का तुसीं ध्यान रखना है, कदों तक आपां ने रिड्यूस करना है, जब तक अपना बेस केस नहीं आ जाता। तो आपां अपनी वड्डी प्रॉब्लम नूं तोड़ के छोटे हिस्से बना ले, उन्हां छोटे हिस्सों नूं तोड़ के फिर छोटे हिस्से बना ले, उन्हां नूं तोड़ के फिर छोटे हिस्से बना ले। ये प्रोसैस कदों तक करांगे, जब तक अपना बेस केस नहीं आ जाता। तो जदों बेस केस आ गया उत्थे आपां नूं अपना सोल्यूशन डायरैक्टली पता हुंदा है, आपां नूं उत्थे फर्दर ब्रेकडाउन करन दी लोड़ नहीं पैंदी। ठीक, जिवें कि आपां एक एग्जांपल लैके चलदे हां फैक्टोरियल ऑफ अ फंक्शन। फैक्टोरियल ऑफ फंक्शन इनफॉर्मल डेफिनेशन जिन्हां ने मैथ पढ़िया होएगा उन्हां नूं पता होएगा कि फंक्शन अपना फैक्टोरियल कड्ढण दा की फार्मूला है, n फैक्टोरियल इज n मल्टीप्लाई बाय n माइनस 1 मल्टीप्लाई बाय n माइनस 2 मल्टीप्लाई बाय, फॉर एग्जांपल जे मैं 5 दा फैक्टोरियल कड्ढना तां मैं करांगा 5 into 4 into 3 into 2 into 1 into इंटू नहीं आएगा, है ना। तो इस तरह करके ਆਪਾਂ 5 ਦਾ ਫੈਕਟੋਰੀਅਲ ਕੱਢਾਂਗੇ ਕਿ ਮੇਰਾ ਜਿਹੜਾ ओरिजिनल वैल्यू सी ਉਹਨੂੰ ਮੈਂ ਉਹ ਤੋਂ 1 ਮਾਈਨਸ ਕਰਕੇ ਜਿਹੜੀ ਇਹਨੂੰ ਕੱਢਣਾ ਹੈ, ਅੱਗੇ ਫਿਰ ਇੱਕ ਮਾਈਨਸ ਕਰਕੇ, ਅੱਗੇ ਫਿਰ ਇੱਕ ਮਾਈਨਸ ਕਰਕੇ, तो एक एक वैल्यू मैं ਘਟਾਈ ਜਾ ਰਿਹਾ। ਤੇ ਇਹ ਮੇਰਾ ਫੈਕਟੋਰੀਅਲ ਦਾ ਫੰਕਸ਼ਨ ਹੈ ਜਿਹੜਾ ਕਿ ਮੈਥਮੈਟੀਕਲ ਹੈ। ਮੈਥਮੈਟਿਕਲੀ ਇਹਨੂੰ ਕਿਵੇਂ ਕੈਲਕੂਲੇਟ ਕਰਨਾ ਹੈ, ਬਟ ਪ੍ਰੋਗਰਾਮੈਟਿਕਲੀ ਜੇ ਆਪਾਂ ਕੈਲਕੂਲੇਟ ਕਰਨਾ ਹੋਵੇ ਤਾਂ ਆਪਾਂ n ਫੈਕਟੋਰੀਅਲ ਕੱਢਾਂਗੇ ਕਿ n ਦੀ ਫੈਕਟੋਰੀਅਲ ਦੀ ਵੈਲਿਊ ਜਦੋਂ ਹੋਏਗੀ ਉਹ 1 ਹੋਏਗੀ, ਕਦੋਂ, ਜਦੋਂ n ਦੀ ਵੈਲਿਊ 0 ਹੋਏਗੀ, दैट मींस 0 फैक्टोरियल इज 1, अदरवाइज n ਦੀ ਵੈਲਿਊ ਕਿੰਨੀ ਹੋਏਗੀ, ਆਪਣਾ n ਫੈਕਟੋਰੀਅਲ ਦੀ ਵੈਲਿਊ ਕਿੰਨੀ ਹੋਏਗੀ, n ਮਲਟੀਪਲਾਈ ਬਾय n ਮਾਈਨਸ 1 ਫੈਕਟੋਰੀਅਲ। ਠੀਕ, ਸੋ ਜੇ ਇਹਨੂੰ ਤੁਸੀਂ ਧਿਆਨ ਨਾਲ ਦੇਖੋ ਇਸ ਲਾਈਨ ਨੂੰ, ਤਾਂ 4 ਫੈਕਟੋਰੀਅਲ ਕੀ ਹੈ, ਇਟ ਇਜ਼ 4 into 3 into 2 into 1, ਤਾਂ 4 ਫੈਕਟੋਰੀਅਲ ਜਿਹੜੀ ਕਿ ਆਹ ਵਾਲੀ ਟਰਮ ਹੈ। ठीक है, तो 4 फैक्टोरियल इनू 5 फैक्टोरियल जे आपां लिखना है तो आपां लिख सकते हैं 5 मल्टीप्लाई बाय 4 फैक्टोरियल। हुण 4 फैक्टोरियल की है, 4 मल्टीप्लाई बाय 3 फैक्टोरियल। 3 फैक्टोरियल की है, 3 मल्टीप्लाई बाय 2 फैक्टोरियल। एक ही है 2 मल्टीप्लाई बाय 1 फैक्टोरियल, एक ही है 1 मल्टीप्लाई बाय 0 फैक्टोरियल। हुण 0 फैक्टोरियल का आंसर आपां नूं पता है, we know that 0 factorial is 1 as per this definition। if n is equal to 0 then n factorial is 1। ठीक, सो जे n ਦੀ ਵੈਲਿਊ 0 ਹੈ ਤਾਂ n ਫੈਕਟੋਰੀਅਲ ਆਪਣੇ ਕੋਲ 1 ਹੈ। ਇਹਦਾ ਆਨਸਰ ਆਪਾਂ ਨੂੰ ਪਤਾ ਹੈ, ਇਹਨੂੰ ਫਰਦਰ ਅੱਗੇ ਫੈਕਟੋਰੀਅਲ ਚ ਡਿਵਾਈਡ ਕਰਨ ਦੀ ਲੋੜ ਨਹੀਂ ਹੈ। ਸੋ 0 ਫੈਕਟੋਰੀਅਲ ਇਜ਼ 1, ਆਪਾਂ 1 ਮਲਟੀਪਲਾਈ ਬਾय 1, ਇੱਥੇ 1 ਫੈਕਟੋਰੀਅਲ ਆਪਣਾ ਆਨਸਰ ਆ ਗਿਆ 1, 1 ਮਲਟੀਪਲਾਈ ਬਾय 2, 2 ਫੈਕਟੋਰੀਅਲ ਆਨਸਰ ਆ ਗਿਆ 2, 2 ਮਲਟੀਪਲਾਈ ਬਾय 3, 3 फैक्टोरियल आंसर आ गया 6, 6 मल्टीप्लाई बाय 4, 4 फैक्टोरियल का आंसर आ गया 24। ठीक है, 24 into 5 हो गया 120। 5 फैक्टोरियल का आंसर अपने को इस तरह करके आ गया 120। सो जे आप 5 फैक्टोरियल फाइंड आउट करना सी तो आप 4 फैक्टोरियल कढ़िया, 4 फैक्टोरियल फाइंड आउट करना सी तो आपको 3 फैक्टोरियल चाहिए। जे अपने को 3 फैक्टोरियल का आंसर आ जाए तो आप 4 फैक्टोरियल कढ़ सकते हैं। 3 फैक्टोरियल का आंसर लैन लिए आपको 2 फैक्टोरियल चाहिए, 2 फैक्टोरियल का आंसर आ जाए तो आप 3 फैक्टोरियल कढ़ सकते हैं। सो इस तरह करते करते आप अपनी प्रॉब्लम ਨੂੰ फर्दर अगे डिवाइड करते जा रहे हैं। ठीक, तो इस तरह करके ਆਪਾਂ ਇਹ ਫੈਕਟੋਰੀਅਲ ਦੀ ਪ੍ਰੋਬਲਮ ਜਿਹੜੀ ਹੈ ਇਹਨੂੰ ਸੋਲਵ ਕਰਾਂਗੇ। ਜੇ ਤੁਸੀਂ ਇਹਨੂੰ ਹੁਣ ਧਿਆਨ ਨਾਲ ਦੇਖੋ ਤਾਂ ਆਪਾਂ ਫੈਕਟੋਰੀਅਲ ਦੀ ਪ੍ਰੋਬਲਮ ਨੂੰ ਕਿਵੇਂ ਸੋਲਵ ਕੀਤਾ ਕਿ ਆਪਾਂ ਜੇ 4 ਫੈਕਟੋਰੀਅਲ ਫਾਈਂਡ ਆਊਟ ਕਰਨਾ ਹੈ ਤਾਂ 4 ਫੈਕਟੋਰੀਅਲ ਇਜ਼ n into n माइनस 1 ਜਿਹੜਾ ਆ ਰੂਲ ਹੈ, ਕਿਉਂਕਿ n ਦੀ ਵੈਲਿਊ 4 ਤੋਂ ਆਪਣਾ 0 ਤੋਂ ਵੱਧ ਹੈ, that is 4, ਤਾਂ ਆਪਾਂ 4 ਦਾ ਫੈਕਟੋਰੀਅਲ ਕਿਵੇਂ ਕੱਢਾਂਗੇ, 4 ਦਾ ਫੈਕਟੋਰੀਅਲ is equal to 4 multiply by 4 minus 1 that is equal to 3। तो आ ਜਿਹੜੀ ਪਹਿਲੀ ਲਾਈਨ ਲਿਖੀ ਹੈ ਅੱਗੇ ਫੈਕਟੋਰੀਅਲ ਵੀ ਹੈ। ਠੀਕ ਹੈ, तो 4 into 3 फैक्टोरियल। ਹੁਣ 3 फैक्टोरियल ਕਿਵੇਂ ਨਿਕਲੇਗਾ, 3 into 2 फैक्टोरियल, सेम वही रूल, आही रूल लगेगा। ठीक है, फिर अगे 2 फैक्टोरियल किवें निकलेगा, फिर वही रूल, बिकॉज वैल्यू ऑफ 2 इज मोर देन 0, फिर वही रूल लगेगा। फिर 1 फैक्टोरियल किवें लगेगा, अगेन 1 इज मोर देन 0, फिर यही रूल लग गया 1 into 0 फैक्टोरियल। जो 0 फैक्टोरियल आया तो जो n की वैल्यू 0 होगी तो n फैक्टोरियल की डेफिनेशन की है, इट इज द वैल्यू इज 1। हुण तुसीं देखो इस केस दे विच देयर इज, इन्हें अपने आप नूं कॉल नहीं कीता, देयर इज नो रिकर्सिव कॉल।
ओके, तो इस केस ਦੇ ਵਿੱਚ ਰਿਕਰਸਿਵ ਕਾਲ ਹੋ ਰਹੀ ਹੈ, ਇਸ ਕੇਸ ਦੇ ਵਿੱਚ ਰਿਕਰਸਿਵ ਕਾਲ ਨਹੀਂ ਹੋ ਰਹੀ। ਸੋ ਇਸ ਤੋਂ ਇੱਥੇ ਕੀ ਹੋਏਗਾ, ਇੱਥੇ ਆਪਣੇ ਕੋਲ 1 into 1 ਆਨਸਰ 1 ਆ ਜਾਏਗਾ। ਠੀਕ, ਉਹਨੂੰ ਯੂਜ਼ ਕਰਾਂਗੇ ਆਪਾਂ 2 into 1 ਕੈਲਕੂਲੇਟ ਕਰਨ ਲਈ, ਇਹਨੂੰ ਯੂਜ਼ ਕਰਾਂਗੇ ਅੱਗਾ 3 into 2 ਕੈਲਕੂਲੇਟ ਕਰਨ ਲਈ, ਇਹਨੂੰ ਯੂਜ਼ ਕਰਾਂਗੇ ਆਪਾਂ 4 into 6 ਕੈਲਕੂਲੇਟ ਕਰਨ ਲਈ, ਜਿਹਦੇ ਨਾਲ ਆਪਣੇ ਕੋਲ ਫਾਈਨਲ ਆਨਸਰ 24 ਆਏਗਾ। तो इस सारी सिचुएशन ਦੇ ਵਿੱਚੋਂ ਆਪਾਂ ਨੂੰ ਦੋ ਗੱਲਾਂ ਜਿਹੜੀਆਂ ਧਿਆਨ ਦੇ ਵਿੱਚ ਆ ਰਹੀਆਂ ਨੇ। ਪਹਿਲੀ ਗੱਲ ਕਿ ਆਪਾਂ ਡਿਵਾਈਡ ਕਦ ਤੱਕ ਕਰਨਾ ਹੈ, ਉਹ ਬੇਸ ਕੇਸ, ਆਪਾਂ ਨੂੰ ਬੇਸ ਕੇਸ ਆਇਡੈਂਟੀਫਾਈ ਕਰਨਾ ਪਏਗਾ। ਠੀਕ, ਸੈਕਿੰਡ ਕਿ ਜਿਹੜੀਆਂ ਰਿਕਰਸਿਵ ਕਾਲਸ ਹੈ, ਰਿਕਰਸਿਵ ਜਦੋਂ ਵੀ ਆਪਾਂ ਰਿਕਰਸਿਵ ਕਾਲ ਕੀਤੀਆਂ ਤਾਂ ਉਹ ਉਹਨਾਂ ਦੇ ਵਿੱਚ ਕੀ ਕੀਤਾ ਆਪਾਂ ਨੇ ਪ੍ਰੋਬਲਮ ਦੀ ਸਾਈਜ਼ ਨੂੰ ਰਿਡਿਊਸ ਕੀਤਾ। we are reducing the problem size। ठीक है, सो ये जी रिडक्शन है ये जरूरी है। जे तुसीं इहनूं रिड्यूस नहीं करोगे अपनी प्रॉब्लम साइज नूं तां तुसीं बेस केस ते नहीं पहुंच पाओगे। जे तुसीं बेस केस ते नहीं पहुंच पाओगे तां तुहाडे प्रोग्राम ने टर्मिनेट ही नहीं होना, क्योंकि बेस केस तक पहुंचोगे तां ही वो अपने आप नूं कॉल नहीं करेगा। तो बेस केस मीनस वो वाला केस जिथे उन्हें अपने आप नूं कॉल नहीं करना। एक केस घट्टो घट्ट तुहाडे प्रोग्राम दे विच इहो जिहा होना चाहिए जिथे फंक्शन अपने आप नूं कॉल नहीं करेगा। तो जे तुसीं बेस केस नहीं रखिया अपने प्रोग्राम दे विच तां तुहाडा प्रोग्राम अपने आप नूं कॉल करता रहेगा, अल्टीमेटली प्रोग्राम क्रैश हो जाएगा। क्रैश क्यों हो जाएगा? क्योंकि हर कॉल दे विच उन्हें अपनी जिहड़ी स्टेट है उन्होंने सेव करना है। जदों स्टेट सेव करनी है दैन वी नीड अ मैमरी। तो जे आपां उन्होंने स्टेट सेव वाले प्रोसैस नूं रोकांगे नहीं किते तां आपां मैमरी नूं फिल करते जावांगे, अल्टीमेटली अपनी मैमरी फुल हो जाएगी। जदों मैमरी फुल होगी फरदर कोई भी स्टेट आपां सेव नहीं कर पावांगे, उस जगह ते जाके अपना प्रोग्राम क्रैश हो जाएगा, टर्मिनेट हो जाएगा। ऑपरेटिंग सिस्टम कहेगा कि तुहाडे प्रोग्राम नूं होर मैमरी नहीं मिलनी, इहनूं बंद किया जाए। तो ऑपरेटिंग सिस्टम तुहाडे प्रोग्राम नूं टर्मिनेट कर देगा। सो सब तो पहली गल की चीज़ जरूरी है कि बेस केस का होना तुहाडे प्रोग्राम दे विच बहुत जरूरी है। रिकर्सिव प्रोग्राम जे तुसीं बेस केस नहीं बनाओगे तुहाडा प्रोग्राम क्रैश हो जाएगा। सैकेंड जी गल ध्यान च रखने वाली है कि जदों भी रिकर्सिव कॉल करनी है तो वह कॉल हमेशा प्रॉब्लम साइज नूं रिड्यूस करती होनी चाहिए है। तो जे तुहाडी कॉल प्रॉब्लम साइज नूं रिड्यूस नहीं करेगी तां भी तुहाडा बेस केस तक पहुंचना मुश्किल हो जाएगा। तां भी जे बेस केस च नहीं पहुंचेगा तो तुहाडा प्रोग्राम अल्टीमेटली मैमरी नूं फिल करता जाएगा तो अल्टीमेटली जाके उन्हें क्रैश हो जाना। तो इस तरह करके ये दो चीज़ां जिहड़ियां ने ये बहुत जरूरी ने। तुहाडे किसी भी प्रोग्राम दे विच बेस केस का होना जरूरी है। तुहाडा प्रोग्राम बेस केस वाल वधना जरूरी है। बेस केस वाल किवें वधेगा? अपनी प्रॉब्लम साइज नूं चेंज करके। तो every recursive process consists of two parts: a smallest base case that is processed without recursion। ये चीज इंपॉर्टेंट है। बेस केस recursion नहीं होएगी। a general method that reduces a particular case to one or more of the smaller cases। ਤਾਂ ਇੱਕ ਮੈਥਡ ਇਹ ਜਿਹਾ ਹੋਏਗਾ ਜਿਹੜਾ ਕਿ ਤੁਹਾਡੇ पर्टिकुलर किसी भी जो भी केस उत्थे आ गया उस केस ਨੂੰ ਇੱਕ ਜਾਂ ਇੱਕ ਤੋਂ ਵੱਧ ਹਿੱਸਿਆਂ ਦੇ ਵਿੱਚ ਤੋੜੇਗਾ। so thereby eventually reducing the problem all the way to the base case। ਇਹਦੇ ਨਾਲ ਕੀ ਹੋਏਗਾ ਕਿ ਪ੍ਰੋਬਲਮ ਰਿਡਿਊਸ ਹੋ ਕੇ ਹੌਲੀ ਹੌਲੀ ਬੇਸ ਕੇਸ ਵੱਲ ਵਧੇਗੀ। ठीक है, तो ये दो चीज़ां तुसीं हमेशा ध्यान रखनियां ने रिकर्सिव फंक्शन जदों भी आपां क्रिएट करने ने। डू नॉट ट्राई टू अंडरस्टैंड अ रिकर्सिव एल्गोरिथम बाय वर्किंग द जनरल केस। कदे भी जनरल केस नूं लैके आपां रिकर्जन दा एल्गोरिथम ट्राई नहीं करना चाहिए। इट मे बी हैल्पफुल टू वर्क ऑन ए स्मॉल एग्जांपल। फॉर एग्जांपल जे मैं 50 फैक्टोरियल कढना सीगा तां मैं ये नहीं देखना भी 50 फैक्टोरियल नूं मैं किवें डिवाइड करां। मैं पहलां ये देखांगा कि 2 फैक्टोरियल जे मैं कढना फिर की करना पैंदा है, जे मैं 3 फैक्टोरियल कढना फिर की करना पैंदा है। तो लार्जर केस तो स्टार्ट करन दी बजाय स्मॉलर केस तो स्टार्ट करके आपां कोशिश करांगे कि जे मैं 2 फैक्टोरियल दा बना सकदा तां फिर मैं देखांगा कि मैं उन्होंने एक्सटेंड कर सकदा जां कि मैं उन्होंने जनरलाइज किया जा सकदा है। तो ये चीज़ां जिहड़ियां ने बाय हिट एंड ट्रायल जां बाय प्रैक्टिस आंदियां ने, इन्हां वास्ते आपां नूं थोड़ी जी काली नहीं करनी चाहिए। तो हमेशा कोशिश की है, जनरल गाइडलाइंस की ने कि डू नॉट ट्राई टू अंडरस्टैंड अ रिकर्सिव एल्गोरिथम बाय वर्किंग ऑन द जनरल केस। की करना चाहिए? वी शुड वर्क ऑन अ स्मॉल एग्जांपल फर्स्ट एंड चेक इफ द सॉल्यूशन इज वर्किंग और नॉट। ये सॉल्यूशन काम नहीं कर रहा है फिर अपन कोई और तरीका लभना चाहिए है। ठीक, तो इंस्टेड ऑफ थिंकिंग
instead of only thinking about the correctness of the base case and the recursive case। ठीक है, ਆਪਾਂ ਨੂੰ ਕੀ ਸੋਚਣਾ ਹੈ, ਆਪਾਂ ਨੂੰ ਪ੍ਰੋਬਲਮ ਸਾਈਜ਼ ਬਾਰੇ ਨਹੀਂ ਸੋਚਣਾ ਹੈਗਾ, ਆਪਾਂ ਨੂੰ ਇਹ ਸੋਚਣਾ ਹੈ ਕਿ ਬੇਸ ਕੇਸ ਠੀਕ ਹੈ। ਜੇ ਆਪਣਾ ਬੇਸ ਕੇਸ ਠੀਕ ਹੋਏਗਾ, ਬੇਸ ਕੇਸ ਠੀਕ ਹੋਣ ਦਾ ਮਤਲਬ ਕੀ ਹੈ ਕਿ ਬੇਸ ਕੇਸ ਦੇ ਵਿੱਚ ਉਹ ਆਪਣੇ ਆਪ ਨੂੰ ਕਾਲ ਨਹੀਂ ਕਰਨਾ ਚਾਹੀਦਾ। ਤੇ ਸੈਕੰਡਲੀ ਆਪਾਂ ਇਹ ਸੋਚਣਾ ਹੈ ਕਿ ਉਸ ਬੇਸ ਕੇਸ ਤੱਕ ਪਹੁੰਚਣਾ ਕਿਵੇਂ ਹੈ। तो पहुंचण वास्ते भी ਆਪਾਂ ਨੂੰ ਚਾਹੀਦਾ ਹੋਏਗਾ ਇੱਕ ਮੈਥਡ ਜਿਹੜਾ ਕਿ ਆਪਣੀ ਪ੍ਰੋਬਲਮ ਸਾਈਜ਼ ਨੂੰ ਛੋਟਾ ਕਰਦਾ ਹੋਏਗਾ। ਸੋ ਵੀ ਹੈਵ ਟੂ ਥਿੰਕ ਅਬਾਊਟ ਦਾ ਕਰੈਕਟਨੈਸ ਆਫ ਦੀ ਬੇਸ ਕੇਸ ਐਂਡ ਦਾ ਰਿਕਰਸਿਵ ਕੇਸਿਸ। ਜਿਹੜੇ ਰਿਕਰਸਿਵ ਕੇਸਿਸ ਨੇ ਉਹ ਠੀਕ ਹੈਗੇ ਆ, ਬੇਸ ਕੇਸ ਠੀਕ ਹੈ, ਫਿਰ ਆਪਣਾ ਰਿਕਰਸਿਵ ਪ੍ਰੋਗਰਾਮ ਜਿਹੜਾ ਹੈ ਉਹ ਠੀਕ ਬਣੇਗਾ। ਇਫ ਦੇ ਆਰ ਕਰੈਕਟ ਦੈਨ ਦ ਰਿਕਰਸਿਵ ਐਲਗੋਰਿਥਮ ਸ਼ੁਡ ਆਲਸੋ ਬੀ ਕਰੈਕਟ। this is example again of a factorial function ਜਿਹੜਾ ਕਿ ਆਪਾਂ ਹੁਣੇ ਮੈਥਮੈਟੀਕਲ ਫਾਰਮ ਦੇਖੀ ਸੀ ਔਰ ਇੱਕ ਐਗਜ਼ਾਮਪਲ ਦੇਖੀ ਸੀ। ਹੁਣ ਪ੍ਰੋਗਰਾਮੈਟਿਕਲੀ ਆਪਾਂ ਲਿਖਾਂਗੇ ਫੈਕਟੋਰੀਅਲ, it will accept one value integer number। ਆਪਾਂ ਇਹ ਚੈੱਕ ਕਰਾਂਗੇ if integer number is equal to 0 ਤਾਂ ਆਪਾਂ ਰਿਟਰਨ ਕਰਾਂਗੇ 1, ਨਹੀਂ ਤਾਂ ਰਿਟਰਨ ਕਰਾਂਗੇ n ਜੋ ਵੀ ਇਹ ਵੈਲਿਊ ਆਈ ਸੀ ਮਲਟੀਪਲਾਈ ਬਾਏ ਆਪਣੇ ਆਪ ਨੂੰ ਕਾਲ ਕਰੇਗਾ ਵਿਦ ਸਮਾਲਰ ਵੈਲਿਊ। ਸਮਾਲਰ ਵੈਲਿਊ ਕਿਵੇਂ ਕੈਲਕੂਲੇਟ ਹੋਏਗੀ, n-1 ਕਰਕੇ। तो इस तरह करके आप अपना रिकर्सिव फंक्शन ड्रॉ कर सकते हैं ਜਿਹੜੇ ਕਿ ਸੇਮ ਇਸ ਕੋਡ ਤੋਂ ਜਨਰੇਟ ਹੋਇਆ ਹੋਇਆ। ਸੋ ਦਿਸ ਇਜ਼ ਦਾ ਫਾਰਮਲ ਡੈਫੀਨੇਸ਼ਨ ਜਿਹਨੂੰ ਆਪਾਂ ਕੋਡ ਦੇ ਵਿੱਚ ਕਨਵਰਟ ਕੀਤਾ ਹੈ ਕਿ ਆਪਾਂ ਫੈਕਟੋਰੀਅਲ ਐਂਡ ਦਿਸ ਇਜ਼ ਅ ਫੰਕਸ਼ਨ it will return 1 if n is equal to 0। so ਇਹਨੂੰ ਆਪਾਂ ਕੰਡੀਸ਼ਨ ਦੇ ਵਿੱਚ ਪਾਤਾ, else ਪਾਰਟ ਦੇ ਵਿੱਚ ਆਪਾਂ ਆ ਵਾਲੀ ਚੀਜ਼ ਨੂੰ ਕਾਲ ਕਰ ਲਾਂਗੇ n into n-1 ਫੈਕਟੋਰੀਅਲ। ਸੋ ਆਪਾਂ ਫੈਕਟੋਰੀਅਲ ਨਾਮ ਦਾ ਮੈਥਡ ਬਣਾਇਆ ਤੇ ਉਸੇ ਨੂੰ ਆਪਾਂ ਕਾਲ ਕਰਤਾ। ਆਈ ਹੋਪ ਕਿ ਇਹ ਫੰਕਸ਼ਨ ਸਾਰਿਆਂ ਨੂੰ ਕਲੀਅਰ ਹੋਏਗਾ ਕਿਉਂਕਿ ਇਹ ਫੰਕਸ਼ਨ ਇੰਨਾ ਕੁ ਕਾਮਨ ਹੈ ਕਿ ਪਹਿਲੀ ਕਲਾਸ ਤੋਂ ਹੀ ਸ਼ੁਰੂ ਹੋ ਜਾਂਦਾ। ਆਪਾਂ ਪਹਿਲੀ ਕਲਾਸ ਵੀ ਪੜ੍ਹਦੇ ਹਾਂ, ਸੀ ਦੇ ਵਿੱਚ ਵੀ ਪੜ੍ਹਦੇ ਹਾਂ, C++ ਵੀ ਪੜ੍ਹਦੇ ਹਾਂ, ਜਾਵਾ 'ਚ ਵੀ ਪੜ੍ਹਦੇ ਹਾਂ। ਸੋ ਇਹ ਕੇਸ ਬਹੁਤ ਹੀ ਈਜ਼ੀ ਕੇਸ ਔਰ ਪਹਿਲਾ ਕੇਸ ਹੈ। ਟਾਵਰ ਆਫ ਹੈਨੋਈ ਦੀ ਪ੍ਰੋਬਲਮ ਬੜੀ ਫੇਮਸ ਪ੍ਰੋਬਲਮ ਹੈ ਜਿਹੜੀ ਕਿ ਜਨਰਲੀ ਪੇਪਰ ਦੇ ਵਿੱਚ ਐਗਜ਼ਾਮ ਦੇ ਵਿੱਚ ਆ ਜਾਂਦਾ। ਟਾਵਰ ਆਫ ਹੈਨੋਈ ਦਾ ਪ੍ਰੋਗਰਾਮ ਬਣਾਉਣ ਵਾਸਤੇ ਇਟ ਇਜ਼ ਵੈਰੀ ਫੇਮਸ ਰਿਕਰਸਿਵ ਪ੍ਰੋਬਲਮ। ਇਹਨੂੰ ਰਿਕਰਜਨ, ਇਹਨੂੰ ਦੇਖੋ ਫੋਰ ਲੂਪ ਦੇ ਨਾਲ ਵੀ ਆਪਾਂ ਇਹਨੂੰ ਸੋਲਵ ਕਰ ਸਕਦੇ ਹਾਂ ਔਰ ਰਿਕਰਜਨ ਦੇ ਨਾਲ ਵੀ ਇਹ ਚੀਜ਼ ਸੋਲਵ ਹੋ ਸਕਦੀ ਹੈ। ਜਿੰਨੇ ਵੀ ਰਿਕਰਸਿਵ ਪ੍ਰੋਗਰਾਮ ਆ ਉਹ ਸਾਰੇ ਲੂਪ ਦੇ ਵਿੱਚ ਵੀ ਕਨਵਰਟ ਹੋ ਸਕਦੇ ਨੇ, ਜਿੰਨੇ ਲੂਪ ਵਾਲੇ ਪ੍ਰੋਗਰਾਮ ਆ ਸਾਰੇ ਰਿਕਰਜਨ ਦੇ ਵਿੱਚ ਵੀ ਕਨਵਰਟ ਹੋ ਸਕਦੇ ਆ। ਬਟ ਕੁਝ ਮੈਥਡ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਪ੍ਰੋਬਲਮ ਸਟੇਟਮੈਂਟ ਹੀ ਇਹੋ ਜਿਹੀ ਹੁੰਦੀ ਹੈ ਜਿਹੜੀ ਕਿ ਆਪਾਂ ਨੂੰ ਸਟੇਟਮੈਂਟ ਦੇਖ ਕੇ ਲੱਗਦਾ ਹੈ ਕਿ ਇਹਨੂੰ ਰਿਕਰਜਨ ਦੇ ਨਾਲ ਸੋਲਵ ਕਰਨਾ ਹੀ ਸੌਖਾ ਰਹੇਗਾ ਬਜਾਏ ਕਿ ਆਪਾਂ ਲੂਪਿੰਗ ਸਟੇਟਮੈਂਟ ਦੇ ਨਾਲ ਉਹਨੂੰ ਸੋਲਵ ਕਰੀਏ। ਠੀਕ, ਸੋ ਗੁੱਡ ਐਗਜ਼ਾਮਪਲ ਆਫ ਸੋਲਵਿੰਗ ਅ ਬਿਗ ਪ੍ਰੋਬਲਮ using divide and conquer and recursion technology is the tower of hanoi। so tower hanoi tower ਕੀ ਹੈ ਕਿ ਆਪਾਂ ਆਪਣੇ ਕੋਲ 3 ਟਾਵਰ ਦਿੱਤੇ ਹੋਏ ਨੇ, ਟਾਵਰ ਨੰਬਰ 1, ਟਾਵਰ ਨੰਬਰ 2 ਐਂਡ ਟਾਵਰ ਨੰਬਰ 3। ਆਪਾਂ ਮੂਵ ਕਰਨਾ ਹੈ ਇੱਕ ਪਲੇਟ ਨੂੰ ਦੂਸਰੇ ਟਾਵਰ ਦੇ ਵਿੱਚ। ਸੀਕੁਐਂਸ ਜੋ ਇਹਨਾਂ ਦਾ ਹੈ ਉਹ ਇਸੇ ਤਰ੍ਹਾਂ ਹੀ ਰਹੇਗਾ। ਦੈਟ ਮੀਨਸ ਲਾਰਜੈਸਟ ਪਲੇਟ ਸਭ ਤੋਂ ਨੀਚੇ ਹੋਏਗੀ, ਸਮਾਲੈਸਟ ਪਲੇਟ ਸਭ ਤੋਂ ਉੱਪਰ ਹੋਏਗੀ। ਔਰ ਇਸ ਪ੍ਰੋਸੈਸ ਨੂੰ ਕਰਨ ਵਾਸਤੇ ਆਪਾਂ ਇੱਕ ਟੈਂਪਰੇਰੀ ਟਾਵਰ ਦੀ ਹੈਲਪ ਲੈ ਸਕਦੇ ਹਾਂ। ਫੋਰ ਐਗਜ਼ਾਮਪਲ ਜੇ ਮੈਂ ਇਸ ਪਲੇਟ ਨੂੰ ਇੱਥੋਂ ਚੱਕ ਕੇ ਥਰਡ ਟਾਵਰ ਦੇ ਵਿੱਚ ਇਸੇ ਸੀਕੁਐਂਸ ਦੇ ਵਿੱਚ ਲਗਾਉਣਾ ਹੈ, ਠੀਕ ਹੈ, ਇਸੇ ਸੀਕੁਐਂਸ ਦੇ ਵਿੱਚ ਲਗਾਉਣਾ ਹੈ ਤਾਂ ਮੈਂ ਇੱਕ ਹੋਰ ਟਾਵਰ ਸੈਕਿੰਡ ਟਾਵਰ ਨੂੰ ਐਕਸਟਰਾ ਟੈਂਪਰੇਰੀ ਟਾਵਰ ਨੂੰ ਯੂਜ਼ ਕਰਕੇ ਇਹ ਪ੍ਰੋਸੈਸ ਕਰ ਸਕਦਾ। ਦੈਟ ਇਜ਼ ਅਲਾਉਡ। ਤਾਂ ਹੁਣ ਜੇ ਇਸ ਤਰ੍ਹਾਂ ਕਰਨਾ ਹੋਵੇ ਤਾਂ ਇਹਦਾ ਸੋਲੂਸ਼ਨ, ਇਹ ਤੁਸੀਂ ਪ੍ਰੋਬਲਮ ਸਮਝੀ ਹੋਈ ਹੈ, ਪਹਿਲਾਂ ਸੁਣੀ ਹੋਈ ਹੈ ਕਦੇ ਟਾਵਰ ਆਫ ਹੈਨੋਈ ਦੀ? ਪਹਿਲਾਂ ਦੇਖੀ ਹੈ ਪ੍ਰੋਬਲਮ? नो सर, ਕਦੇ ਨਹੀਂ ਦੇਖੀ? ना जी। ਪ੍ਰੋਬਲਮ ਸਮਝ ਲੱਗ ਗਈ ਆਪਾਂ ਕਰਨਾ ਕੀ ਹੈ? हाँ जी, हाँ जी। ਹੈ ਨਾ, ਆਪਾਂ ਪਹਿਲੇ ਟਾਵਰ ਤੋਂ ਚੱਕ ਕੇ ਤੀਸਰੇ ਟਾਵਰ ਦੇ ਵਿੱਚ ਲੈ ਕੇ ਜਾਣਾ ਹੈ। ਦੂਸਰੇ ਟਾਵਰ ਨੂੰ ਆਪਾਂ ਟੈਂਪਰੇਰੀਲੀ ਯੂਜ਼ ਕਰਦੇ ਹਾਂ। ਕੰਡੀਸ਼ਨ ਕੀ ਹੈ ਕਿ ਕਦੇ ਵੀ ਕਿਸੇ ਲੈਵਲ ਤੇ ਜਾ ਕੇ ਛੋਟੀ ਪਲੇਟ ਦੇ ਉੱਪਰ ਵੱਡੀ ਪਲੇਟ ਨਹੀਂ ਹੋਏਗੀ, ਵੱਡੀ ਪਲੇਟ ਦੇ ਉੱਪਰ ਛੋਟੀਆਂ ਪਲੇਟਾਂ ਹੋ ਸਕਦੀਆਂ ਨੇ। ਸਭ ਤੋਂ ਪਹਿਲਾਂ ਦੇਖੋ ਹੁਣ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਆਪਾਂ ਅਗੇਨ ਡਿਵਾਈਡ ਐਂਡ ਕੰਕਰ ਦੀ ਟੈਕਨੀਕ ਲਗਾਵਾਂਗੇ। ਸਭ ਤੋਂ ਪਹਿਲਾਂ ਆਪਾਂ ਇਹ ਸੋਚਦੇ ਹਾਂ ਕਿ ਜੇ ਇੱਕੋ ਹੀ ਪਲੇਟ ਹੋਵੇ ਫਿਰ ਕੀ ਸੋਲੂਸ਼ਨ ਹੈ। If we have only single plate, then what is the solution? ਉਹ ਤਾਂ if n equal to 1 ਹੋਗੀ ਫਿਰ ਸਿੱਧੀ ਹੋਈ ਉਹ ਚ ਪੈ ਜੂ ਜੀ। ਹਾਂ, ਜਦੋਂ ਆਪਣੇ ਕੋਲ n ਇਕੁਅਲ ਟੂ 1 ਹੈ, ਇੱਕੋ ਹੀ ਪਲੇਟ ਹੈ, ਤਾਂ ਆਪਾਂ ਡਾਇਰੈਕਟਲੀ ਪਹਿਲੇ ਟਾਵਰ ਤੋਂ ਚੱਕਾਂਗੇ ਉਹਨੂੰ ਔਰ ਤੀਸਰੇ ਟਾਵਰ ਦੇ ਵਿੱਚ ਆਪਾਂ ਫਿੱਟ ਕਰ ਦਾਂਗੇ। ਜੇ ਆਪਣੇ ਕੋਲ ਦੋ ਪਲੇਟਸ ਹੋਣ ਫਿਰ ਕੀ ਕਰਾਂਗੇ? ਉਹੀ n-1 ਲਾ ਕੇ ਜੀ, ਜਿਹੜੀ n-1 ਉਹ
ਆਪਣੇ ਕੋਲ ਦੋ ਹੀ ਐਡਵਾਂਸ ਪਲੇਟਸ ਬਣ ਨੇ, ਤੇ ਜਿੰਨੀਆਂ। ਠੀਕ ਆ। ਆਪਾਂ ਉਹਨਾਂ ਨੂੰ ਤੀਸਰੇ ਟਾਵਰ ਤੇ ਲੈ ਕੇ ਜਾਣਾ। ਆਪਾਂ ਕੀ ਕਰਾਂਗੇ, ਇਸ ਪਲੇਟ ਨੂੰ ਇਧਰੋਂ ਕੱਢਾਂਗੇ, ਇੱਥੇ ਪਾ ਲਾਂਗੇ ਟੈਂਪਰੇਰੀਲੀ, ਫਿਰ ਇਸ ਪਲੇਟ ਨੂੰ ਇੱਥੋਂ ਕੱਢਾਂਗੇ, ਇੱਥੇ ਪਾ ਦਾਂਗੇ, ਠੀਕ ਹੈ, ਫਿਰ ਇਸ ਪਲੇਟ ਨੂੰ ਇੱਥੋਂ ਕੱਢਾਂਗੇ, ਇੱਥੇ ਪਾ ਦਾਂਗੇ, ਠੀਕ ਹੈ। ਕੰਡੀਸ਼ਨ ਸੈਟੀਸਫਾਈਡ, ਹਾਂਜੀ ਹਾਂਜੀ ਹੈ ਨਾ। ਤੇ ਜੇ 3 ਪਲੇਟਾਂ ਹੋਣ ਫੇਰ, ਠੀਕ। ਸੋ ਇਹੀ ਆਪਣਾ ਸੋਲੂਸ਼ਨ ਹੈ। ਇਹਨੂੰ ਆਪਾਂ ਸੋਚਣਾ ਕਿਵੇਂ ਹੈ। ਇਫ ਵੀ ਹੈਵ 1 ਪਲੇਟ, ਆਪਾਂ ਕੀ ਕਰਾਂਗੇ, ਮੂਵ ਇਟ ਫਰੋਮ A to C ਡਾਇਰੈਕਟਲੀ। ਇਫ ਵੀ ਹੈਵ 2 ਪਲੇਟਸ, ਤਾਂ ਆਪਾਂ ਇੱਕ ਪਲੇਟ ਮੂਵ ਕਰਾਂਗੇ B ਤੋਂ, ਇੱਕ ਪਲੇਟ ਮੂਵ ਕਰ ਦਾਂਗੇ B ਟਾਵਰ ਦੇ ਵਿੱਚ, ਸੈਕੰਡ ਟਾਵਰ ਦੇ ਵਿੱਚ। ਥਰਡ ਪਲੇਟ ਜਿਹੜੀ ਲਾਸਟ ਜਿਹੜੀ ਸੈਕੰਡ ਪਲੇਟ ਆ, ਉਹਨੂੰ ਆਪਾਂ C ਟਾਵਰ ਦੇ ਵਿੱਚ ਲੈ ਜਾਾਂਗੇ। ਫਿਰ B ਵਾਲੀ ਤੋਂ ਜਿਹੜੀ B ਚੋਂ ਕੱਢ ਕੇ ਉਹਨੂੰ ਵਾਪਸ C ਦੇ ਵਿੱਚ ਪਾ ਦਾਂਗੇ, ਜਿਹਦੇ ਨਾਲ ਆਪਣਾ ਸਾਰੀਆਂ ਪਲੇਟਾਂ ਮੂਵ ਹੋ ਜਾਣਗੀਆਂ C ਟਾਵਰ ਦੇ ਵਿੱਚ। ਸੋ ਇਫ ਵੀ ਹੈਵ 3 ਪਲੇਟਸ, ਤਾਂ ਆਪਾਂ ਨੂੰ ਕੀ ਲੌਜੀਕ ਹੈ, ਵੀ ਹੈਵ ਟੂ ਮੂਵ 2 ਪਲੇਟਸ ਟੂ B ਐਂਡ ਮੂਵ ਲਾਸਟ ਪਲੇਟ ਟੂ C ਐਂਡ ਦੈਨ ਮੂਵ 2 ਪਲੇਟਸ ਫਰੋਮ B ਟੂ C, ਠੀਕ। ਜੇ ਆਪਣੇ ਕੋਲ 4 ਪਲੇਟਾਂ ਹੋਣ ਫਿਰ ਵੀ, ਹੁਣ ਦੇਖੋ ਇੱਥੇ 1 ਪਲੇਟ ਸੀਗੀ, ਇੱਥੇ 2 ਪਲੇਟਸ ਆ ਗਈਆਂ। ਜੇ ਇੱਥੇ 3 ਦੀ ਥਾਂ ਤੇ ਮੈਂ 4 ਕਰ ਦਾਂਗਾ, ਤਾਂ ਇੱਥੇ 2 ਦੀ ਥਾਂ ਤੇ ਮੈਂ 3 ਲਿਖਾਂਗਾ, ਠੀਕ ਹੈ। ਸੋ ਜੇ 4 ਦੀ ਥਾਂ ਤੇ 5 ਆ ਜਾਣਗੇ, ਤੇ 3 ਦੀ ਥਾਂ ਤੇ ਮੈਂ 4 ਲਿਖਾਂਗਾ, ਬਟ ਪ੍ਰੋਸੈਸ ਆਪਣਾ ਉਹੀ ਰਹੇਗਾ। ਪ੍ਰੋਸੈਸ ਆਪਣਾ ਇਹੀ ਰਹਿਣਾ ਹੈ ਕਿ ਜੇ ਮੇਰੇ ਜਿੰਨੀਆਂ ਵੀ ਮੇਰੇ ਕੋਲ ਪਲੇਟਾਂ ਹੈਗੀਆਂ ਨੇ, ਉਹਨਾਂ ਦੇ ਵਿੱਚੋਂ ਜਿਹੜੀਆਂ ਜਿੰਨੀਆਂ ਵੀ ਉੱਪਰਲੀਆਂ ਪਲੇਟਾਂ ਨੇ, ਇਹਨਾਂ ਸਾਰਿਆਂ ਨੂੰ ਟੈਂਪਰੇਰੀ ਉਹਦੇ ਵਿੱਚ ਪਾਣਾ ਆ, ਠੀਕ ਹੈ। ਔਰ ਜਿਹੜੀ ਲਾਸਟ ਪਲੇਟ ਹੈ, ਉਹਨੂੰ ਟੈਂਪਰੇਰੀ ਤੋਂ ਲਾਸਟ ਵਾਲੇ ਦੇ ਵਿੱਚ ਕੱਢ ਕੇ ਪਾਉਣਾ ਆ, ਔਰ ਜਿਹੜੀਆਂ ਇਹਦੇ ਵਿੱਚ ਟੈਂਪਰੇਰੀ 'ਚ ਰੱਖੀਆਂ ਸੀ, ਇਹਨਾਂ ਨੂੰ ਵਾਪਸ ਇਹਦੇ ਵਿੱਚ ਪਾਉਣਾ ਆ। ਸਟੈਪ ਉਹੀ ਨੇ, ਭਾਵੇਂ 2 ਪਲੇਟਾਂ ਹੋਣ, ਭਾਵੇਂ 3 ਪਲੇਟਾਂ ਹੋਣ, ਭਾਵੇਂ 4 ਹੋਣ, ਭਾਵੇਂ 10 ਹੋਣ। ਤਾਂ ਇਸੇ ਸਟੈਪ ਨੂੰ ਆਪਾਂ ਜਨਰਲਾਈਜ਼ ਕਰਨਾ ਹੈ। ਹੁਣ ਜਨਰਲਾਈਜ਼ ਕਰਨ ਦਾ ਮਤਲਬ ਕੀ ਹੈ, ਕਿ ਜੇ ਆਪਾਂ 3 ਪਲੇਟਾਂ ਵਾਸਤੇ ਸੋਚ ਸਕਦੇ ਹਾਂ, 4 ਪਲੇਟਾਂ ਵਾਸਤੇ ਸੋਚ ਸਕਦੇ ਹਾਂ, ਤਾਂ ਆਪਾਂ n ਪਲੇਟਾਂ ਵਾਸਤੇ ਵੀ ਉਹਨੂੰ ਸੋਚ ਸਕਦੇ ਹਾਂ। To move n disk from tower A to tower C, what we'll have to do? Move n minus 1 disk from A to B. This leave disk n alone on tower A. Move disk n from A to C and move n minus 1 from B to C, so they sit on disk n, ठीक। तो अपना यही प्रोसेस है। क्लियर है, प्रोसेस क्लियर है, ਹਾਂਜੀ है ना। कि ਆਪਾਂ ਉੱਪਰਲੀਆਂ n-1 ਪਲੇਟਾਂ ਚੱਕ ਕੇ ਟੈਂਪਰੇਰੀ ਟਾਵਰ ਚ ਲਾਵਾਂਗੇ, ਲਾਸਟ ਪਲੇਟ ਚੱਕ ਕੇ ਫਾਈਨਲ ਟਾਵਰ ਦੇ ਵਿੱਚ ਲਾ ਦਾਂਗੇ, ਔਰ ਜਿਹੜੀਆਂ n-1 ਟੈਂਪਰੇਰੀ ਚ ਰੱਖੀਆਂ ਸੀ, ਉਹਨਾਂ ਨੂੰ ਚੱਕ ਕੇ ਉੱਥੋਂ ਫਾਈਨਲ ਟਾਵਰ ਦੇ ਵਿੱਚ ਲਾਵਾਂਗੇ। ਹੁਣ ਇਹ ਸਾਰੀ ਕੰਡੀਸ਼ਨ ਦੇ ਵਿੱਚ ਆਪਾਂ ਇਹ ਧਿਆਨ ਰੱਖਣਾ ਹੈ ਕਿ ਆਪਣਾ ਜਿਹੜੀਆਂ ਪਲੇਟਾਂ ਹੈਗੀਆਂ ਨੇ, ਉਹਨਾਂ ਦੀ ਆਰਡਰਿੰਗ ਮੀਨਸ ਵੱਡੀ ਪਲੇਟ ਦੇ ਉੱਪਰ ਛੋਟੀ ਪਲੇਟ ਆ ਸਕਦੀ ਹੈ, ਬਟ ਛੋਟੀ ਪਲੇਟ ਦੇ ਉੱਪਰ ਵੱਡੀ ਪਲੇਟ ਨਹੀਂ ਆਣੀ ਚਾਹੀਦੀ। ਉਸ ਚੀਜ਼ ਆਪਾਂ ਨੇ ਖਿਆਲ ਰੱਖਣਾ ਹੈ। ਜੇ ਆਪਾਂ ਇਹਨੂੰ ਪ੍ਰੋਗਰਾਮੈਟਿਕਲੀ ਬਣਾਈਏ, ਤਾਂ ਆਪਾਂ ਇੱਕ ਮੂਵ ਨਾਮ ਦਾ ਫੰਕਸ਼ਨ ਬਣਾਵਾਂਗੇ, ਜਿਹਦੇ ਵਿੱਚ ਆਪਾਂ ਇੱਕ ਕਾਊਂਟ 4 ਵੈਲਿਊ ਦੇ ਲਏਗਾ। ਪਹਿਲੀ ਹੈ ਕਾਊਂਟ, ਕਿੰਨੀਆਂ ਪਲੇਟਾਂ ਮੂਵ ਕਰਨੀਆਂ ਨੇ, ਫਿਰ ਸਟਾਰਟ ਕੀ ਹੋਏਗਾ, ਫਿਨਿਸ਼ ਕੀ ਹੋਏਗਾ, ਔਰ ਟੈਂਪਰੇਰੀ ਕਿਹੜਾ ਹੈ, ਠੀਕ ਹੈ। ਆਪਾਂ ਨੂੰ 3 ਟਾਵਰ ਚਾਹੀਦੇ ਨੇ, ਇੱਕ ਸਟਾਰਟਿੰਗ ਵਾਲਾ ਟਾਵਰ ਜਿੱਥੋਂ ਪਲੇਟਾਂ ਚੱਕਣੀਆਂ ਨੇ, ਫਿਨਿਸ਼ ਵਾਲਾ ਟਾਵਰ ਜਿੱਥੇ ਪਾਣੀਆਂ ਨੇ, ਔਰ ਟੈਂਪਰੇਰੀ ਟਾਵਰ ਜਿਹਨੂੰ ਆਪਾਂ ਐਜ਼ ਏ ਟੈਂਪਰੇਰੀ ਯੂਜ਼ ਕਰਾਂਗੇ, ਠੀਕ। ਇਫ ਕਾਊਂਟ ਇਜ਼ ਮੋਰ ਦੈਨ 0, ਮੂਵ ਕਦੋਂ ਕਰਨਾ ਹੈ, ਜਦੋਂ ਆਪਣੇ ਕੋਲ ਕਾਊਂਟ ਦੀ ਵੈਲਿਊ 0 ਤੋਂ ਵੱਧ ਹੈ। ਜੇ ਕਾਊਂਟ ਦੀ ਵੈਲਿਊ 0 ਤੋਂ ਘੱਟ ਹੈ, ਤਾਂ ਜਾਂ 0 ਹੈ, ਤਾਂ ਆਪਾਂ ਨੂੰ ਆਪਣੇ ਕੋਲ ਕੋਈ ਪਲੇਟ ਹੀ ਹੈ ਨਹੀਂ, ਕੋਈ ਡਿਸਕ ਹੈ ਨਹੀਂ, ਤਾਂ ਆਪਾਂ ਮੂਵ ਹੀ ਕੀ ਕਰਨਾ। ਤਾਂ ਇਹ ਸਾਰਾ ਲੌਜਿਕ ਤਾਂ ਚੱਲੇਗਾ ਕਿ ਆਪਣੇ ਕੋਲ ਕਾਊਂਟ ਦੀ ਵੈਲਿਊ ਜਿਹੜੀ ਆ ਉਹ 0 ਤੋਂ ਵੱਧ ਹੋਣੀ ਚਾਹੀਦੀ ਹੈ, ਪਹਿਲੀ ਕੰਡੀਸ਼ਨ। ਤਾਂ ਪਹਿਲੀ ਕੰਡੀਸ਼ਨ ਆਪਾਂ ਚੈੱਕ ਕਰਾਂਗੇ, ਦੈਟ ਮੀਨਸ ਦਿਸ ਇਜ਼ ਆਵਰ ਬੇਸ ਕੇਸ। ਬੇਸ ਕੇਸ ਕੀ ਹੋ ਗਿਆ ਕਿ ਕਾਊਂਟ ਦੀ ਵੈਲਿਊ 0 ਤੋਂ ਵੱਧ ਹੋਣੀ ਚਾਹੀਦੀ ਹੈ, ਤਾਂ ਉਹ ਆਪਣੇ ਜੇ 0 ਤੋਂ ਘੱਟ ਹੈ, ਤਾਂ ਉਹ ਆਪਣੇ ਆਪ ਨੂੰ ਕਾਲ ਨਹੀਂ ਕਰੇਗਾ, ਪਹਿਲੀ ਗੱਲ, ਠੀਕ। ਸੋ ਇਹ ਆਪਣਾ ਬੇਸ ਕੇਸ ਬਣਦਾ ਹੈ, ਇਹ ਕੰਡੀਸ਼ਨ ਬੇਸ ਕੰਡੀਸ਼ਨ ਬਣਦੀ ਹੈ। ਉਸ ਤੋਂ ਬਾਅਦ ਜੇ ਇਹ ਕੰਡੀਸ਼ਨ ਸੈਟੀਸਫਾਈ ਨਹੀਂ ਹੁੰਦੀ, ਫਿਰ ਆਪਾਂ ਜੇ ਕਾਊਂਟ ਦੀ ਵੈਲਿਊ 0 ਤੋਂ ਵੱਧ ਹੈ, ਫਿਰ ਆਪਾਂ ਮੂਵ ਮੈਥਡ ਨੂੰ ਕਾਲ ਕਰਨਾ ਹੈ। ਦੈਟ ਮੀਨਸ ਮੂਵ ਮੈਥਡ ਆਪਣੇ ਆਪ ਨੂੰ ਕਾਲ ਕਰੇਗਾ ਵਿਦ, ਹੁਣ ਕੰਡੀਸ਼ਨ ਸੈਕੰਡ ਕੇਸ ਕੀ ਹੋਣਾ ਚਾਹੀਦਾ ਹੈ ਕਿ ਜਦੋਂ ਉਹਨੇ ਆਪਣੇ ਆਪ ਨੂੰ ਕਾਲ ਕਰਨਾ ਹੈ, ਤਾਂ ਉਹ ਆਪਣੇ ਪ੍ਰੋਬਲਮ ਦੀ ਸਟੇਟਮੈਂਟ ਨੂੰ ਘਟਾਏਗਾ। ਉਹ ਘਟਾਏਗਾ ਕਿਵੇਂ, ਪਹਿਲਾਂ ਕਾਊਂਟ ਆਇਆ ਸੀਗਾ, ਹੁਣ ਉਹ ਕਾਊਂਟ -1 ਦੇ ਨਾਲ ਕਾਲ ਕਰੇਗਾ, ਫਿਰ ਕਾਊਂਟ -1 ਦੇ ਨਾਲ ਆਪਣੇ ਆਪ ਨੂੰ ਦੁਬਾਰਾ ਕਾਲ ਕਰੇਗਾ। ਇਹਨਾਂ ਦੋਨਾਂ ਕਾਲ ਦਾ ਹੁਣ ਦੇਖੋ ਦੇ ਵਿੱਚ ਕੀ ਫਰਕ ਆ। ਪਹਿਲੀ ਜਦੋਂ ਕਾਲ ਕਰਨੀ ਹੈ, ਆਪਾਂ ਸਟਾਰਟ ਤੋਂ ਫਿਨਿਸ਼ ਦੇ ਵਿੱਚ ਮੂਵ ਕਰਨਾ ਹੈ ਯੂਜ਼ਿੰਗ ਟੈਂਪ। ਤਾਂ ਪਹਿਲਾਂ ਆਪਾਂ ਕੀ ਕਰਨਾ ਹੈ, ਸਟਾਰਟ ਤੋਂ n-1 ਚੱਕ ਕੇ ਡਿਸਕ ਟੈਂਪਰੇਰੀ ਦੇ ਵਿੱਚ ਪਾਣੀਆਂ ਨੇ ਯੂਜ਼ਿੰਗ ਫਿਨਿਸ਼, ਔਰ ਮੂਵ ਅ ਡਿਸਕ ਫਰੋਮ ਸਟਾਰਟ ਟੂ ਫਿਨਿਸ਼। ਜਿਹੜੀ
ਲਾਸਟ ਡਿਸਕ ਬਚੇਗੀ ਇੱਥੇ n-1 ਡਿਸਕ ਚੱਕ ਲੀਆਂ, ਉਹ ਆਪਾਂ A ਤੋਂ ਸਟਾਰਟ ਤੋਂ ਟੈਂਪ ਦੇ ਵਿੱਚ ਪਾਣੀਆਂ ਨੇ, ਸਟਾਰਟ ਤੋਂ ਟੈਂਪ ਦੇ ਵਿੱਚ। ਓਕੇ, ਫਿਰ ਆਪਾਂ ਜਿਹੜੀ nth ਡਿਸਕ ਬਚੀ ਹੈ ਉਹਨੂੰ ਆਪਾਂ ਸਟਾਰਟ ਤੋਂ ਫਿਨਿਸ਼ ਦੇ ਵਿੱਚ ਪਾਣਾ ਹੈ। ਫਿਰ ਆਪਾਂ n-1 ਜਿਹੜੀ ਆਪਾਂ ਟੈਂਪ ਦੇ ਵਿੱਚ ਪਾਈਆਂ ਸੀ ਉਹਨਾਂ ਨੂੰ ਟੈਂਪ ਤੋਂ ਚੱਕ ਕੇ ਫਿਨਿਸ਼ ਦੇ ਵਿੱਚ ਪਾਣਾ ਹੈ। ਠੀਕ, ਜਦੋਂ ਆਪਾਂ ਸਟਾਰਟ ਤੋਂ ਟੈਂਪ ਵਿੱਚ ਪਾਣਾ ਹੈ ਉਦੋਂ ਜਿਹੜੀ ਆ ਟਾਵਰ ਹੈ ਇਹਨੂੰ ਐਜ਼ ਏ ਫਿਨਿਸ਼ ਵਾਲੇ ਟਾਵਰ ਨੂੰ ਆਪਾਂ ਐਜ਼ ਏ ਟੈਂਪਰੇਰੀ ਟਾਵਰ ਯੂਜ਼ ਕਰਾਂਗੇ। ਜਦੋਂ ਆਪਾਂ ਟੈਂਪਰੇਰੀ ਤੋਂ ਫਿਨਿਸ਼ ਦੇ ਵਿੱਚ ਪਾਣਾ ਹੈ ਤਾਂ ਆਪਾਂ ਸਟਾਰਟ ਵਾਲੇ ਟਾਵਰ ਨੂੰ ਐਜ਼ ਏ ਟੈਂਪਰੇਰੀ ਟਾਵਰ ਯੂਜ਼ ਕਰਾਂਗੇ। ਠੀਕ, ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖੋ। ਸੋ ਇਹ ਆਪਣਾ ਛੋਟਾ ਜਿਹਾ ਐਲਗੋਰਿਦਮ ਜਿਹਦੇ ਨਾਲ ਆਪਾਂ ਸਾਰੀਆਂ ਮੂਵਮੈਂਟਸ ਕਰਨੀਆਂ ਨੇ ਪਲੇਟਸ ਦੀਆਂ। ਸੋ ਇਫ ਕਾਊਂਟ ਇਜ਼ ਮੋਰ ਦੈਨ, ਇਹ ਚੱਲੇਗਾ ਕਦੋਂ? ਦਿਸ ਇਜ਼ ਆਵਰ ਬੇਸ ਕੇਸ। ਜਦੋਂ ਇਹਨੇ ਆਪਣੇ ਆਪ ਨੂੰ ਕਾਲ ਕੀਤਾ ਇਹਨੇ ਆਪਣਾ ਪ੍ਰੋਬਲਮ ਸਾਈਜ਼ ਰਿਡਿਊਸ ਕਰ ਲਿਆ, ਜਦੋਂ ਦੁਬਾਰਾ ਕਾਲ ਕੀਤਾ ਤਾਂ ਵੀ ਪ੍ਰੋਬਲਮ ਸਾਈਜ਼ ਰਿਡਿਊਸ ਕਰਕੇ ਕਾਲ ਕੀਤਾ ਹੈ, ਜਿਹਦੇ ਨਾਲ ਅਲਟੀਮੇਟਲੀ ਇਹ ਆਪਣੇ ਆਪ ਨੂੰ ਕਾਲ ਕਰਦਾ ਜਾਏਗਾ। ਇੱਕ ਸਟੇਜ ਆਏਗੀ ਜਦੋਂ ਕਾਊਂਟ ਦੀ ਵੈਲਿਊ 0 ਹੋ ਜਾਏਗੀ, ਉਦੋਂ ਇਹ ਆਪਣੇ ਆਪ ਨੂੰ ਕਾਲ ਨਹੀਂ ਕਰੇਗਾ। ਠੀਕ, ਹੁਣ ਜੇ ਤੁਸੀਂ ਇਹਦਾ ਸਬ ਪ੍ਰੋਗਰਾਮ ਟਰੀ ਬਣਾ ਸਕਦੇ ਹੋ। Can you make sub program tree of this particular method? ਕਾਊਂਟ ਦੀ ਵੈਲਿਊ ਕਿੰਨੀ ਮੰਨਣੀ ਹੈ ਜੀ? ਕਾਊਂਟ ਦੀ ਵੈਲਿਊ 3 ਲੈ ਲਓ। ਠੀਕ ਹੈ, ਆਪਾਂ 3 ਟਾਵਰ ਦਾ ਬਣਾ ਕੇ ਦੇਖਦੇ ਹਾਂ। ਸੋ ਫਿਲਹਾਲ ਮੈਂ ਤੁਹਾਨੂੰ ਇੱਕ ਦਿਖਾ ਦਿੰਨਾ, ਇਹ ਮੇਰਾ ਰਿਕਰਸਿਵ ਟਰੀ ਬਣਦਾ ਹੈ। ਮੂਵ ਮੈਥਡ 3 ਵੈਲਿਊਜ਼ ਦੇ ਨਾਲ ਮੈਂ ਸਟਾਰਟ ਕੀਤਾ, 1 3 ਐਂਡ 2। ਇਹ ਮੇਰੇ ਟਾਵਰ ਨੇ, ਟਾਵਰ ਨੰਬਰ ਜਿਹੜੇ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦਿਖਾਏ ਸੀ। ਆ 1 ਨੰਬਰ ਟਾਵਰ ਹੈ, ਇਹ 2 ਨੰਬਰ ਟਾਵਰ ਹੈ, ਇਹ 3 ਨੰਬਰ ਟਾਵਰ ਹੈ। ਸੋ ਮੈਂ ਆਪਣੇ ਜਿਹੜਾ ਮੂਵ ਮੈਥਡ ਬਣਾਇਆ, ਨੰਬਰ ਆਫ ਪਲੇਟਸ ਮੇਰੀਆਂ 3 ਨੇ। ਪਹਿਲੇ ਟਾਵਰ ਤੋਂ ਤੀਸਰੇ ਟਾਵਰ ਤੇ ਸ਼ਿਫਟ ਕਰਨੀਆਂ ਨੇ, ਦੂਸਰੇ ਟਾਵਰ ਨੂੰ ਮੈਂ ਐਜ਼ ਏ ਟੈਂਪਰੇਰੀ ਯੂਜ਼ ਕਰਨਾ ਹੈ। ਠੀਕ ਹੈ, ਸੋ ਮੈਂ ਪਹਿਲੀ ਲਾਈਨ ਲਿਖਾ, ਪਹਿਲੀ ਨੋਟ ਜਿਹੜੀ ਇਹ ਬਣੇਗੀ ਇਹ ਇਸ ਮੈਥਡ ਵਾਸਤੇ ਬਣ ਗਈ, ਮੂਵ 3 1 3 2। ਠੀਕ ਹੈ, तो ਜਿਹੜਾ ਕਿ ਆਪਣਾ ਪਹਿਲਾ ਕੇਸ ਹੈ ਆਹ ਵਾਲਾ। ਠੀਕ ਹੈ, ਔਰ ਜਿਹੜਾ ਕਿ ਆਪਣਾ ਆਹ ਵਾਲਾ ਕੇਸ ਹੈ ਸਟਾਰਟਿੰਗ ਕੇਸ, ਕਿ ਜਦੋਂ ਮੇਰੇ ਕੋਲ n ਦੀ ਵੈਲਿਊ 3 ਸੀਗੀ, ਟਾਵਰ ਮੇਰੇ ਕੋਲ ਪਹਿਲੇ ਟਾਵਰ ਦੇ ਵਿੱਚ ਸੀਗੀਆਂ ਸਾਰੀਆਂ ਡਿਸਕ, ਔਰ ਮੈਂ ਥਰਡ ਟਾਵਰ ਦੇ ਵਿੱਚ ਲੈ ਕੇ ਜਾਣੀਆਂ ਨੇ ਯੂਜ਼ਿੰਗ ਸੈਕਿੰਡ ਟਾਵਰ ਐਜ਼ ਏ ਟੈਂਪਰੇਰੀ ਟਾਵਰ। ਓਕੇ, ਸੋ ਹੁਣ ਮੈਂ ਸਭ ਤੋਂ ਪਹਿਲਾਂ ਇਹਨੂੰ ਮੂਵ ਕੀਤਾ, ਪਹਿਲੀ ਮੇਰੀ ਲਾਈਨ ਹੈ। ਹੁਣ ਦੇਖੋ ਮੈਂ ਇਹ ਜਿਹੜੇ ਆਪਣੇ ਕੋਡ ਸੀਗੇ ਉਹ ਮੈਂ ਉੱਪਰ ਲਿਖਤੇ ਹੋਏ ਆ। ਠੀਕ ਹੈ, ਆ ਮੈਂ ਇੱਥੇ ਕੋਡ ਲਿਖੇ ਹੈ ਕਿ ਮੂਵ ਕਰਨਾ ਸੀਗਾ, ਕਾਊਂਟ ਮੇਰੇ ਕੋਲ 3 ਹੈ, ਸਟਾਰਟ ਮੇਰੇ ਕੋਲ 1 ਹੈ, ਫਿਨਿਸ਼ ਮੇਰੇ ਕੋਲ 3 ਹੈ, ਔਰ ਟੈਂਪਰੇਰੀ ਮੇਰੇ ਕੋਲ 2 ਹੈ। ਸਮਝ ਲੱਗੀ ਗੱਲ? ਕਾਊਂਟ ਦੀ ਵੈਲਿਊ 3 ਹੋ ਗਈ ਜਦੋਂ ਮੈਂ ਆਹ ਕਾਲ ਕੀਤੀ, ਕਾਊਂਟ ਦੀ ਵੈਲਿਊ 3 ਹੋ ਗਈ, ਸਟਾਰਟ ਦੀ ਵੈਲਿਊ 1 ਹੋ ਗਈ, ਫਿਨਿਸ਼ ਦੀ ਵੈਲਿਊ 3 ਹੋ ਗਈ, ਟੈਂਪ ਦੀ ਵੈਲਿਊ 2 ਹੋ ਗਈ। ਓਕੇ, ਹੁਣ ਇਸ ਦੇ ਅੰਦਰ ਮੈਂ ਕੀ ਲਿਖਿਆ ਹੋਇਆ, 3 ਸਟੇਟਮੈਂਟਸ ਨੇ। ਮੂਵ ਕਾਊਂਟ -1, ਪਹਿਲੀ ਲਾਈਨ ਦੇ ਵਿੱਚ ਕੀ ਹੋ ਜਾਏਗਾ, ਮੂਵ ਨੇ ਆਪਣੇ ਆਪ ਨੂੰ ਕਾਲ ਕੀਤਾ, ਕਾਊਂਟ -1, ਕਾਊਂਟ ਦੀ ਵੈਲਿਊ 3 ਸੀ, 3 -1 2 ਦੇ ਨਾਲ ਕਾਲ ਹੋ ਗਿਆ। ਠੀਕ ਹੈ, ਸਟਾਰਟ ਟੈਂਪ ਫਿਨਿਸ਼, ਸਟਾਰਟ ਦੀ ਵੈਲਿਊ 1 ਹੈ, ਸੋ ਇੱਥੇ ਮੈਂ 1 ਲਿਖਤਾ, ਟੈਂਪ ਦੀ ਵੈਲਿਊ ਮੇਰੇ ਕੋਲ 2 ਹੈ, तो मैं इथे 2 लिखता, फिनिश दी वैल्यू मेरे को 3 है तो मैं इथे 3 लिखता। क्लियर है? हाँ जी। बेटा कौन बोल रहा है? बिंदर? बिंदर कौर? बेटा अपना माइक म्यूट करो। ਤੁਸੀਂ ਵੀ ਕਰ ਦੋ ਮੂਵ। ठीक है, आ मूव क्लियर है? आ नोड ਜਿਹੜੀ ਆਪਾਂ ਬਣਾਈ, ਇਹ ਨੋਡ ਕਿਵੇਂ ਬਣੀ? ਇਸ ਨੋਡ ਤੇ ਕੀ ਹੋਏਗਾ, ਮੂਵ ਆਪਣੇ ਆਪ ਨੂੰ ਕਾਲ ਕਰੇਗਾ 2 1 2 3, ਕਿਉਂਕਿ ਇੱਥੇ ਮੈਥਡ ਕੀ ਕਹਿ ਰਿਹਾ ਹੈ ਕਿ ਸਟਾਰਟ ਟੈਂਪ ਫਿਨਿਸ਼, ਫਿਰ ਉਸ ਤੋਂ ਬਾਅਦ ਕਾਊਂਟ -1 ਵੀ ਹੋਣਾ ਹੈ। ਫਿਰ ਆਪਾਂ 3 ਦਾ 2 ਕਰਤਾ, ਸਟਾਰਟ 1 ਨਹੀਂ ਸੀਗਾ, ਸੈਕਿੰਡ ਨੰਬਰ ਤੇ ਟੈਂਪ ਨੂੰ ਰੱਖਣਾ, ਟੈਂਪ ਦੀ ਵੈਲਿਊ 2 ਹੈ, ਥਰਡ ਨੰਬਰ ਤੇ ਫਿਨਿਸ਼ ਨੂੰ ਰੱਖਣਾ, ਫਿਨਿਸ਼ ਦੀ ਵੈਲਿਊ 3 ਹੈ। ठीक है, सेम इधरले पासे मूव की है, मूव काउंट -1 टैंप फिनिश स्टार्ट।
काउंट -1 ਦਾ 2 ਹੋ ਗਿਆ, ਟੈਂਪ ਦੀ ਵੈਲਿਊ 2 ਹੈ, ਫਿਨਿਸ਼ ਦੀ ਵੈਲਿਊ 3 ਹੈ ਔਰ ਸਟਾਰਟ ਦੀ ਵੈਲਿਊ 1 ਹੈ। ਠੀਕ ਹੈ, ਮੂਵ ਕਰਾਂਗੇ, ਇਹਦਾ ਮਤਲਬ ਕੀ ਹੈ ਕਿ ਆਪਾਂ ਦੋ ਪਲੇਟਾਂ ਮੂਵ ਕਰਨੀਆਂ ਨੇ, ਕਿੱਥੋਂ, ਸੈਕਿੰਡ ਟਾਵਰ ਤੋਂ ਥਰਡ ਟਾਵਰ ਦੇ ਵਿੱਚ ਯੂਜ਼ਿੰਗ ਫਰਸਟ ਟਾਵਰ ਐਜ਼ ਏ ਟੈਂਪਰੇਰੀ ਟਾਵਰ। ਠੀਕ ਹੈ, ਸੋ ਇਹ ਪੂਰਾ ਜਿਹੜਾ ਮੈਥਡ ਹੈ ਇਹਦੀ ਸਟੇਟਮੈਂਟ ਕਿਵੇਂ ਆਪਾਂ ਬੋਲਾਂਗੇ, ਜੇ ਇਹਨੂੰ ਬੋਲਣਾ ਹੋਵੇ ਤਾਂ ਆਪਾਂ ਲਿਖਾਂਗੇ ਕਿ n ਡਿਸਕ ਮੂਵ ਕਰਨੀਆਂ ਨੇ ਸਟਾਰਟ ਟਾਵਰ ਤੋਂ ਫਿਨਿਸ਼ ਟਾਵਰ ਵਿੱਚ, ਸਟਾਰਟ ਟਾਵਰ ਤੋਂ ਫਿਨਿਸ਼ ਟਾਵਰ ਤੱਕ ਯੂਜ਼ਿੰਗ ਟੈਂਪਰੇਰੀ ਟਾਵਰ। ਠੀਕ, ਸੋ ਦੈਟ ਮੀਨ ਜਿਹੜਾ ਪਹਿਲੇ ਨੰਬਰ ਤੇ ਸਟਾਰਟ ਹੈ, ਜਿਹੜਾ ਦੂਸਰੇ ਨੰਬਰ ਤੇ ਫਿਨਿਸ਼ ਹੈ, ਜਿਹੜਾ ਥਰਡ ਆਰਗੂਮੈਂਟ ਹੈ ਉਹ ਆਪਣਾ ਟੈਂਪਰੇਰੀ ਹੈ। तो ਜਦੋਂ ਆਪਾਂ ਇੱਥੇ ਆਏ, ਇਹ ਆਪਣਾ ਸਟਾਰਟ ਬਣ ਗਿਆ, ਇਹ ਆਪਣਾ ਫਿਨਿਸ਼ ਬਣ ਗਿਆ ਔਰ ਇਹ ਆਪਣਾ ਟੈਂਪਰੇਰੀ ਬਣ ਗਿਆ। ਕੋਈ ਚੀਜ਼ ਨਾ ਪਤਾ ਲੱਗੀ ਹੋਵੇ ਇੱਥੇ ਤੱਕ? ਠੀਕ ਹੈ, ਜਿਹੜੀ ਵਿਚਲੀ ਲਾਈਨ ਆ, ਜਿਹੜੀ ਆ ਸੈਕਿੰਡ ਲਾਈਨ ਹੈ ਪ੍ਰਿੰਟ ਵਾਲੀ, ਇਹ ਲਾਈਨ ਤੁਸੀਂ ਇਹਨਾਂ ਦੋਨਾਂ ਦੇ ਸੈਂਟਰ ਦੇ ਵਿੱਚ ਮੰਨਣਾ, ਇੱਥੇ ਐਜ਼ਿਊਮ ਕਰਨਾ ਹੈ ਕਿ ਇੱਥੇ ਪ੍ਰਿੰਟ ਲਾਈਨ ਲੱਗੀ ਹੋਈ ਹੈ। ਓਕੇ, ਮੈਂ ਇੱਥੇ ਡਾਇਗਰਾਮ ਦੇ ਵਿੱਚ ਡਿਸਪਲੇ ਨਹੀਂ ਹੋਈ ਬਟ ਇੱਥੇ ਇੱਕ ਪ੍ਰਿੰਟ ਲਾਈਨ ਵੀ ਲੱਗੀ ਹੋਈ ਹੈ। ਸਮਝ ਲੱਗੀ ਗੱਲ? ਉਸ ਤੋਂ ਬਾਅਦ ਇਸ ਕੇਸ ਤੇ ਆ ਜਾਈਏ। ਹੁਣ ਜੇ ਆਪਾਂ ਇਸ ਕੇਸ ਨੂੰ ਕੰਸੀਡਰ ਕਰ ਰਹੇ ਹਾਂ ਤਾਂ ਕਿਉਂਕਿ ਕਾਊਂਟ ਦੀ ਵੈਲਿਊ 2 ਹੈ ਜੋ ਕਿ ਮੋਰ ਦੈਨ 0 ਹੈ, ਤਾਂ ਇਹ ਆਪਣੇ ਆਪ ਨੂੰ ਫੇਰ ਕਾਲ ਕਰੇਗਾ ਲੈਫਟ ਸਾਈਡ ਰਾਈਟ ਸਾਈਡ। ਜਦੋਂ ਇਹਨੇ ਲੈਫਟ ਸਾਈਡ ਨੂੰ ਕਾਲ ਕੀਤੀ ਤਾਂ ਇਹਨੇ ਕਾਊਂਟ -1 ਦੇ ਨਾਲ ਕਾਲ ਕਰਨਾ ਹੈ, ਤਾਂ ਸਟਾਰਟ ਟੈਂਪ ਫਿਨਿਸ਼। ਹੁਣ ਮੇਰੀ ਸਟਾਰਟ ਦੀ ਵੈਲਿਊ ਕਿੰਨੀ ਹੈ? ਸਟਾਰਟ ਦੀ ਵੈਲਿਊ 1 ਹੀ ਹੈ, ਤਾਂ 1 ਆ ਗਿਆ। ਇਹ ਮੇਰਾ ਸਟਾਰਟ ਹੈ, ਇਹ ਮੇਰਾ ਫਿਨਿਸ਼ ਹੈ, ਇਹ ਮੇਰਾ ਸਟਾਰਟ ਹੈ, ਇਹ ਮੇਰਾ ਫਿਨਿਸ਼ ਹੈ ਤੇ ਇਹ ਮੇਰਾ ਟੈਂਪ ਹੈ। ਓਕੇ, ਇੱਥੇ ਲਿਖਣਾ ਹੈ ਸਟਾਰਟ ਟੈਂਪ ਫਿਨਿਸ਼। ਸਟਾਰਟ ਹੈ 1, ਟੈਂਪ ਹੈ 3 ਔਰ ਫਿਨਿਸ਼ ਹੈ ਮੇਰਾ 2। ਓਕੇ, ਇਸ ਕੇਸ ਦੇ ਵਿੱਚ ਸਟਾਰਟ ਆ ਮੇਰਾ ਟੈਂਪ ਹੈ ਤੇ ਆ ਮੇਰਾ ਫਿਨਿਸ਼ ਹੈ। ਓਕੇ, ਸਟਾਰਟ ਟੈਂਪ ਫਿਨਿਸ਼, ਸਟਾਰਟ 1 ਹੈ, ਟੈਂਪ 3 ਹੈ, ਫਿਨਿਸ਼ 2 ਹੈ। ਸਟਾਰਟ ਟੈਂਪ ਤੇ ਫਿਨਿਸ਼ 1 3 ਐਂਡ 2। ਇਹ ਲਾਈਨ ਕਲੀਅਰ ਹੈ? ਹੁਣ ਇਹ ਨੋਡ ਕਲੀਅਰ ਹੈ? ਜਿਹੜੀ ਆ ਨੋਡ ਆਪਾਂ ਬਣਾ ਰਹੇ ਹਾਂ ਮੂਵ 1 1 3 2। ਕਿਸੇ ਨੂੰ ਇਸ ਚੀਜ਼ ਬਾਰੇ ਨਾ ਸਮਝ ਲੱਗੀ ਹੋਵੇ, ਇਸ ਤੋਂ ਬਾਅਦ ਇਸ ਨੋਡ ਦੇ ਵਿੱਚ ਕੀ ਲਿਖਾਂਗੇ? ਮੂਵ 1 3 2 1। ਇਹ ਵਾਲੀ ਨੋਡ ਹੈ। ਠੀਕ ਹੈ, ਇਹ ਕਿਵੇਂ ਹੋਇਆ? ਸਟਾਰਟ ਨੂੰ ਆਪਾਂ 1 ਮੰਨਣਾ ਹੈ, 2 ਆਪਾਂ ਫਿਨਿਸ਼ ਮੰਨਾਂਗੇ ਔਰ 3 ਨੰਬਰ ਟਾਵਰ ਆਪਾਂ ਟੈਂਪਰੇਰੀ ਮੰਨਾਂਗੇ। ਜੇ ਆਪਣੇ ਕੋਲ ਆ ਇਨਪੁਟ ਹੋਵੇ ਤਾਂ ਉਹਦੇ ਹਿਸਾਬ ਨਾਲ ਜਿਹੜੀਆਂ ਦੋ ਨੋਡ ਬਣਨਗੀਆਂ ਉਹ ਇਹ ਵਾਲੀ ਔਰ ਇਹ ਵਾਲੀ ਬਣੇਗੀ। ਫਿਰ ਜਦੋਂ ਇੱਥੇ ਆ ਗਏ, ਅਗੇਨ ਉਹੀ ਕਹਾਣੀ ਆਪਾਂ ਰਿਪੀਟ ਕਰਨੀ ਹੈ। ਫਿਰ ਉਹੀ ਕਹਾਣੀ ਕੀ ਹੈ ਆਪਣੀ ਕਿ ਇਹ ਆਪਣਾ ਕਾਊਂਟ ਹੈ, ਇਹ ਆਪਣਾ ਸਟਾਰਟ ਹੈ, ਇਹ ਆਪਣਾ ਫਿਨਿਸ਼ ਹੈ, ਇਹਨੂੰ ਆਪਾਂ ਟੈਂਪਰੇਰੀ ਮੰਨ ਕੇ ਚੱਲਾਂਗੇ। ਜਦੋਂ ਆਪਾਂ ਮੂਵ ਕਰਨਾ ਹੈ ਸਟਾਰਟ ਟੈਂਪ ਫਿਨਿਸ਼, ਇਹ ਹੈ ਸਟਾਰਟ ਟੈਂਪ, ਆ ਟੈਂਪ ਜਿਹੜਾ ਹੈ ਇੱਥੇ ਆ ਗਿਆ ਔਰ ਆ ਫਿਨਿਸ਼ ਜਿਹੜਾ ਹੈ ਉਹ ਇੱਥੇ ਆ ਗਿਆ। ਠੀਕ, ਸੋ ਕਰਦੇ ਕਰਦੇ ਇੱਕ ਸਟੇਜ ਆ ਜਾਏਗੀ, ਜਦੋਂ ਮੂਵ ਦੇ ਵਿੱਚ ਕੀ ਹੈ? ਕਾਊਂਟ ਦੀ ਵੈਲਿਊ ਕਿੰਨੀ ਹੈ? 0। ਕਾਊਂਟ ਦੀ ਵੈਲਿਊ ਕਿੰਨੀ ਹੈ? 0। ਕਾਊਂਟ ਦੀ ਵੈਲਿਊ ਜਦੋਂ 0 ਹੋ ਗਈ ਤਾਂ ਇਹਨੇ ਆਪਣੇ ਆਪ ਨੂੰ ਕਾਲ ਨਹੀਂ ਕਰਨਾ, ਇਹਨੇ ਵੀ ਆਪਣੇ ਆਪ ਨੂੰ ਕਾਲ ਨਹੀਂ ਕਰਨਾ, ਇਹਨੇ ਵੀ ਨਹੀਂ ਕਰਨਾ, ਇਹਨੇ ਵੀ ਨਹੀਂ ਕਰਨਾ। ਸੋ ਇਹ ਸਾਰੀਆਂ ਲੀਫ ਨੋਡ ਆਪਣੇ ਆਪ ਨੂੰ ਕਾਲ ਨਹੀਂ ਕਰਨਗੀਆਂ। ਠੀਕ, ਤੇ ਜਿਹੜੀ ਸਬ ਪ੍ਰੋਗਰਾਮ ਕਾਲ ਹੈ, ਸਭ ਤੋਂ ਪਹਿਲਾਂ ਇੱਥੋਂ ਇੱਧਰ ਨੂੰ ਕਾਲ, ਫਿਰ ਇੱਧਰ ਨੂੰ, ਫਿਰ ਇੱਧਰ ਨੂੰ। ਜਦੋਂ ਇਹ ਰਿਟਰਨ ਕਰੇਗਾ ਫਿਰ ਇੱਥੇ ਸਭ ਤੋਂ ਪਹਿਲਾਂ ਪਹਿਲੀ ਪ੍ਰਿੰਟ ਸਟੇਟਮੈਂਟ ਆਏਗੀ। ਠੀਕ, ਹੁਣ ਇੱਥੇ ਪ੍ਰਿੰਟ ਸਟੇਟਮੈਂਟ ਦੇ ਵਿੱਚ ਕੀ ਲਿਖਿਆ ਹੋਏਗਾ? ਇਸ ਪ੍ਰਿੰਟ ਸਟੇਟਮੈਂਟ ਦੇ ਵਿੱਚ ਕੀ ਲਿਖਿਆ ਹੋਏਗਾ? ਦੇਖੋ ਹੁਣ ਧਿਆਨ ਨਾਲ। ਇੱਥੇ ਇੱਕ ਪ੍ਰਿੰਟ ਸਟੇਟਮੈਂਟ ਆਣੀ ਹੈ। ਠੀਕ, ਪ੍ਰਿੰਟ ਸਟੇਟਮੈਂਟ ਦੇ ਵਿੱਚ ਲਿਖਿਆ ਹੈ ਮੂਵ ਅ ਡਿਸਕ ਫਰੋਮ ਸਟਾਰਟ ਟੂ ਫਿਨਿਸ਼। ਇਸ ਕੇਸ ਦੇ ਵਿੱਚ ਸਟਾਰਟ ਕਿਹੜਾ ਹੈ? ਇਹ ਆਪਣਾ ਸਟਾਰਟ ਹੈ ਔਰ ਇਹ ਆਪਣਾ ਫਿਨਿਸ਼ ਹੈ।
ਤਾਂ ਆਪਾਂ ਲਿਖਾਂਗੇ ਪਹਿਲੇ ਨੰਬਰ ਟਾਵਰ ਤੋਂ ਇੱਕ ਡਿਸਕ ਆਪਾਂ 3rd ਨੰਬਰ ਟਾਵਰ ਤੇ ਮੂਵ ਕਰਨੀ ਹੈ। ਓਕੇ, ਫਿਰ ਇਸ ਤੋਂ ਬਾਅਦ ਜਿਹੜੀ ਲਾਈਨ ਫੰਕਸ਼ਨ ਨੋਡ ਐਗਜ਼ੀਕਿਊਟ ਹੋਣੀ ਆ ਉਹ ਆਹ ਵਾਲੀ ਹੋਣੀ ਹੈ। ਇੱਥੇ ਕੀ ਕਹਿ ਰਿਹਾ, ਇਹ ਆਪਣਾ ਸਟਾਰਟ ਹੈ, ਇਹ ਆਪਣਾ ਫਿਨਿਸ਼ ਹੈ, ਨਹੀਂ ਇਹ ਆਪਣਾ ਫਿਨਿਸ਼ ਹੈ। ਪਹਿਲਾ ਸਟਾਰਟ ਹਾਂਜੀ ਸੈਕਿੰਡ ਫਿਨਿਸ਼, ਪਹਿਲਾ ਸਟਾਰਟ ਹੈ ਸੈਕਿੰਡ ਫਿਨਿਸ਼ ਹੈ। ਓਕੇ, ਸੋ ਆਪਾਂ ਇੱਥੇ ਕੀ ਪ੍ਰਿੰਟ ਹੋਏਗਾ, ਇੱਕ ਨੰਬਰ ਪਲੇਟ ਤੋਂ 2 ਨੰਬਰ ਪਲੇਟ ਦੇ ਵਿੱਚ ਇੱਕ ਪਲੇਟ ਨੂੰ ਆਪਾਂ ਮੂਵ ਕਰਾਂਗੇ। 3rd ਸਟੈਪ ਫਿਰ ਇੱਥੇ ਪ੍ਰਿੰਟ ਹੋਏਗਾ। ਇੱਥੇ ਕੀ ਪ੍ਰਿੰਟ ਹੋਣਾ ਹੈ, ਇਹ ਸਟਾਰਟ ਹੈ, ਇਹ ਫਿਨਿਸ਼ ਹੈ 3 ਨੰਬਰ ਤੋਂ 2 ਨੰਬਰ ਦੇ ਵਿੱਚ। ਫਿਰ ਇੱਥੇ ਪ੍ਰਿੰਟ ਹੋਏਗਾ, ਇੱਥੇ ਕੀ ਪ੍ਰਿੰਟ ਹੋਣਾ ਹੈ, 1 ਨੰਬਰ ਤੋਂ 3 ਨੰਬਰ ਪਲੇਟ ਦੇ ਵਿੱਚ। ਫਿਰ ਇੱਥੇ ਪ੍ਰਿੰਟ ਹੋਏਗਾ, ਇੱਥੇ ਆਪਣੇ ਕੋਲ ਹੈ 2 ਤੋਂ 1, 2 ਨੰਬਰ ਪਲੇਟ ਤੋਂ 1 ਨੰਬਰ ਪਲੇਟ ਦੇ ਵਿੱਚ। ਫਿਰ ਇੱਥੇ ਪ੍ਰਿੰਟ ਹੋਏਗਾ, ਇੱਥੇ ਪ੍ਰਿੰਟ ਹੋਣਾ ਹੈ 2 ਤੋਂ 3 ਦੇ ਵਿੱਚ, ਠੀਕ ਹੈ, 2 ਨੰਬਰ ਪਲੇਟ ਤੋਂ 3 ਨੰਬਰ ਪਲੇਟ ਦੇ ਵਿੱਚ। ਫਿਰ ਆਪਣੇ ਕੋਲ ਇੱਥੇ ਪ੍ਰਿੰਟ ਹੋਣਾ ਹੈ ਕਿ 3 ਨੰਬਰ ਤੋਂ 2 ਨੰਬਰ ਦੇ ਵਿੱਚ, ਠੀਕ ਹੈ। ਸੋ ਇਸ ਸੀਕੁਐਂਸ ਦੇ ਵਿੱਚ ਜੇ ਤੁਸੀਂ ਆਪਣੀਆਂ ਪਲੇਟਸ ਨੂੰ ਮੂਵ ਕਰੋ ਤਾਂ ਤੁਸੀਂ ਦੇਖੋਗੇ ਕਿ ਤੁਸੀਂ 3 ਪਲੇਟਸ ਨੂੰ ਪਹਿਲੇ ਟਾਵਰ ਤੋਂ ਤੀਸਰੇ ਟਾਵਰ ਦੇ ਵਿੱਚ ਸ਼ਿਫਟ ਕਰ ਲਓਗੇ। ਇਹਨੂੰ ਤੁਸੀਂ ਪ੍ਰੈਕਟੀਕਲੀ ਕਰਕੇ ਦੇਖ ਲਓ ਆਪਣੀ ਕਾਪੀ ਦੇ ਉੱਪਰ। ਆਪਣੀਆਂ ਜਿਹੜੀਆਂ ਮੂਵਸ ਬਣ ਰਹੀਆਂ ਨੇ, ਮੂਵ ਕੀ ਹੋਣੀ ਹੈ, ਪਹਿਲੀ ਮੂਵ ਕੀ ਹੋਣੀ ਹੈ ਕਿ ਪਹਿਲੇ ਨੰਬਰ ਤੋਂ ਤੀਸਰੇ ਨੰਬਰ ਤੇ ਮੂਵ ਕਰੋ। ਪਹਿਲੇ ਨੰਬਰ ਤੋਂ ਆ ਪਹਿਲਾ, ਆ ਦੂਜਾ, ਆ ਤੀਜਾ, ਪਹਿਲੇ ਨੰਬਰ ਤੋਂ ਤੀਜੇ ਨੰਬਰ ਤੇ, ਆ ਖਤਮ ਹੋ ਗਿਆ। ਫਿਰ ਪਹਿਲੇ ਨੰਬਰ ਤੋਂ ਦੂਜੇ ਨੰਬਰ ਤੇ ਜਿਹੜੀ ਸੈਕਿੰਡ ਪਲੇਟ ਆ ਉਹ ਇੱਥੇ ਆ ਜਾਏਗੀ, ਠੀਕ ਹੈ। ਫਿਰ ਤੀਸਰੇ ਨੰਬਰ ਤੋਂ ਦੂਸਰੇ ਨੰਬਰ ਤੇ ਜਿਹੜੀ 3rd ਪਲੇਟ ਹੈ ਉਹ ਤੀਸਰੇ ਤੋਂ ਦੂਸਰੇ, ਤੀਸਰੇ ਤੋਂ ਦੂਸਰੇ ਆਹ ਵਾਲੀ ਇੱਧਰ ਆਏਗੀ, ਠੀਕ ਹੈ, ਇਹਦੇ ਉੱਪਰ ਆ ਜਾਏਗੀ। ਤੀਸਰਾ ਖਾਲੀ ਹੋ ਗਿਆ। ਫਿਰ ਪਹਿਲੇ ਤੋਂ ਤੀਸਰੇ ਦੇ ਵਿੱਚ ਜਿਹੜੀ ਆਹ ਪਲੇਟ ਸੀਗੀ ਇਹ ਇੱਥੇ ਜਾਏਗੀ, ਸਭ ਤੋਂ ਵੱਡੀ ਪਲੇਟ ਇੱਥੇ ਆ ਗਈ ਹੁਣ, ਠੀਕ ਹੈ। ਫਿਰ ਇੱਥੋਂ ਪਲੇਟ ਇੱਧਰ ਆਏਗੀ, ਆ ਖਾਲੀ ਹੋ ਗਿਆ ਸੀਗਾ, ਇਹ ਸਾਰਾ ਖਾਲੀ ਹੋ ਗਿਆ। ਆ ਇੱਕ ਪਲੇਟ ਜਿਹੜੀ ਆ ਉਹ ਇੱਥੇ ਆਏਗੀ, ਛੋਟੀ ਪਲੇਟ ਇੱਥੇ ਕੱਢਤੀ, ਉਸ ਤੋਂ ਵੱਡੀ ਪਲੇਟ ਇਹਦੇ ਉੱਪਰ ਆ ਜਾਏਗੀ, ਫਿਰ ਆਹ ਵਾਲੀ ਪਲੇਟ ਇਹਦੇ ਉੱਪਰ ਆ ਜਾਏਗੀ, ਏਦਾਂ ਕਰਕੇ, ਠੀਕ ਹੈ। ਸੋ ਟੋਟਲ 1 2 3 4 5 6 7 ਮੂਵਸ ਦੇ ਵਿੱਚ ਆਪਾਂ ਸਾਰੀਆਂ ਪਲੇਟਾਂ ਸੈੱਟ ਕਰ ਸਕਦੇ ਹਾਂ। ਕੋਈ ਚੀਜ਼ ਨਾ ਪਤਾ ਲੱਗੀ ਹੋਵੇ ਇਹਦੇ ਵਿੱਚੋਂ? Is that clear? Is that clear? Yes, sir. ਹੁਣ ਇਹੀ ਟਰੀ ਤੁਸੀਂ 4 ਡਿਸਕ ਵਾਸਤੇ ਮੈਨੂੰ ਕ੍ਰੀਏਟ ਕਰਕੇ ਦਿਖਾਣਾ ਹੈ। 4 ਡਿਸਕ ਵਾਸਤੇ ਇਹੀ ਟਰੀ, ਇਸੇ ਤਰ੍ਹਾਂ ਦਾ ਇੱਕ ਟਰੀ 4 ਡਿਸਕ ਵਾਸਤੇ, ਤੇ ਮੈਨੂੰ ਮੂਵ ਦੱਸਣੀਆਂ ਨੇ ਕਿ ਪਹਿਲਾਂ ਮੈਂ ਕਿਹੜੀ ਪਲੇਟ ਮੂਵ ਕਰਨੀ ਹੈ, ਫਿਰ ਮੈਂ ਕਿਹੜੀ ਪਲੇਟ ਮੂਵ ਕਰਨੀ ਹੈ, ਫਿਰ ਕਿਹੜੀ ਮੂਵ ਕਰਨੀ ਹੈ, ਐਂਡ ਫਾਈਨਲੀ ਕਿਹੜੀ ਮੂਵ ਕਰਨੀ ਹੈ। ਸਮਝ ਲੱਗੀ ਗੱਲ? ਹਾਂਜੀ ਮਨੀਸ਼ਾ, ਹਾਏ ਹਾਏ, ਮਨੀਸ਼ਾ, ਮਨੀਸ਼ਾ ਰਾਣੀ, ਮਨੀਸ਼ਾ ਰਾਣੀ, ਸੋ ਆਈ ਹੋਪ ਇਹ ਸਾਰਾ ਤੁਹਾਨੂੰ ਕਲੀਅਰ ਹੋਇਆ ਹੋਏਗਾ। ਤੁਸੀਂ ਹੁਣ ਇਹਨੂੰ 4 ਡਿਸਕ ਵਾਸਤੇ ਮੈਨੂੰ ਕ੍ਰੀਏਟ ਕਰਕੇ ਦਿਖਾਣੀਆਂ ਨੇ, ਔਰ ਤੁਸੀਂ ਜੋ ਚੀਜ਼ਾਂ ਆਪਾਂ ਇਹ ਚ ਨੋਟ ਕੀਤੀਆਂ, ਨੋਟਿਸ ਦੈਟ ਈਚ ਰਿਕਰਸਿਵ ਕਾਲ ਰਿਡਿਊਸ ਦਾ ਨੰਬਰ ਆਫ ਡਿਸਕ ਬਾਈ 1, thus the depth of recursion is n। ਜਿੰਨੀਆਂ ਮੇਰੇ ਕੋਲ ਨੋਡਸ ਹੋਣਗੀਆਂ, ਜਿੰਨੀਆਂ ਮੇਰੇ ਕੋਲ ਡਿਸਕ ਹੋਣਗੀਆਂ, ਉਹਨਾਂ ਟਰੀ ਦਾ ਡੈਪਥ ਬਣੇਗੀ, ਠੀਕ ਹੈ। ਜਿਵੇਂ ਇਹਦੇ ਵਿੱਚ ਆਪਣੇ ਕੋਲ 3 ਨੋਡ ਸੀਗੀਆਂ ਤਾਂ ਆਪਣੇ ਫਰਸਟ, ਸੈਕਿੰਡ, ਥਰਡ 3 ਲੈਵਲ ਬਣੇ ਇਹਦੇ ਵਿੱਚ, ਠੀਕ। ਸੋ ਇਸੇ ਤਰ੍ਹਾਂ ਜਿੰਨੇ ਨੰਬਰ ਆਫ ਡਿਸਕ ਹੋਣਗੀਆਂ, ਹਰ ਲੈਵਲ ਤੇ ਜਾ ਕੇ ਇੱਕ ਡਿਸਕ ਘਟਦੀ ਹੈ। ਤਾਂ ਜੇ ਮੇਰੇ ਕੋਲ n ਡਿਸਕ ਨੇ ਤਾਂ nth ਲੈਵਲ ਤੇ ਜਾ ਕੇ ਮੇਰੇ ਕੋਲ ਟੋਟਲ ਨੰਬਰ ਆਫ ਡਿਸਕ ਜਿਹੜੀਆਂ ਨੇ ਉਹ 0 ਹੋ ਜਾਣਗੀਆਂ, ਠੀਕ ਹੈ। Also that except for the leave node ਹੁੰਦੀ ਹੈ ਜਿਹੜੀ ਸਭ ਤੋਂ ਲਾਸਟ ਵਿੱਚ ਹੁੰਦੀ ਹੈ, each recursive call results into 2 other recursive call। ਹਰ ਕਾਲ ਦੇ ਵਿੱਚ ਆਪਣੇ ਕੋਲ ਕੀ ਹੈ, ਜੇ ਤੁਸੀਂ ਮੈਥਡ ਦੇ ਦੁਆਰਾ ਦੇਖੋ ਧਿਆਨ ਨਾਲ, ਹਰ ਕਾਲ ਦੇ ਵਿੱਚ ਕੀ ਹੈ, 2 ਵਾਰੀ ਆਪਾਂ ਆਪਣੇ ਆਪ ਨੂੰ ਕਾਲ ਕਰ ਰਹੇ ਹਾਂ ਫੰਕਸ਼ਨ,
ठीक है। सो हर कॉल दे विच फंक्शन पहला इधर नु कॉल कर रहा है, इधर नु कॉल कर रहा है, ये भी मूव है, ये भी मूव है। तो फंक्शन हर कॉल दे विच दो बारी अपने आप नु कॉल कर रहा है। ठीक, तो ये दो चीज़ां जिहड़ियां आपां ध्यान च कीतियां कि हर कॉल दे विच डेप्थ जिहड़ी है वो डिपेंड करेगी टोटल नंबर ऑफ डिस्क दे उपर, ते हर कॉल दे विच दो अदर रिकर्सिव कॉल्स हो रही ने। वन इंस्ट्रक्शन इज प्रिंटेड फॉर ईच वर्टेक्स। वर्टेक्स की हुंदा है? वर्टेक्स आ नोड ने, दिस इज वर्टेक्स, दिस इज वर्टेक्स। ठीक है, आ सारियां लीफ है, आ भी लीफ है, आ भी लीफ है, आ भी लीफ है। लीफ में जिहदे अगे कोई नोड नहीं है, दैट इज कॉल्ड लीफ नोड। ते जिहड़ियां आ अंदरलियां नोड ने ये सारियां वर्टेक्स नोड ने। ਤਾਂ ਆਪਾਂ ਕੀ ਨੋਟ ਕੀਤਾ ਕਿ ਹਰ ਵਰਟੈਕਸ ਵਾਸਤੇ ਇੱਕ ਪ੍ਰਿੰਟ ਸਟੇਟਮੈਂਟ ਵੀ ਲੱਗੀ ਹੋਈ ਹੈ। ਜਦੋਂ ਫੰਕਸ਼ਨ ਪਹਿਲੀ ਕਾਲ ਹੋਗੀ, फिर प्रिंट होएगा, फिर दूसरी कॉल होएगी, पहली कॉल होगी, फिर प्रिंट होएगा, फिर दूसरी कॉल होएगी। पहली कॉल प्रिंट, सेकंड कॉल, फर्स्ट 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 कॉल होगी प्रिंट, फिर सेकंड कॉल। इस जगह दे आके क्योंकि इन्हें फंक्शन ने कॉल ही नहीं होना, क्योंकि सारियां स्टेटमेंट्स इफ दे अंदर लगियां हुई ने, ना तो प्रिंट होना है ना ही उन्हें अपने आप को कॉल करना है। तो इस जगह दे आके काम खड़ेगा अपना। तो ईच वर्टेक्स is also associated with the print statement. So one instruction is printed for each vertex in the tree except for the leaf. Leaf ਦੇ ਉੱਤੇ ਕੰਮ ਨਹੀਂ ਹੋਏਗਾ। number of non leaf में ਜਿਹੜੀਆਂ vertex ਨੇ ਉਹ ਕਿੰਨੀਆਂ ਹੋਣਗੀਆਂ? पहले स्टेज ते 1, दूसरे स्टेज ते 2, तीसरे स्टेज ते 4। देखो ध्यान नाल, पहले स्टेज ते 1, दूसरी स्टेज ते 2, तीसरी स्टेज ते 4 हो गया, चौथी स्टेज ते 8 हो गया एंड सो ऑन। ठीक है, सो अपना जो फार्मूला है 1 प्लस 2 दी पावर ए हो गया 2 दी पावर 0, 2 दी पावर 1, 2 दी पावर 2, 2 दी पावर 3 अप टू 2 दी पावर n-1 कितनी बारी उन्हें कॉल होना है। सो इन्नियां वर्टेक्स नोड दैट मींस नॉन लीव नोड अपनियां क्रिएट होणगियां। ठीक, सो क्लियर है? आई होप दिस इज 1 मींस 2 रेज़ टू पावर 0, 2 मींस 2 रेज़ टू पावर 1, 3 अगे 4 आ गया दैट मींस 2 रेज़ टू पावर 2। तो अपना फार्मूला की बन रहा है 2 दी पावर 0, 2 दी पावर 1, 2 दी पावर 2, अगे 2 दी पावर 3 आ जाएगा, 2 दी पावर 4 आ जाएगा। तो जे मेरे को n नंबर ऑफ डिस्क है तो मेरे को 2 दी पावर n-1 लैवल ਜਿਹੜੇ नॉन लीव नोड होणगे वो आ जाणगे। 2 ਦੀ ਪਾਵਰ n ਹੋਣਗੀਆਂ ਫਾਈਨਲ ਵਰਟੈਕਸ, ਜਿਹੜਾ ਲਾਸਟ ਲੇਅਰ ਹੈ ਉਹਦੇ ਵਿੱਚ ਕਿੰਨੀਆਂ ਨੋਡ ਹੋਣਗੀਆਂ। ਠੀਕ ਹੈ, ਉਹਦਾ ਫਾਰਮੂਲਾ ਇਹ ਹੋ ਜਾਏਗਾ। ਬਟ ਵਰਟੈਕਸ ਨੋਡ ਜਿਹੜੀਆਂ ਨੇ ਉਹ ਆਪਣੀਆਂ ਇਸ ਫਾਰਮੂਲੇ ਦੇ ਨਾਲ ਕੈਲਕੂਲੇਟ ਹੋਣਗੀਆਂ। ਦਿਸ ਇਜ਼ ਕਲੀਅਰਲੀ ਅ ਜਿਓਮੈਟ੍ਰਿਕ ਸੀਰੀਜ਼ and that is number of recursive calls will be 2 raised to power ਕਿੰਨੀਆਂ ਕਾਲ ਹੋਣਗੀਆਂ ਉਹਦਾ ਫਾਰਮੂਲਾ ਨਿਕਲ ਕੇ ਆ ਗਿਆ 2 raised to power n-1 and which is exponential and it is of the order of 2 raised to power n। ठीक है, तो एल्गोरिथम की कंपलैक्सिटी किस चीज से डिपेंड करेगी इस केस दे विच कि अपने को टोटल नंबर ऑफ कॉल्स किन्नियां हो रही ने, रिकर्सिव कॉल्स किन्नियां हो रही ने। रिकर्सिव कॉल्स उन्नियां ही होणगियां जिन्नियां नंबर ऑफ डिस्क है। तो ਉਹਦਾ ਫਾਰਮੂਲਾ ਜਿਹੜਾ ਹੈਗਾ 2 raised to power n-1 ਬਣਦਾ ਹੈ। तो ਜੇ ਇਹ ਆਪਾਂ ਇਹਨਾਂ ਸਾਰਿਆਂ ਨੂੰ ਜੋੜ ਲਈਏ, तो ਜਿਨ੍ਹਾਂ ਨੇ ਮੈਥਮੈਟਿਕਸ ਪੜਿਆ ਹੋਵੇ ਸਮ ਆਫ ਅ ਸੀਰੀਜ਼ ਉਹਦੇ ਵਿੱਚ ਸਵਾਲ ਹੁੰਦੇ ਨੇ। तो if you find the sum of the series then you will get the answer। ਇਹ ਜਿਹੜਾ ਰਿਜ਼ਲਟ ਆ ਗਿਆ 2 raised to power n-1 which is basically ਉਹਦੇ ਵਿੱਚੋਂ -1 ਆਪਾਂ ਛੱਡ ਸਕਦੇ ਹਾਂ, ਇਗਨੋਰ ਕਰ ਸਕਦੇ ਹਾਂ ਬਿਕੋਜ਼ ਆਪਾਂ ਕੰਪਲੈਕਸਿਟੀ ਵਾਲੇ ਚੈਪਟਰ ਦੇ ਵਿੱਚ ਪੜਿਆ ਹੀ ਹੋਇਆ ਸੀਗਾ। ਤਾਂ ਆਪਣੇ ਕੋਲ ਜਿਹੜਾ ਫਾਰਮੂਲਾ ਆ ਜਾਂਦਾ that is of the order of 2 raised to power n। it is algorithm with the exponential order। exponential order है ये algorithm 2 raised to power n। ਹੁਣ ਇਹਦਾ ਮਤਲਬ ਕੀ ਹੈ ਦੇਖੋ ਕਿੰਨਾ ਸੋਚਣ ਵਾਲੀ ਗੱਲ। ਜੇ ਮੇਰੇ ਕੋਲ ਨੰਬਰ ਆਫ ਡਿਸਕ 64 ਹੋ ਜਾਣ, मैं n ਦੀ ਵੈਲਿਊ 64 ਰੱਖ ਲਈ ਤਾਂ ਨੰਬਰ ਆਫ ਮੂਵਸ ਕਿੰਨੀਆਂ ਹੋ ਗਿਆ 2 raised to power 64। ਹੁਣ 2 raised to power 64 ਕਿੱਡੀ ਕੁ ਵੱਡੀ ਰਕਮ ਹੈ। ਇਹਨੂੰ ਆਪਾਂ ਇਦਾਂ ਲਿਖ ਸਕਦੇ ਹਾਂ 2 raised to power 4 ਮਲਟੀਪਲਾਈ ਬਾਈ 2 raised to power 60। ਜਿਹੜਾ 64 ਹੈ ਜਦੋਂ ਆਪਾਂ ਮਲਟੀਪਲੀਕੇਸ਼ਨ ਕਰਦੇ ਆ ਤਾਂ ਜਿਹੜੀਆਂ ਪਾਵਰਾਂ ਨੇ ਉਹ ਐਡ ਹੋ ਜਾਂਦੀਆਂ, ਪਤਾ ਹੈ ਨਾ। तो ਆਪਾਂ ਇਹਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ 2 raised to power 4 ਮਲਟੀਪਲਾਈ ਬਾਈ 2 raised to power 60। 2 raised to power 4 ਮਲਟੀਪਲਾਈ ਬਾਈ 2 raised to power 60 ਨੂੰ ਆਪਾਂ ਲਿਖ ਸਕਦੇ ਆ 10 raised to power 18। ਜਿਹੜਾ 2 raised to power 60 ਹੈ that can be replaced with 10 raised to power 18 because 10 ਦੀ ਪਾਵਰ 3 ਜਿਹੜੀ ਕਿ 1000 ਹੁੰਦੀ ਹੈ,
ਜਿਹੜੀ ਕਿ ਆਲਮੋਸਟ ਇਕੁਇਵਲੈਂਟ, ਦਿਸ ਇਜ਼ ਆਲਮੋਸਟ ਇਕੁਇਵਲੈਂਟ 1024 ਤੇ 1024 ਕੀ ਹੈ 2 raised to power 10। ਠੀਕ ਹੈ, ਸੋ ਇਹ ਦੋਨੋਂ ਰਕਮਾਂ ਕਿਉਂਕਿ ਆਲਮੋਸਟ ਇਕੁਅਲ ਨੇ, ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ 10 ਦੀ ਪਾਵਰ 3 ਬਰਾਬਰ ਹੈ 2 ਦੀ ਪਾਵਰ 10 ਦੇ। ਆਲਮੋਸਟ ਇਕੁਅਲ ਹੈ, ਇਸ ਕਰਕੇ ਆਪਾਂ ਇੱਥੇ ਥੋੜੀ ਜਿਹੀ ਰਿਪਲੇਸਮੈਂਟ ਕਰ ਲੈਂਦੇ ਆ ਕਿ ਜੇ ਮੈਂ 2 ਦੀ ਪਾਵਰ 60 ਹੈ, ਠੀਕ ਹੈ, ਹੁਣ ਪਾਵਰ 60 ਨੂੰ ਜੇ ਮੈਂ 10 ਦੇ ਨਾਲ 2 ਦੀ ਪਾਵਰ 60 ਇਜ਼ ਇਕੁਅਲ ਟੂ 10 raised to power 18। ਠੀਕ, तो 10 ਦੀ ਪਾਵਰ 18 2 ਦੀ ਪਾਵਰ 60 ਦੇ ਬਰਾਬਰ ਕਿਉਂ ਹੋਈ? ਕਿਉਂਕਿ 10 ਦੀ ਪਾਵਰ 3 ਜਿਹੜੀ ਹੈ ਉਹ 2 ਦੀ ਪਾਵਰ 10 ਦੇ ਬਰਾਬਰ ਹੈ। ਠੀਕ, ਤਾਂ 10 ਦੀ ਪਾਵਰ 3 ਗੁਣਾ 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 10 ਦੀ ਪਾਵਰ 3, 3 3 6 3 9 3 12 ਤੇ 3 16 ਤੇ 3 18। ठीक है, इक्वल टू 2 raised to power 10 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 10 plus 10 plus 10 30 40 50 60 2 ਦੀ ਪਾਵਰ 60। ਠੀਕ, तो ਇਹਦੇ ਨਾਲ ਮਤਲਬ ਕੀ ਹੋ ਗਿਆ ਕਿ ਇਹ ਜਿਹੜੀ ਵੈਲਿਊ ਹੈ 10 ਦੀ ਪਾਵਰ 2 ਦੀ ਪਾਵਰ 60 that is almost equal to 10 raised to power 18। तो मैं ਇਹਨੂੰ ਇਸ ਤਰ੍ਹਾਂ ਕਰਕੇ ਲਿਖ ਲਿਆ, ਜਿਹਨੂੰ ਮੈਂ ਸੋਲਵ ਕਰਾਂ ਤਾਂ ਆਲਮੋਸਟ ਇਹ ਵੈਲਿਊ ਮੇਰੀ ਵੀ ਨਿਕਲ ਕੇ ਆਉਂਦੀ ਹੈ ਲਗਭਗ 1.6 ਮਲਟੀਪਲਾਈ ਬਾਈ 10 raised to power 19। ਤਾਂ ਇੰਨੀ ਵਾਰੀ ਮੈਨੂੰ ਮੂਵਮੈਂਟ ਕਰਨੀ ਪਏਗੀ ਡਿਸਕ ਦੀ, ਇੰਨੀ ਵਾਰੀ ਮੇਰੀ ਮੂਵਮੈਂਟ ਹੋਣੀ ਹੈ। there is about 3.2 into 10 raised to power 7 seconds in 1 year। ਇੱਕ ਸਾਲ ਦੇ ਵਿੱਚ ਇੰਨੇ ਸੈਕਿੰਡ ਹੁੰਦੇ ਨੇ ਲਗਭਗ। ਠੀਕ ਹੈ, ਔਰ ਮੈਂ ਇੰਨੀਆਂ ਮੂਵਸ ਕਰਨੀਆਂ ਨੇ ਤਾਂ ਮੈਨੂੰ ਕਿੰਨਾ ਟਾਈਮ ਲੱਗੇਗਾ? suppose that instruction could be carried out by a human being at the rate of 1 every second। ਜੇ ਮੈਂ 1 ਸੈਕਿੰਡ ਦੇ ਵਿੱਚ ਇੱਕ ਮੂਵਮੈਂਟ ਕਰਦਿਆਂ, ਇੱਕ ਪਲੇਟ ਇੱਕ ਪਾਸਿਓਂ ਕੱਢ ਕੇ ਦੂਸਰੇ ਪਾਸੇ ਪਾਤੀ। ਠੀਕ ਹੈ, ਇੱਕ ਮੂਵਮੈਂਟ ਦਾ ਮਤਲਬ ਕੀ ਹੈ ਕਿ ਇੱਕ ਟਾਵਰ 'ਚ ਇੱਕ ਪਲੇਟ ਕੱਢਣੀ ਹੈ, ਦੂਸਰੇ ਟਾਵਰ ਦੇ ਵਿੱਚ ਉਹਨੂੰ ਫਿੱਟ ਕਰਨਾ ਹੈ। ਤੇ ਜੇ ਮੈਂ 1 ਸੈਕਿੰਡ ਦੇ ਵਿੱਚ ਇੱਕ ਮੂਵਮੈਂਟ ਕਰ ਦਿਆਂ ਤਾਂ ਇੰਨੀਆਂ ਮੂਵਮੈਂਟਸ ਕਰਨ ਵਾਸਤੇ ਮੈਨੂੰ ਕਿੰਨਾ ਟਾਈਮ ਲੱਗੇਗਾ? that is take about 5 into 10 raised to power 11 years। ਇੰਨੇ ਸਾਲ ਮੈਨੂੰ ਲੱਗਣਗੇ, ਇੱਕ ਹਿਊਮਨ ਬੀਇੰਗ ਨੂੰ ਲੱਗਣਗੇ ਇੰਨੀਆਂ ਮੂਵਮੈਂਟਸ ਕਰਨ ਲਈ। that means n ਦੀ ਪਾਵਰ 64 ਡਿਸਕ, n is equal to 64। ਤਾਂ 64 ਪਲੇਟਾਂ ਵਾਸਤੇ ਜੇ ਮੈਂ ਇਸ ਪ੍ਰੋਬਲਮ ਨੂੰ ਸੋਲਵ ਕਰਨਾ ਹੈ ਤਾਂ ਮੈਨੂੰ ਕਿੰਨੇ ਸਾਲ ਲੱਗਣਗੇ? 5 ਗੁਣਾ 10 ਦੀ ਪਾਵਰ 11 ਸਾਲ। ਇਹ ਵੀ ਅਪਰੋਕਸੀਮੇਸ਼ਨ ਹੈ, ਬਿਨਾਂ ਰੁਕੇ ਕੰਟੀਨਿਊਸਲੀ। ਜੇ ਮੈਂ ਡਿਸਕ ਮੂਵ ਕਰਦਾ ਰਵਾਂ 1 ਸੈਕਿੰਡ ਦੇ ਵਿੱਚ ਇੱਕ ਮੂਵ ਕਰਾਂ ਤਾਂ ਮੈਨੂੰ ਇੰਨੇ ਸਾਲ ਲੱਗਣਗੇ। ਤੇ ਇੰਨੀ ਤਾਂ ਮੇਰੀ ਉਮਰ ਨਹੀਂ ਹੋਣੀ, ਕਿਉਂਕਿ ਹਲੇ ਤੱਕ ਆਪਣੇ ਯੂਨੀਵਰਸ ਦੀ ਉਮਰ ਜੋ ਮੰਨੀ ਗਈ ਹੈ that is 2 raised to power 2 into 10 raised to power 10, ਜਿਹੜੀ ਕਿ ਇਸ ਤੋਂ ਛੋਟੀ ਹੈ। ਠੀਕ ਹੈ, ਯੂਨੀਵਰਸ ਜਦ ਤੋਂ ਯੂਨੀਵਰਸ ਬਣਿਆ ਤਦ ਤੋਂ ਹੁਣ ਤੱਕ ਜਿੰਨਾ ਸਮਾਂ ਲੰਘ ਗਿਆ ਇਹ ਟਾਈਮ ਉਸ ਤੋਂ ਵੀ ਕਿਤੇ ਵੱਧ ਆ। that means ਹਿਊਮਨ ਬੀਇੰਗ ਵਾਸਤੇ ਜਿਹੜਾ ਆ ਕੰਮ ਆ 64 ਡਿਸਕਾਂ ਨੂੰ ਇੱਕ ਟਾਵਰ ਤੋਂ ਦੂਸਰੇ ਟਾਵਰ ਤੇ ਸ਼ਿਫਟ ਕਰਨਾ, ਇਸ ਕੰਡੀਸ਼ਨ ਦੇ ਨਾਲ ਕਿ ਕਿਸੇ ਵੀ ਲੈਵਲ ਤੇ ਕੋਈ ਡਿਸਕ ਛੋਟੀ ਡਿਸਕ ਵੱਡੀ ਡਿਸਕ ਦੇ ਹੇਠਾਂ ਨਹੀਂ ਆਏਗੀ। ਇਹ ਕੰਮ ਕਰਨਾ ਇੱਕ ਬੰਦੇ ਦੀ ਲਾਈਫ ਸਪੈਨ ਵਾਸਤੇ ਕੀ, ਇੱਕ ਬੰਦੇ ਦੇ ਕੀ ਸਦੀਆਂ ਦੇ ਵਿੱਚ ਜਿੰਨੇ ਹੁਣ ਤੱਕ ਹਿਊਮਨ ਬੀਇੰਗ ਹੋਏ ਆ ਉਹਨਾਂ ਵਾਸਤੇ ਵੀ ਇਹ ਪੋਸੀਬਲ ਨਹੀਂ ਹੈ। ਸੋ ਤੁਸੀਂ ਆਸਾਨੀ ਨਾਲ ਅੰਦਾਜ਼ਾ ਲਗਾ ਸਕਦੇ ਹੋ ਕਿ ਪ੍ਰੋਬਲਮ ਕਿੰਨੀ ਕੁ ਕੰਪਲੈਕਸ ਹੈ। ਜਿਉਂ-ਜਿਉਂ ਆਪਾਂ ਇਨਕਰੀਜ਼ ਕਰਦੇ ਹਾਂ ਸਾਈਜ਼, ਇਹ ਪ੍ਰੋਬਲਮ ਸੋਲਵ ਨਹੀਂ ਹੁੰਦੀ। 3 ਤੱਕ ਦੀ ਐਗਜ਼ਾਮਪਲ ਤੁਹਾਨੂੰ ਮੈਂ ਦਿਖਾਈ ਹੈ। ਜੇ ਤੁਸੀਂ ਇਹਨੂੰ 4 ਵਾਲੀ ਤੇ ਲੈ ਕੇ ਜਾਓਗੇ ਤੁਹਾਨੂੰ ਆਪੇ ਪਤਾ ਲੱਗੂਗਾ ਕਿੰਨੀ ਕੰਪਲੈਕਸ ਹੋ ਗਈ। ਉਹਨੂੰ 5 ਤੇ ਲੈ ਕੇ ਜਾਓ ਫਿਰ ਪਤਾ ਲੱਗੇਗਾ, ਬਿਕੋਜ਼ ਇਟ ਇਜ਼ ਐਕਸਪੋਨੈਂਸ਼ੀਅਲ। ਉਹ ਐਕਸਪੋਨੈਂਸ਼ੀਅਲੀ ਵੱਧ ਰਹੀ ਹੈ ਪ੍ਰੋਬਲਮ, ਸੋ ਇਸ ਕਰਕੇ ਇਹ ਪ੍ਰੋਬਲਮ ਆ ਰਹੀ ਹੈ। ਠੀਕ, ਹੁਣ ਇਹਨੂੰ ਦੇਖੀਏ ਜੇ ਆਪਾਂ ਕੰਪਿਊਟਰ ਲੈ ਕੇ ਆਈਏ। ਸੋ ਆਪਣੇ ਕੋਲ ਮੰਨ ਲਓ Core i7 ਇੱਕ ਕੰਪਿਊਟਰ ਜਿਹੜੇ ਲੇਟੈਸਟ ਚੱਲ ਰਹੇ ਹੈ, ਜਿਨ੍ਹਾਂ ਦੀ ਸਪੀਡ ਹੁੰਦੀ ਹੈ 1.7 into 10 raised to power 11 ਇੰਸਟਰਕਸ਼ਨ ਪਰ ਸੈਕਿੰਡ। ਇੱਕ ਸੈਕਿੰਡ ਦੇ ਵਿੱਚ ਉਹ ਇੰਨੀਆਂ ਇੰਸਟਰਕਸ਼ਨ ਐਗਜ਼ੀਕਿਊਟ ਕਰ ਜਾਂਦੇ ਆ। ਐਟ ਦਿਸ ਸਪੀਡ ਜੇ ਆਪਾਂ ਇੰਨੀਆਂ ਇੰਸਟਰਕਸ਼ਨ ਐਗਜ਼ੀਕਿਊਟ ਕਰਨੀਆਂ ਹੋਣ ਇਸ ਸਪੀਡ ਦੇ ਹਿਸਾਬ ਨਾਲ ਤਾਂ ਟੋਟਲ ਕਿੰਨਾ ਟਾਈਮ ਲੱਗੂਗਾ? ਲਗਭਗ 3.25 ਸਾਲ। ਤੋਂ 3.25 ਸਾਲਾਂ ਬਾਅਦ 64 ਡਿਸਕਾਂ ਇੱਕ ਕੰਪਿਊਟਰ ਆਪਾਂ ਨੂੰ ਸ਼ਿਫਟ ਕਰਕੇ ਦੇਗਾ, ਜਿਹੜਾ ਕਿ ਮਚ ਲੈਸ ਦੈਨ ਅ ਹਿਊਮਨ ਬੀਇੰਗ। ਸੋ ਹਿਊਮਨ ਬੀਇੰਗ ਵਾਸਤੇ ਇਹ ਚੀਜ਼ ਪੋਸੀਬਲ ਹੀ ਨਹੀਂ ਸੀ, ਬਟ ਕੰਪਿਊਟਰ ਫੇਰ ਵੀ
3 ਸਾਲ ਲਗਾ ਕੇ ਆਪਣੀ ਜਿਹੜੀ ਅਚੀਵਮੈਂਟ ਹੈ 64 ਡਿਸਕਾਂ ਨੂੰ ਮੂਵ ਕਰਕੇ ਦਿਖਾ ਦੇਗਾ। So that is the benefit of recursive functions के and you can say computer also। तो कंप्यूटर इन्ना फास्ट है ਇਹ ਜੇ टास्क ਉਹ ਛੇਤੀ ਕਰ ਸਕਦਾ ਹੈ ਹਿਊਮਨ ਬੀਇੰਗਸ ਤੋਂ। ठीक, so अपने को ਜਿਹੜੇ की step है, what are the key steps in all this lecture? Begin by asking yourself how can this problem be divided into parts? Once you have a simple small step toward the solution, ask whether the remainder of the problem can be solved in the same or a similar way। ठीक, so base case ਲੱਭਣਾ ਜ਼ਰੂਰੀ ਹੈ। find a stopping rule। ਸਭ ਤੋਂ ਪਹਿਲਾਂ ਤਾਂ ਡਿਵਾਈਡ ਕਿਵੇਂ ਹੋਏਗੀ ਤੇ ਸਟਾਪ ਕਿੱਥੇ ਕਰਨਾ ਹੈ। ਇਹ ਦੋ ਚੀਜ਼ਾਂ ਜੇ ਤੁਸੀਂ ਲੱਭ ਲਓ ਤਾਂ ਤੁਸੀਂ ਕਿਸੇ ਵੀ ਪ੍ਰੋਗਰਾਮ ਨੂੰ ਐਲਗੋਰਿਦਮ ਨੂੰ ਜਿਹੜਾ ਕਿ ਆਈਟਰੇਟਿਵ ਇਨ ਨੇਚਰ ਸੀਗਾ ਉਹਨੂੰ ਰਿਕਰਸਿਵ ਇਨ ਨੇਚਰ ਬਣਾ ਸਕਦੇ ਹੋ। ਸੋ ਸਟੈਪਿੰਗ ਰੂਲ ਜਿਹੜਾ ਹੈ ਉਹ ਕੀ ਹੈ? ਯੂਜ਼ਲੀ ਇਟ ਇਜ਼ ਅ ਸਮਾਲ ਸਪੈਸ਼ਲ ਕੇਸ that is trivial or easy to handle without recursion, ਜਿਹੜਾ ਜਿਹਦਾ ਆਨਸਰ ਆਪਾਂ ਨੂੰ ਰਿਕਰਜਨ ਤੋਂ ਬਿਨਾ ਮਿਲ ਜਾਂਦਾ ਹੈ। so that is our stopping rule। ਤੇ ਜੇ ਆਪਾਂ ਉਹ ਜਿਹਾ ਸਟਾਪਿੰਗ ਰੂਲ ਬਣਾ ਲਈਏ ਤੇ ਆਪਾਂ ਇਹ ਦੇਖ ਲਈਏ ਕਿ ਸਾਡੀ ਪ੍ਰੋਬਲਮ ਛੋਟੇ ਸਟੈਪ ਦੇ ਵਿੱਚ ਕਿਵੇਂ ਬ੍ਰੇਕ ਡਾਊਨ ਹੋਏਗੀ ਤਾਂ ਆਪਾਂ ਰਿਕਰਸਿਵ ਸੋਲੂਸ਼ਨ ਬਣਾ ਸਕਦੇ ਹਾਂ। ਠੀਕ ਹੈ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਲਮੋਸਟ ਆਪਾਂ ਡਿਸਕਸ ਕਰ ਹੀ ਲਈਆਂ ਕਿ outline your combine the stopping rule and the key step using the if statement and verify that the recursion will always terminate। all possible base case are must be considered and be sure that your algorithm correctly handle all the possible base case। ਕਿਉਂਕਿ ਜੇ base case ਆਪਣਾ ਵਿੱਚੋਂ ਰਹਿ ਗਿਆ, base case ਛੁੱਟ ਗਿਆ ਤਾਂ ਆਪਣਾ ਪ੍ਰੋਗਰਾਮ ਜਿਹੜਾ ਕਿਸੇ ਵੀ ਵੇਲੇ ਲੂਪ ਦੇ ਵਿੱਚ ਆਪਣੇ ਉਹਦੇ ਚ ਸਟੈਕ ਦੇ ਮੈਮਰੀ ਕੰਜ਼ਿਊਮ ਕਰੀ ਜਾਏਗਾ ਔਰ ਕਿਸੇ ਵੀ ਵੇਲੇ ਕ੍ਰੈਸ਼ ਹੋ ਸਕਦਾ ਹੈ। ਠੀਕ, ਸੋ ਇਹ ਆਪਣਾ ਜਨਰਲ ਸਟਰਕਚਰ ਹੋਏਗਾ ਕਿਸੇ ਵੀ ਰਿਕਰਸਿਵ ਫੰਕਸ਼ਨ ਦਾ। ਇਫ ਕੰਡੀਸ਼ਨ ਹੋਏਗੀ, ਜੇ ਕੰਡੀਸ਼ਨ ਟਰੂ ਹੋਏਗੀ ਤਾਂ ਆਪਾਂ ਬੇਸ ਕੇਸ ਜਿਹੜਾ ਕਿ ਬੇਸ ਕੇਸ ਹੋਏਗਾ ਤਾਂ ਆਪਾਂ ਸੋਲੂਸ਼ਨ ਸਟੇਟਮੈਂਟ ਦਵਾਂਗੇ, ਨਹੀਂ ਤਾਂ ਆਪਾਂ ਆਪਣੇ ਫੰਕਸ਼ਨ ਨੂੰ ਆਪਣੇ ਆਪ ਫੰਕਸ਼ਨ ਆਪਣੇ ਆਪ ਨੂੰ ਕਾਲ ਕਰੇਗਾ। that is called ਜਨਰਲ ਕੇਸ। तो ਆਪਣੇ ਕੋਲ ਦੋ ਹੀ ਕੇਸ ਹੈ, ਬੇਸ ਕੇਸ ਐਂਡ ਜਨਰਲ ਕੇਸ। ਕਿ ਜੇ ਬੇਸ ਕੇਸ ਕੰਡੀਸ਼ਨ ਮੈਟ ਹੁੰਦੀ ਹੈ ਫਿਰ ਆਪਾਂ ਕੀ ਕਰਨਾ ਹੈ ਔਰ ਜੇ ਅਦਰ ਬਾਕੀ ਸਾਰੇ ਕੇਸਿਸ ਦੇ ਵਿੱਚ ਆਪਾਂ ਕੀ ਕਰਨਾ ਹੈ। ਠੀਕ, ਹੁਣ ਆਪਾਂ ਥੋੜੀਆਂ ਜਿਹੀਆਂ ਜਿਹੜੀਆਂ ਐਗਜ਼ਾਮਪਲਸ ਹੈਗੀਆਂ ਨੇ ਠੀਕ ਹੈ ਇਹਦੇ ਵਿੱਚ ਹਾਂ certain problems are recursive solution is the most natural। there are some programming language like Lisp ਦਾ ਮੇਬੀ ਤੁਸੀਂ ਨਾਮ ਸੁਣਿਆ ਹੋਵੇ, that does not support looping structure। ਉਹਦੇ ਚ ਲੂਪ ਹੈ ਨਹੀਂਗੀ, ਤੁਸੀਂ for loop while loop ਉਹਦੇ ਚ ਨਹੀਂ ਬਣਾ ਸਕਦੇ। there is no looping structure in this kind of languages। so ਜੇ ਤੁਸੀਂ recursion ਕੀਤੀ ਹੋਏਗੀ there is only recursion that is available in those languages and recursion is the only way to implement loops in them। so ਜੇ ਤੁਸੀਂ recursion ਸਮਝੀ ਹੋਏਗੀ ਤਾਂ ਹੀ ਤੁਸੀਂ ਇਹ ਸਾਰਾ ਕੁਝ ਕਰ ਪਾਓਗੇ। ਠੀਕ, ਸੋ ਟੇਲ ਰਿਕਰਜਨ ਤੁਹਾਡੇ ਸਿਲੇਬਸ ਚ ਨਹੀਂ ਹੈਗੀ, ਇਹ ਮੈਂ ਤੁਹਾਨੂੰ ਨਹੀਂ ਕਰਾਉਣੀ ਹੈ। ਲਾਸਟ ਦੇ ਵਿੱਚ ਮੈਂ ਤੁਹਾਨੂੰ ਥੋੜੀਆਂ ਜਿਹੀਆਂ ਐਗਜ਼ਾਮਪਲਸ ਦਿਖਾ ਦਿੰਨਾ, ਇਹ ਵੀ ਟੇਲ ਰਿਕਰਜਨ ਹੀ ਹੈ। this is example when not to use recursion। okay, guidelines ਕਿ recursion use ਕਦੋਂ ਕਰਨੀ ਹੈ। when not to use recursion, use the recursion tree to analyze। ਸਭ ਤੋਂ ਪਹਿਲਾਂ ਤਾਂ ਆਪਾਂ recursion tree ਬਣਾਵਾਂਗੇ, ਉੱਥੋਂ ਆਪਾਂ ਨੂੰ ਪਤਾ ਲੱਗੇਗਾ ਕਿ ਆਪਾਂ recursion ਕਰਨੀ ਹੈ ਕਿ ਨਹੀਂ ਕਰਨੀ। ਠੀਕ, so if a function call makes only one recursive call to itself, ਫੰਕਸ਼ਨ ਆਪਣੇ ਆਪ ਨੂੰ ਕਾਲ ਕਰ ਰਿਹਾ ਬਟ ਇੱਕੋ ਹੀ ਕਾਲ ਕਰ ਰਿਹਾ। ਠੀਕ ਹੈ, ਸੋ ਫੰਕਸ਼ਨ ਨੇ ਆਪਣੇ ਆਪ ਨੂੰ ਕਾਲ ਕੀਤਾ, ਉਹਨੇ ਫਿਰ ਆਪਣੇ ਆਪ ਨੂੰ ਕਾਲ ਕੀਤਾ, ਉਹਨੇ ਫਿਰ ਆਪਣੇ ਆਪ ਨੂੰ ਕਾਲ ਕੀਤਾ, ਤਾਂ ਇਦਾਂ ਦਾ ਟਰੀ ਬਣੇਗਾ। ਜਦੋਂ ਇਦਾਂ ਦਾ ਟਰੀ ਬਣੇਗਾ ਇਟ ਇਜ਼ ਜਸਟ ਅ ਚੇਨ, ਇੱਕ ਚੇਨ ਕ੍ਰੀਏਟ ਹੋ ਰਹੀ ਹੈ which is equivalent to linked list। so in such a case transformation from recursion to iteration is easy and can save both space and time। ਠੀਕ ਹੈ, ਉਸ ਕੇਸ ਦੇ ਵਿੱਚ ਆਪਾਂ ਕੀ ਯੂਜ਼ ਕਰਨਾ ਹੈ, ਆਈਟਰੇਟਿਵ ਸੋਲੂਸ਼ਨ ਯੂਜ਼ ਕਰਨਾ ਹੈ, ਆਪਾਂ ਨੇ ਰਿਕਰਸਿਵ ਸੋਲੂਸ਼ਨ ਨੂੰ ਯੂਜ਼ ਨਹੀਂ ਕਰਨਾ। ਠੀਕ, ਤਾਂ ਪਹਿਲੀ ਚੀਜ਼ ਚੈੱਕ ਕੀ ਕਰਨਾ ਹੈ, ਆਪਾਂ ਰਿਕਰਜਨ ਟਰੀ ਬਣਾਵਾਂਗੇ। ਜੇ ਆਪਣੇ ਟਰੀ ਦਾ ਸਟਰਕਚਰ ਇਸ ਤਰ੍ਹਾਂ ਦਾ ਬਣ ਰਿਹਾ ਹੈ, it is just like a chain or it's just like a linked list, then we will convert our problem into iterative। we will not use the recursive solution। if the recursion tree involves duplicate task, ਜੇ ਉਹਦੇ ਚ ਡੁਪਲੀਕੇਟ ਹੈਗੇ ਨੇ ਫਿਰ ਆਪਾਂ ਕੁਝ ਹੋਰ ਡਾਟਾ ਸਟਰਕਚਰ ਯੂਜ਼ ਕਰਾਂਗੇ, ਸਟੈਕ ਨੂੰ ਯੂਜ਼ ਨਹੀਂ ਕਰਨਾ। ਬਿਕੋਜ਼ ਜਿਹੜੀ ਰਿਕਰਜਨ ਹੈ ਇਹਦੀ ਇੰਪਲੀਮੈਂਟੇਸ਼ਨ ਸਟੈਕ ਦੇ ਥਰੂ ਹੀ ਹੁੰਦੀ ਹੈ। ਰਿਕਰਜਨ ਦੇ ਵਿੱਚ ਕੀ ਹੈ, ਸਟੇਟ ਨੂੰ ਆਪਾਂ ਸੇਵ ਕਰਨਾ ਹੁੰਦਾ ਹੈ ਤੇ ਉਹ ਸਟੇਟ ਜਿਹੜੀ ਆ ਉਹ ਹਮੇਸ਼ਾ ਸਟੈਕ ਦੇ ਵਿੱਚ ਜਾਏਗੀ। ਤਾਂ ਮੇਰੇ ਖਿਆਲ ਆਪਾਂ ਸਟੈਕ ਵਾਲੇ ਲੈਕਚਰ ਦੇ ਵਿੱਚ ਇਹਨੂੰ ਡਿਸਕਸ ਵੀ ਕੀਤਾ ਹੋਇਆ। ਸੋ ਜੇ ਡੁਪਲੀਕੇਟ ਟਾਸਕ ਹੈਗੇ ਆ
ਤਾਂ ਵੀ ਆਪਾਂ ਰਿਕਰਜਨ ਦਾ ਇੱਕ ਸਪੈਸ਼ਲ ਕੇਸ ਯੂਜ਼ ਕਰਾਂਗੇ ਜਿਹਦੇ ਵਿੱਚ ਆਪਾਂ ਸਟੈਕ ਨੂੰ ਯੂਜ਼ ਨਹੀਂ ਕਰਾਂਗੇ, ਕੋਈ ਹੋਰ ਟੈਕਨੋਲੋਜੀ ਜਿਹੜੀ ਹੈ ਡਾਇਨਾਮਿਕ ਪ੍ਰੋਗਰਾਮਿੰਗ ਦਾ ਕਨਸੈਪਟ ਹੁੰਦਾ, ਮੇਬੀ ਤੁਸੀਂ ਐਲਗੋਰਿਥਮ ਚ ਪੜਿਆ ਹੋਵੇ ਤਾਂ ਉਸ ਨੂੰ ਯੂਜ਼ ਕਰਾਂਗੇ। so if the tree does not contain duplicate task then we can use recursion। recursion ਕਦੋਂ ਯੂਜ਼ ਕਰਨੀ ਹੈ? ਜਦੋਂ ਟਰੀ ਦੇ ਵਿੱਚ ਨਾ ਤਾਂ ਚੇਨ ਲਾਈਕ ਸਟਰਕਚਰ ਹੋਵੇ, ਨਾ ਹੀ ਉਹਦੇ ਵਿੱਚ ਡੁਪਲੀਕੇਟ ਟਾਸਕ ਹੋਣ, ਤਦ ਆਪਾਂ ਆਪਣੇ ਰਿਕਰਸਿਵ ਪ੍ਰੋਗਰਾਮ ਨੂੰ ਯੂਜ਼ ਕਰਾਂਗੇ। ਅਦਰਵਾਈਜ਼ ਰਿਕਰਜਨ ਨਾਲੋਂ ਆਈਟਰੇਸ਼ਨ ਨੂੰ ਯੂਜ਼ ਕਰਨਾ ਜ਼ਿਆਦਾ ਬੈਟਰ ਹੈ। ਠੀਕ, ਸੋ ਦਿਸ ਇਜ਼ ਐਗਜ਼ਾਮਪਲ। ਜਦੋਂ ਆਪਾਂ ਫੈਕਟੋਰੀਅਲ ਦੀ ਗੱਲ ਕਰਦੇ ਆ, n ਫੈਕਟੋਰੀਅਲ ਕੱਢਣਾ ਸੀ, n ਨੇ n-1 ਨੂੰ ਕਾਲ ਕਰ ਲਿਆ, n-1 ਨੇ n-2 ਨੂੰ ਕਾਲ ਕਰ ਲਿਆ, ਕਰਦੇ ਸੋ ਜਿਹੜਾ ਰਿਕਰਜਨ ਟਰੀ ਹੈ ਉਹ ਇਸ ਤਰ੍ਹਾਂ ਦਾ ਬਣ ਰਿਹਾ ਹੈ। ਜਦੋਂ ਇਸ ਤਰ੍ਹਾਂ ਦਾ ਬਣ ਰਿਹਾ, ਇਟ ਇਜ਼ ਜਸਟ ਲਾਈਕ ਅ ਚੇਨ ਔਰ ਅ ਲਿੰਕ ਲਿਸਟ, then it will require more space and time to convert it into ਜਦੋਂ more space and time ਲਏਗਾ ਤਾਂ solution ਕੀ ਹੈ? convert it into iterative version। ਤਾਂ ਆਪਾਂ ਫੈਕਟੋਰੀਅਲ ਕੱਢਣ ਵਾਸਤੇ ਰਿਕਰਸਿਵ ਫੰਕਸ਼ਨ ਨੂੰ ਯੂਜ਼ ਨਹੀਂ ਕਰਾਂਗੇ, ਬਲਕਿ ਲੂਪ ਦੇ ਥਰੂ, ਫੋਰ ਲੂਪ ਲਗਾ ਕੇ ਜਾਂ ਵਾਈਲ ਲੂਪ ਲਗਾ ਕੇ ਲੂਪ ਦੇ ਥਰੂ ਫੈਕਟੋਰੀਅਲ ਵਾਲਾ ਪ੍ਰੋਗਰਾਮ ਜਿਹੜਾ ਹੈ ਉਹਨੂੰ that will be much better than the recursive function। ਠੀਕ, ਇੱਕ ਹੋਰ ਫੈਬੋਨਿਕੀ ਵਾਲਾ, ਫੈਬੋਨਿਕੀ ਸੀਰੀਜ਼ ਮੇ ਵੀ ਤੁਸੀਂ ਸੁਣੀ ਹੋਵੇ, ਫੈਬੋਨਿਕੀ ਨੰਬਰ ਨੂੰ ਫਾਈਂਡ ਆਊਟ ਕਰਨ ਵਾਸਤੇ। ਤਾਂ ਸੋਲੂਸ਼ਨ ਕੀ ਹੈ? f ਨੋਡ 0 1 ਤਾਂ ਨੈਕਸਟ ਵੈਲਿਊ ਕੱਢਣ ਵਾਸਤੇ ਜੋ ਆਪਣਾ ਫਾਰਮੂਲਾ ਹੈ n-1 n-2 ਦੋਨਾਂ ਦੀ ਐਡੀਸ਼ਨ ਕਰ। ਫॉर ਆਲ ਦਾ ਵੈਲਿਊਜ਼ that are n more than equal to 2, so ਆਪਣੇ ਕੋਲ ਜਿਹੜਾ ਸੋਲੂਸ਼ਨ ਹੈ that is we will add the previous two terms n-1 and n-2 by adding the previous two terms we will calculate the new value। so that means our Fibonacci series is 0 1 1 2 3 3 plus 2 5 5 plus 3 8 and so on। this is our Fibonacci series। okay, so to find out the solution of this particular problem, to find out the Fibonacci series, we can use a recursive method। if you use a recursive method, we will our method will look like this। if n is less than 0, we will return 0। if n is equal to 1, we will return 1। these two are our base case। ਇਹਨਾਂ ਦੋਨਾਂ ਕੇਸਿਸ ਦੇ ਵਿੱਚ ਆਪਾਂ ਆਪਣੇ ਫੰਕਸ਼ਨ ਨੂੰ ਦੁਬਾਰਾ ਕਾਲ ਨਹੀਂ ਕਰ ਰਹੇ। ਜੇ n ਦੀ ਵੈਲਿਊ 2 ਤੋਂ ਵੱਧ ਹੈ, else we will return Fibonacci n-1 Fibonacci n-2। ਪਿਛਲੀਆਂ ਦੋ ਰਕਮਾਂ ਨੂੰ ਵਿੱਚ ਪਲੱਸ ਆਪਾਂ ਨੇ ਪਾਤਾ, ਇਹ ਪਲੱਸ ਜਿਹੜਾ ਹੈ ਦੋਨਾਂ ਜੋ ਇਹਦਾ ਆਨਸਰ ਆਏਗਾ ਦੋਨਾਂ ਨੂੰ ਐਡ ਕਰਕੇ that will be returned by this particular method। so this is very small program। Fibonacci 3 ਲਾਈਨਾਂ ਦੇ ਵਿੱਚ ਖਤਮ ਹੋ ਗਿਆ ਦੇਖੋ, but it can generate any Fibonacci number, any Fibonacci series। okay, now the result stored on the stack are discarded and there are lot of duplicate tasks in the tree। ਜੇ ਤੁਸੀਂ ਆਪਾਂ ਇਹਦਾ ਟਰੀ ਬਣਾ ਕੇ ਦੇਖੀਏ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਟਰੀ ਬਣੇਗਾ। ਠੀਕ, तो इस ट्री ਦੇ ਵਿੱਚ ਕੀ ਹੈ ਦੇਖੋ ਧਿਆਨ ਨਾਲ, f1 f6 f5 f5 नहीं f7 है, this is f7 f7 call f6 and f5 6 ਵਾਸਤੇ ਆਪਾਂ ਨੂੰ ਕਾਲ ਕਰਨਾ ਪਏਗਾ 5 and 4 ਲਈ, 5 ਵਾਸਤੇ ਕਾਲ ਕਰਨਾ ਪਏਗਾ 4 and 3 ਨੂੰ, 4 ਵਾਸਤੇ ਕਾਲ ਕਰਨਾ ਪਏਗਾ 3 and 2 ਨੂੰ, 3 ਵਾਸਤੇ ਕਾਲ ਕਰਨਾ ਪਏਗਾ 2 and 1 ਨੂੰ, 2 ਵਾਸਤੇ ਕਾਲ ਕਰਨਾ ਪਏਗਾ 1 and 0 ਨੂੰ। 1 and 0 ਦੇ ਵਿੱਚ ਆਪਣੇ ਕੋਲ ਆਨਸਰ ਪਤਾ ਹੈ। ਠੀਕ ਹੈ, ਜਦੋਂ ਆਪਣੇ ਕੋਲ 1 and 0 ਆ ਗਿਆ ਫਿਰ ਆਪਾਂ ਨੂੰ ਆਨਸਰ ਪਤਾ ਹੈ ਕਿ f0 ਜਿਹੜਾ ਹੈ ਉਹ 0 ਰਹਿਣਾ, 1 ਜਿਹੜਾ 1 ਰਹਿਣਾ ਹੈ। ਤਾਂ ਇੱਥੇ ਆਪਾਂ ਰਿਟਰਨ ਕਰਾਂਗੇ। ਹੁਣ ਤੁਸੀਂ ਦੇਖੋ ਜਦੋਂ ਇਸ ਟਰੀ ਦੇ ਵਿੱਚ ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਕੀ ਦਿਖ ਰਿਹਾ ਹੈ? there is a lot of duplication task। f2 ਦੀ ਵੈਲਿਊ ਆਪਾਂ ਨੂੰ ਇੱਥੇ ਵੀ ਚਾਹੀਦੀ ਹੈ, ਇੱਥੇ ਵੀ ਚਾਹੀਦੀ ਹੈ, ਇੱਥੇ ਵੀ ਚਾਹੀਦੀ ਹੈ, f2 ਦੀ ਵੈਲਿਊ ਇੱਥੇ ਵੀ ਚਾਹੀਦੀ ਹੈ, ਇੱਥੇ ਵੀ ਚਾਹੀਦੀ ਹੈ, तो ਇੱਥੇ ਵੀ ਚਾਹੀਦੀ ਹੈ, ਇੱਥੇ ਵੀ f2 ਹੈ, ਇੱਥੇ ਵੀ f2 ਹੈ। ਸੋ ਇੱਕ f2 ਭਾਵੇਂ ਉਹ ਇੱਥੇ ਕਾਲ ਹੋ ਰਿਹਾ, ਭਾਵੇਂ ਇੱਥੇ ਕਾਲ ਹੋ ਰਿਹਾ, ਭਾਵੇਂ ਇੱਥੇ ਕਾਲ ਹੋ ਰਿਹਾ, ਕੈਲਕੂਲੇਸ਼ਨ ਤਾਂ ਉਹਨੇ ਸੇਮ ਉਹੀ ਕਰਨੀਆਂ ਨੇ, ਉਹਨੇ ਕੋਈ ਵੀ ਡਿਫਰੈਂਟ ਕੈਲਕੂਲੇਟ ਨਹੀਂ ਕਰਨਾ। ਸਿਮਿਲਰਲੀ f3 ਇੱਥੇ ਵੀ ਕਾਲ ਹੋ ਰਿਹਾ, f3 ਇੱਥੇ ਵੀ ਕਾਲ ਹੋ ਰਿਹਾ, f3 f3 f3। ਸਿਮਿਲਰਲੀ f4 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 f5 f5। ਠੀਕ, ਸੋ देयर आर लॉट ऑफ डुप्लीकेशन। लॉट ऑफ डुप्लीकेशन ਦਾ ਮਤਲਬ ਕੀ ਹੈ ਕਿ ਇਸ ਕੇਸ ਨੂੰ ਵੀ ਆਪਾਂ ਰਿਕਰਜਨ ਦੇ ਨਾਲ ਸੋਲਵ ਨਹੀਂ ਕਰਨਾ। ਠੀਕ ਹੈ, ਸੋ ਜਦੋਂ ਸਬ ਪ੍ਰੋਗਰਾਮ ਕਾਲ ਦਾ ਆਪਾਂ ਨੇ ਟਰੀ ਕ੍ਰੀਏਟ ਕਰਨਾ ਹੈ, ਜੇ ਟਰੀ ਚੇਨ ਲਾਈਕ ਸਟਰਕਚਰ ਹੈ
ਤਾਂ ਵੀ ਆਪਾਂ ਰਿਕਰਜਨ ਯੂਜ਼ ਨਹੀਂ ਕਰਨੀ, ਆਪਾਂ ਨੇ ਆਈਟਰੇਟਿਵ ਮੈਥਡ ਨੂੰ ਯੂਜ਼ ਕਰਨਾ ਹੈ। ਜੇ ਟਰੀ ਦੇ ਵਿੱਚ ਲੋਟ ਆਫ ਡੁਪਲੀਕੇਸ਼ਨਸ ਆ ਰਹੀਆਂ ਨੇ, ਸੇਮ ਫੰਕਸ਼ਨ ਬਾਰ-ਬਾਰ ਕੈਲਕੂਲੇਟ ਹੋ ਰਿਹਾ ਹੈ, ਤਾਂ ਬਜਾਏ ਇਸ ਦੇ ਕਿ ਉਹਨੂੰ ਬਾਰ-ਬਾਰ ਕੈਲਕੂਲੇਟ ਕਰੀਏ, ਆਪਾਂ f2 ਦੀ ਵੈਲਿਊ ਕੱਢ ਕੇ ਕਿਤੇ ਰੱਖ ਲੈਂਦੇ ਆ ਕਿ ਜੇ f2 ਦੀ ਵੈਲਿਊ ਮੰਨ ਲਓ 6 ਨਿਕਲਦੀ ਹੈ, ਤਾਂ ਆਪਾਂ ਕਹਿੰਦੇ ਆ ਕਿ ਜਿੱਥੇ ਜਿੱਥੇ f2 ਹੈ ਉੱਥੇ ਉੱਥੇ 6 ਰਿਪਲੇਸ ਕਰ ਦਾਂਗੇ, ਬਜਾਏ ਇਸ ਦੇ ਕਿ ਉਹਨੂੰ ਦੁਬਾਰਾ ਕੈਲਕੂਲੇਟ ਕਰਨ ਦੇ। ਠੀਕ ਹੈ, ਸੋ ਇਸ ਕੇਸ ਦੇ ਵਿੱਚ ਆਪਾਂ ਰਿਕਰਸਿਵ ਮੈਥਡ ਨੂੰ ਅਵੋਇਡ ਕਰਾਂਗੇ। ਸਿਮਿਲਰਲੀ f3 ਦੀ ਵੈਲਿਊ ਕੱਢ ਕੇ ਰੱਖ ਲੈਂਦੇ ਆ, f4 ਦੀ ਵੈਲਿਊ ਕੱਢ ਕੇ ਰੱਖ ਲੈਂਦੇ ਆ। ਜਦੋਂ ਫਸਟ ਟਾਈਮ ਮੈਥਡ ਕਾਲ ਹੋਇਆ ਸੀ ਉਦੋਂ ਆਪਾਂ ਉਹਦੀ ਵੈਲਿਊ ਕੈਲਕੂਲੇਟ ਕੀਤੀ, ਔਰ ਉਸ ਵੈਲਿਊ ਨੂੰ ਆਪਾਂ ਕਿਤੇ ਟੈਂਪਰੇਰੀ ਲਈ a b c d 4 ਵੇਰੀਏਬਲ ਬਣਾ ਲਏ। ਠੀਕ ਹੈ, ਉਹਨਾਂ ਵੇਰੀਏਬਲ ਦੇ ਵਿੱਚ ਵੈਲਿਊ ਸਟੋਰ ਕਰ ਲਈਆਂ। ਹੁਣ ਜਿੱਥੇ f2 ਨੂੰ ਕਾਲ ਪਈ ਹੈ, ਬਜਾਏ ਇੱਥੇ ਇਹਨੂੰ ਕਾਲ ਕਰਨ ਦੇ ਆਪਾਂ f2 ਦੀ ਵੈਲਿਊ ਇੱਥੋਂ ਚੱਕ ਕੇ ਇੱਥੇ ਰਿਪਲੇਸ ਕਰ ਦਿੰਨੇ ਆ। ਜਿੱਥੇ f3 ਨੂੰ ਕਾਲ ਪਈ ਹੈ, ਬਜਾਏ ਉਹਨੂੰ ਕਾਲ ਕਰਨ ਦੇ ਆਪਾਂ f3 ਦੀ ਵੈਲਿਊ ਇੱਥੋਂ ਚੱਕ ਕੇ ਇੱਥੇ ਰਿਪਲੇਸ ਕਰ ਦਿੰਨੇ ਆ। ਤੋ ਜੇ ਆਪਾਂ ਕਾਲ ਨਹੀਂ ਕਰਾਂਗੇ, ਦੈਟ ਮੀਨਸ ਆਪਾਂ ਆ ਸਾਰੇ ਫੰਕਸ਼ਨਾਂ ਦੀ ਐਗਜ਼ੀਕਿਊਸ਼ਨ ਸੇਵ ਕਰ ਲਈ। ਦਿਸ ਇਜ਼ ਕਾਲਡ ਡਾਇਨਾਮਿਕ ਪ੍ਰੋਗਰਾਮਿੰਗ ਐਲਗੋਰਿਦਮ। ਡਾਇਨਾਮਿਕ ਐਲਗੋਰਿਦਮ ਹੈ। ਠੀਕ ਹੈ, ਇਹ ਤੁਸੀਂ ਐਲਗੋਰਿਦਮ ਦੀ ਕਿਸਮ ਹੁੰਦੀ ਹੈ ਇੱਕ, ਜਿਹਦੇ ਵਿੱਚ ਡਾਇਨਾਮਿਕ ਪ੍ਰੋਗਰਾਮਿੰਗ ਐਲਗੋਰਿਦਮ ਹੁੰਦੇ ਨੇ। ਸੋ ਤੁਸੀਂ ਜਦੋਂ ਇਹ ਐਲਗੋਰਿਦਮ ਵਾਲਾ ਜਿਹੜਾ ਚੈਪਟਰ ਪੜੋਗੇ ਤਾਂ ਤੁਹਾਡੇ ਕੋਲ ਇਹ ਵਾਲੀ ਚੀਜ਼ਾਂ ਆਣਗੀਆਂ ਉਦੋਂ ਦੁਬਾਰਾ। ਤਾਂ ਅਗੇਨ ਇਹ ਹੈਲਪ ਕੌਣ ਕਰੇਗਾ? ਹੈਲਪ ਕਰੇਗਾ ਆਪਾਂ ਨੂੰ ਟਰੀ। तो जे ਆਪਾਂ ਆਪਣੇ ਫੰਕਸ਼ਨ ਕਾਲ ਦਾ ਟਰੀ ਬਣਾ ਲਈਏ ਤਾਂ ਉਸ ਟਰੀ ਤੋਂ ਆਪਾਂ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਸ ਜਗ੍ਹਾ ਤੇ ਕੀ ਪ੍ਰੋਡਿਊਸ ਹੋਣਾ ਹੈ ਔਰ ਕਿਸ ਜਗ੍ਹਾ ਤੇ ਆਪਾਂ ਨੇ ਰਿਕਰਜਨ ਕ੍ਰੀਏਟ ਕਰਨੀਆਂ ਨੇ, ਕਿਸ ਜਗ੍ਹਾ ਤੇ ਰਿਕਰਜਨ ਨੂੰ ਨਹੀਂ ਯੂਜ਼ ਕਰਨਾ। ਤਾਂ ਆਪਣੇ ਕੋਲ 3 ਰੂਲ ਹੈ। ਜੇ ਟਰੀ ਚੇਨ ਲਾਈਕ ਸਟਰਕਚਰ ਹੈ ਤਾਂ ਵੀ ਰਿਕਰਜਨ ਯੂਜ਼ ਨਹੀਂ ਕਰਨੀ। ਜੇ ਟਰੀ ਆਪਣਾ ਡੁਪਲੀਕੇਟ ਇਨਵੋਲਵਡ ਹੈ ਤਾਂ ਵੀ ਆਪਾਂ ਰਿਕਰਜਨ ਯੂਜ਼ ਨਹੀਂ ਕਰਨੀ। ਤੇ ਤੀਸਰਾ ਕੇਸ ਬਾਕੀ ਸਾਰੇ ਕੇਸਿਸ ਦੇ ਵਿੱਚ ਆਪਾਂ ਰਿਕਰਜਨ ਯੂਜ਼ ਕਰ ਸਕਦੇ ਹਾਂ। ਸੋ that is about recursive algorithm, recursion. I hope ਕਿ ਤੁਹਾਨੂੰ ਥੋੜਾ ਜਿਹਾ ਕਲੀਅਰ ਹੋ ਗਿਆ ਹੋਵੇਗਾ। ਦੈਨ ਜੇ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਗਿਆ ਤਾਂ ਮੈਨੂੰ ਇਸ ਪ੍ਰੋਗਰਾਮ ਦੀ ਆਊਟਪੁੱਟ ਦੱਸ ਦਿਓ ਤਾਂ ਕਿ ਮੈਨੂੰ ਵੀ ਥੋੜਾ ਜਿਹਾ ਪਤਾ ਲੱਗ ਜਾਏ ਕਿ ਤੁਹਾਨੂੰ ਆਈਡੀਆ ਹੋ ਗਿਆ ਕਿ ਨਹੀਂ ਹੋਇਆ। what will be the output of this function with the value I is equal to 4? i ਦੀ ਵੈਲਿਊ 4 ਵਾਸਤੇ ਆਪਾਂ ਕਾਲ ਕਰ ਰਹੇ ਹਾਂ। ਜੇ ਤਾਂ i ਦੀ ਵੈਲਿਊ 0 ਹੈ, ਮੋਰ ਦੈਨ 0 ਹੈ, ਤਦ ਇਹ ਆਪਣੇ ਆਪ ਨੂੰ ਕਾਲ ਕਰੇਗਾ, ਨਹੀਂ ਤਾਂ ਇਹ ਆਪਣੇ ਆਪ ਨੂੰ ਕਾਲ ਨਹੀਂ ਕਰੇਗਾ। ਠੀਕ ਹੈ, ਨॉन टेल। ਸੋ ਮੈਂ ਇਹਦਾ ਨਾਮ ਐਂਟੀ ਰੱਖ ਲੈਣਾ। ਚਲੋ ਐਂਟੀ ਵੈਲਿਊ 4 ਦੇ ਨਾਲ ਕਾਲ ਕੀਤਾ, 4 ਇਜ਼ ਮੋਰ ਦੈਨ 0 ਤਾਂ ਐਂਟੀ ਕਾਲ ਕਰੇਗਾ 4 ਮਾਈਨਸ 1 ਦੈਟ ਇਜ਼ 3 ਦੇ ਨਾਲ। ਫਿਰ ਇੱਥੇ ਇਹ ਸੀ ਆਊਟ ਸਟੇਟਮੈਂਟ i ਦੀ ਵੈਲਿਊ ਮੀਨਸ 4 ਪ੍ਰਿੰਟ ਹੋਏਗਾ। ਫਿਰ ਐਂਟੀ ਕਾਲ ਕਰੇਗਾ 3 ਦੇ ਨਾਲ। ਠੀਕ ਹੈ, ਜਦੋਂ 3 ਦੀ ਵਾਰੀ ਆ ਗਈ ਐਂਟੀ ਕਾਲ ਕਰੇਗਾ 2 ਦੇ ਨਾਲ, 3 ਪ੍ਰਿੰਟ ਕਰੇਗਾ, ਐਂਟੀ ਕਾਲ ਕਰੇਗਾ 2 ਦੇ ਨਾਲ। ਇਸੇ ਤਰ੍ਹਾਂ ਇੱਧਰ ਐਂਟੀ ਕਾਲ ਕਰੇਗਾ 2 ਦੇ ਨਾਲ, 3 ਪ੍ਰਿੰਟ ਹੋਏਗਾ, ਐਂਟੀ ਕਾਲ ਕਰੇਗਾ 2 ਦੇ ਨਾਲ। ਇੱਥੇ ਕੀ ਹੋਏਗਾ? ਫਿਰ ਐਂਟੀ ਕਾਲ ਕਰੇਗਾ 1 ਦੇ ਨਾਲ, 2 ਪ੍ਰਿੰਟ ਹੋਏਗਾ, ਐਂਟੀ ਕਾਲ ਕਰੇਗਾ 1 ਦੇ ਨਾਲ। ਇਸ ਕੇਸ ਦੇ ਵਿੱਚ ਵੀ ਅਗੇਨ ਐਂਟੀ ਕਾਲ ਕਰੇਗਾ 1 ਦੇ ਨਾਲ, 2 ਪ੍ਰਿੰਟ ਹੋਏਗਾ, ਐਂਟੀ ਕਾਲ ਕਰੇਗਾ 1 ਦੇ ਨਾਲ। ਓਕੇ, ਸੋ ਐਂਟੀ ਕਾਲ ਕਰੇਗਾ 0 ਦੇ ਨਾਲ, 1 ਪ੍ਰਿੰਟ ਹੋਏਗਾ, ਐਂਟੀ ਕਾਲ ਕਰੇਗਾ 0 ਦੇ ਨਾਲ। ਜਦੋਂ 0 ਦੇ ਨਾਲ ਕਾਲ ਕਰੇਗਾ ਆ ਕੰਡੀਸ਼ਨ ਫਾਲਸ ਹੋ ਜਾਏਗੀ, ਉਸ ਤੋਂ ਅੱਗੇ ਕੁਝ ਵੀ ਕਾਲ ਨਹੀਂ ਹੋਣਾ, ਇਸ ਤੋਂ ਅੱਗੇ ਵੀ ਕੁਝ ਵੀ ਕਾਲ ਨਹੀਂ ਹੋਣਾ। ਠੀਕ ਹੈ, ਫਿਰ ਇੱਥੇ ਐਂਟੀ 0 1 ਪ੍ਰਿੰਟ ਕਰੇਗਾ, ਐਂਟੀ 0। ਠੀਕ, ਸਮਝ ਲੱਗੀ ਗੱਲ? ਸੋ ਜਿਹੜੀ ਸਭ ਤੋਂ ਪਹਿਲੀ ਆਊਟਪੁੱਟ ਆਣੀ ਹੈ ਦੈਟ ਇਜ਼ 1। ਇਹਨੂੰ ਆਊਟਪੁੱਟ ਨੂੰ ਆਪਾਂ ਇੱਧਰੋਂ ਇੱਧਰ ਇਕੱਠਾ ਕਰਨਾ ਹੈ। ਇੱਥੇ ਕੋਈ ਆਊਟਪੁੱਟ ਨਹੀਂ ਆਈ, ਆ 1 ਪ੍ਰਿੰਟ ਹੋਏਗਾ। ਇੱਥੇ ਕੋਈ ਆਊਟਪੁੱਟ ਨਹੀਂ ਆਈ, ਫਿਰ ਆਪਣੇ ਕੋਲ 2 ਪ੍ਰਿੰਟ ਹੋਏਗਾ। ਫਿਰ ਇੱਥੇ ਕੋਈ ਆਊਟਪੁੱਟ ਨਹੀਂ ਆਣੀ, ਫਿਰ ਆਪਣੇ ਕੋਲ ਫਿਰ 1 ਪ੍ਰਿੰਟ ਹੋਏਗਾ। ਫਿਰ ਇੱਥੇ ਕੋਈ ਆਊਟਪੁੱਟ ਨਹੀਂ ਆਣੀ, ਫਿਰ ਆਪਣੇ ਕੋਲ ਆ ਵਿੱਚ 3 ਬੈਠਾ ਇੱਥੇ, ਹੈ ਨਾ, ਇਹਨੂੰ ਲੈ ਕੇ ਆਉਣਾ, 3 ਪ੍ਰਿੰਟ ਹੋਏਗਾ। ਫਿਰ ਐਂਟੀ 1 ਦੇ ਨਾਲ ਆਹੀ ਸਾਰਾ ਕੁਝ ਰਿਪੀਟ ਹੋ ਜਾਏਗਾ, ਹੈ ਨਾ। ਐਂਟੀ 1 ਦੇ ਨਾਲ 1 ਪ੍ਰਿੰਟ ਹੋਏਗਾ, ਇੱਥੇ ਆ ਕੇ 1 ਪ੍ਰਿੰਟ ਹੋਏਗਾ। ਉਸ ਤੋਂ ਬਾਅਦ ਆਪਣਾ ਫਿਰ 2 ਪ੍ਰਿੰਟ ਹੋਏਗਾ, ਇਹ ਨਾਲ ਫਿਰ 1 ਪ੍ਰਿੰਟ ਹੋਏਗਾ, ਫਿਰ ਇਹ 4 ਪ੍ਰਿੰਟ ਹੋਏਗਾ। ਉਸ ਤੋਂ ਬਾਅਦ ਇਧਰਲਾ ਟਰੀ ਜਿਹੜਾ ਹੈ ਉਹ ਸਾਰਾ ਸੇਮ ਹੋਏਗਾ ਜੋ ਇਧਰਲੇ ਪਾਸੇ ਹੈ, ਤਾਂ ਜੋ ਆਪਣੇ ਕੋਲ ਆ ਬਣਿਆ ਇਹ ਸਾਰਾ ਇੱਧਰ ਰਿਪੀਟ ਹੋ ਜਾਏਗਾ। ਠੀਕ, ਸੋ ਆਪਣੇ ਕੋਲ ਆ ਜਾਏਗਾ ਅਗੇਨ ਫਿਰ 1 2 1 3 2 1 4 4 ਨਹੀਂ ਆਣਾ ਲਾਸਟ ਵਿੱਚ।
तो जे तुसी रिकर्जन ट्री क्रिएट कर लोगे, सब प्रोग्राम कॉल दा ट्री क्रिएट कर लोगे, यू कैन ईजिली फाइंड आउट द आउटपुट ऑफ एनी रिकर्सिव प्रोग्राम। तो जो आप आउटपुट फाइंड आउट करनी है तो आपने की करना है, आप एक ट्री क्रिएट करांगे, उस ट्री दे विच जिथे जिथे आउटपुट की कमांड लगी हुई है वो कमांड नू प्रिंट करी चलांगे। तो आप लैफ्ट टू राइट चैक करना है, लैफ्ट टू राइट जी सब तो पहला कमांड इधरों दिख रही है आप सब तो पहला प्रिंट होनी है, क्योंकि यदि कॉल इस तरह पैनी है, इतों इनू कॉल पैनी है, इतों इनू कॉल पैनी है, इदा कॉल करते 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 फिर ये सब तो पहला 1 प्रिंट होएगा, फिर आ वाले नू कॉल पैनी है, फिर अगे 2 प्रिंट होएगा, फिर इनू कॉल पैनी है, इदा करके। तो जो तुसीं इहनूं फॉलो करोगे तुहानूं आपे एक चीज़ां क्लीयर हो जाणगियां कि किहड़ी जगह ते की प्रिंट होना। तो होपफुली इहदी आउटपुट तुहानूं क्लीयर हो गई होएगी। ध्यान रखने वालियां ने, रिकर्जन कैन ऑलवेज बी रिप्लेस्ड बाय द आइटरेशन। हमेशा आइटरेटिव प्रोग्राम रिकर्जन बन सकता है, रिकर्सिव प्रोग्राम आइटरेटिव बन सकता है, पर रिकर्सिव प्रोग्राम ज्यादा स्पेस लैंदा है। जे ਉਹੀ प्रोग्राम ਆਪਾਂ फॉर लूप ਦੇ ਨਾਲ ਬਣਾਵਾਂਗੇ, सेम प्रोग्राम ਨੂੰ ਆਪਾਂ रिकर्जन ਦੇ ਨਾਲ ਬਣਾਵਾਂਗੇ, ਤਾਂ रिकर्जन ने ज्यादा स्पेस ਲੈਣੀ ਹੈ फॉर लूप ਦੇ ਨਾਲੋਂ, और ज्यादा टाइम भी लेना है। वो क्यों? क्योंकि रिकर्सिव प्रोग्राम ने जो फंक्शन ਨੂੰ ਕਾਲ ਕਰਨਾ ਹੈ, ਭਾਵੇਂ ਉਹ ਆਪਣੇ ਆਪ ਨੂੰ ਕਾਲ ਕਰ ਰਿਹਾ, ਭਾਵੇਂ ਕਿਸੇ ਨੂੰ ਕਾਲ ਕਰ ਰਿਹਾ ਹੈ, ਤਾਂ ਉਸ ਫੰਕਸ਼ਨ ਦੀ ਸਟੇਟ ਆਪਾਂ ਨੂੰ ਸੇਵ ਕਰਨੀ ਪੈਂਦੀ ਹੈ, ਉਹਨੂੰ ਸੇਵ ਕਰਨ ਲਈ ਟਾਈਮ ਲੱਗਦਾ ਹੈ, ਉਹਨੂੰ ਸੇਵ ਕਰਨ ਲਈ ਮੈਮਰੀ ਵੀ ਲੱਗਦੀ ਹੈ। तो ਜਦੋਂ ਆਪਾਂ ਰਿਕਰਸਿਵ ਪ੍ਰੋਗਰਾਮ ਬਣਾਵਾਂਗੇ ਉਹ ਜ਼ਿਆਦਾ ਟਾਈਮ ਲਏਗਾ, ਜ਼ਿਆਦਾ ਮੈਮਰੀ ਲਏਗਾ। ਆਈਟਰੇਟਿਵ ਪ੍ਰੋਗਰਾਮ ਘੱਟ ਸਮਾਂ ਲੈ ਕੇ, ਘੱਟ ਮੈਮਰੀ ਲੈ ਕੇ ਸੇਮ ਪ੍ਰੋਗਰਾਮ ਨੂੰ, ਸੇਮ ਲੌਜਿਕ ਨੂੰ ਇੰਪਲੀਮੈਂਟ ਕਰ ਸਕਦੇ ਆ। तो ਇਹ ਤੁਸੀਂ ਡਿਸਾਈਡ ਕਰਨਾ ਹੈ ਕਿ ਕਦੋਂ ਰਿਕਰਜਨ ਯੂਜ਼ ਕਰਨੀ ਹੈ, ਕਦੋਂ ਆਈਟਰੇਸ਼ਨ ਯੂਜ਼ ਕਰਨੀ ਹੈ। ਜਨਰਲੀ ਕੋਈ ਪ੍ਰੋਬਲਮ ਇਹੋ ਜਿਹੀਆਂ ਹੁੰਦੀਆਂ, ਜਿਵੇਂ ਟਾਵਰ ਆਫ ਨੋਈ ਪ੍ਰੋਬਲਮ ਹੈ, ਉਹਨੂੰ ਜੇ ਤੁਸੀਂ ਆਈਟਰੇਸ਼ਨ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰੋਗੇ ਉਲਝ ਜਾਓਗੇ, ਉਹ ਤੁਹਾਡੇ ਤੋਂ ਸੋਲਵ ਨਹੀਂ ਹੋਣੀ। It is very difficult to solve that problem using iterative problem, using for loop. So ਆਪਾਂ ਪ੍ਰੋਬਲਮ ਦੀ ਨੇਚਰ ਨੂੰ ਸਮਝਦੇ ਹੋਏ ਉਹਦੇ ਹਿਸਾਬ ਨਾਲ ਆਪਾਂ ਰਿਕਰਸਿਵ ਜਾਂ ਆਈਟਰੇਟਿਵ ਸੋਲੂਸ਼ਨ ਤੋਂ ਬੈਨੀਫਿਟ ਲਵਾਂਗੇ। ਜਨਰਲੀ ਆਈਟਰੇਟਿਵ ਸੋਲੂਸ਼ਨ ਯੂਜ਼ ਕਰਾਂਗੇ, ਬਟ ਜੇ ਆਪਣੇ ਕੋਲ ਐਫਰਟ ਜ਼ਿਆਦਾ ਲੱਗ ਰਿਹਾ ਹੈ, ਆਪਾਂ ਆਪਣੀ ਐਫਰਟ ਵੀ ਤਾਂ ਦੇਖਣੀ ਹੈ ਨਾ। ਸੋ ਜੇ ਆਪਣਾ ਦਿਮਾਗ ਜ਼ਿਆਦਾ ਲੱਗ ਰਿਹਾ, ਆਪਣੀ ਐਫਰਟ ਜ਼ਿਆਦਾ ਲੱਗ ਰਹੀ ਹੈ, ਆਪਾਂ ਸੌਖੇ ਵੱਲ ਨੂੰ ਭੱਜਦੇ ਹਾਂ। ਸੋ ਆਪਾਂ ਉਸ ਕੇਸ ਦੇ ਵਿੱਚ ਰਿਕਰਸਿਵ ਸੋਲੂਸ਼ਨ ਨੂੰ ਵੀ ਆਪਟ ਕਰ ਸਕਦੇ ਹਾਂ। Depth of recursive call is relatively shallow compared to the size of the problem। ਉਦੋਂ ਆਪਾਂ ਜਦੋਂ recursive call ਦੀ depth ਛੋਟੀ ਬਣਦੀ ਹੈ, ਜੇ ਜ਼ਿਆਦਾ ਡੂੰਘਾ ਬਣ ਗਿਆ ਟਰੀ, ਜ਼ਿਆਦਾ ਡੈਪਥ ਵਾਲਾ ਟਰੀ ਕ੍ਰੀਏਟ ਹੋ ਗਿਆ, ਤਾਂ ਵੀ recursive ਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੋਏਗਾ। recursive version does about the same amount of work as the non recursive version, ਜਾਂ recursive version is shorter and simpler than the non recursive solution। ਇਹਨਾਂ ਤਿੰਨ ਕੇਸਿਸ ਦੇ ਵਿੱਚ ਆਪਾਂ recursive solution ਨੂੰ ਯੂਜ਼ ਕਰਾਂਗੇ, ਅਦਰਵਾਈਜ਼ ਆਪਾਂ ਆਈਟਰੇਟਿਵ ਸੋਲੂਸ਼ਨ ਨੂੰ ਹੀ ਯੂਜ਼ ਕਰਾਂਗੇ, ਜਿਹੜਾ ਕਿ ਜ਼ਿਆਦਾ ਐਫੀਸ਼ੀਐਂਟ ਹੈ ਔਰ ਘੱਟ ਟਾਈਮ ਦੇ ਵਿੱਚ, ਘੱਟ ਮੈਮਰੀ ਦੇ ਵਿੱਚ ਉਹ ਆਪਣੇ ਪ੍ਰੋਬਲਮ ਨੂੰ ਸੋਲਵ ਕਰ ਦਿੰਦਾ ਹੈ। ਸੋ ਥੀਸ ਆਰ ਦਾ few key points of recursion।